ਅੱਜ ਸਾਰਾ ਪੰਜਾਬ ਉਹ ਕਿਸੇ ਨਾ ਕਿਸੇ ਰੂਪ ਸੜਕਾਂ 'ਚ ਬੈਠਾ ਨਾ, ਮਤਲਬ ਹਜ਼ਾਰਾਂ ਲੋਕਾਂ ਨੇ ਕਦੇ ਪੈਟਰੋਲ ਪੰਪ ਘੇਰੀ ਬੈਠੇ ਨੇ, ਟੋਲ ਪਲਾਜ਼ੇ ਘੇਰੇ ਹੋਏ ਨੇ, ਤੇ ਬਹੁਕੌਮੀ ਕੰਪਨੀਆਂ ਜਾਂ ਭਾਰਤ ਦੀਆਂ ਜਿਹੜੀਆਂ ਕੰਪਨੀਆਂ ਨੇ ਵੱਡੀਆਂ, ਰਿਲਾਇੰਸ ਦੀਆਂ, ਅਦਾਨੀ ਦੀਆਂ, ਉਹਨਾਂ ਦੇ ਕਾਰੋਬਾਰ ਅੱਗੇ ਬੈਠੇ ਨੇ। ਆਪਾਂ ਦੇਖੀਏ ਕਿ ਬਹੁਤ ਲੰਬੇ ਸਮੇਂ ਬਾਅਦ ਨਾ ਅਜਿਹਾ ਉਭਾਰ ਆਇਆ ਪੰਜਾਬ ਦੇ ਵਿੱਚ, ਜਿਹੜੀ ਇਹ ਪਹਿਲੀ ਇੱਕ ਲੋਕ ਲਹਿਰ ਹੈ ਖਾਲਿਸਤਾਨੀ ਲਹਿਰ ਕੁਚਲੇ ਜਾਣ ਤੋਂ ਬਾਅਦ। ਜਿਵੇਂ ਇੱਕ ਦੌਰ ਸੀ ਖਾਲਿਸਤਾਨੀ ਲਹਿਰ ਦਾ 78 ਤੋਂ ਲੈ ਕੇ ਆਪਾਂ ਮੰਨ ਸਕਦੇ ਹਾਂ ਕਿ 92 ਤੱਕ, ਮੋਟਾ 92 ਦਾ ਸਾਲ ਉਹਨਾਂ ਦਾ ਉਹ ਆਖਰੀ ਸਾਲ ਹੀ ਸੀਗਾ। 93 ਤੱਕ ਇੱਕਦਮ ਸਨਾਟਾ ਹੋ ਗਿਆ ਸੀ ਪੰਜਾਬ ਦੇ ਵਿੱਚ। ਹੁਣ ਉਹ ਜਿਹੜਾ ਦੌਰ ਸੀਗਾ 78 ਤੋਂ ਲੈ ਕੇ 92 ਤੱਕ ਦਾ, ਜਿਹੜਾ 14 ਸਾਲਾਂ ਦਾ ਦੌਰ, ਜਿਹੜਾ ਸੰਤਾਪ ਪੰਜਾਬ ਨੇ ਹੰਢਾਇਆ, ਉਹਦੇ 'ਚ ਬਹੁਤ ਸਾਰੇ ਲੋਕ ਆਪਣੇ ਮਾਰੇ ਗਏ। ਜੇ ਮਾਝੇ ਦੇ ਵਿੱਚ ਤਾਂ ਪਿੰਡਾਂ ਦੇ ਪਿੰਡ ਜਿਹੜੇ ਨਾ ਨੌਜਵਾਨਾਂ ਉਹ ਖਾਲੀ ਕਰਤੇ, ਜਿਹੜੇ ਕਈ ਦੱਸਦੇ ਕਿ ਇੱਕ ਨਵੀਂ ਪੀੜ੍ਹੀ ਜੰਮ ਕੇ ਜਵਾਨ ਹੋਈ ਆ। ਇੱਕ ਬਹੁਤ ਲੰਬਾ ਜਿਹੜਾ ਗੈਪ, ਮਤਲਬ ਆਪਾਂ ਕਹੀਏ 92 ਤੋਂ ਲੈ ਕੇ ਹੁਣ 2020 ਤੱਕ ਦਾ, ਯਾਨੀ 28 ਸਾਲ ਦਾ ਸਮਾਂ। ਇਹ ਨਹੀਂ ਕਿ 28 ਸਾਲਾਂ 'ਚ ਲੋਕ ਹੱਥ ਧਰੇ ਬੈਠੇ ਸੀਗੇ, ਇੱਥੇ ਕੁਝ ਹੋ ਨਹੀਂ ਸੀ ਰਿਹਾ, ਕੋਈ ਹਲਚਲ ਨਹੀਂ ਸੀ ਹੋ ਰਹੀ। ਲੋਕਾਂ ਦੇ ਸੰਘਰਸ਼ ਅਲੱਗ-ਅਲੱਗ ਰੂਪਾਂ 'ਚ ਜਾਰੀ ਸੀਗੇ, ਵਿਦਿਆਰਥੀਆਂ ਦੇ, ਨੌਜਵਾਨਾਂ ਦੇ, ਸ਼ਹਿਰੀ ਮਜ਼ਦੂਰਾਂ ਦੇ, ਕਿਸਾਨਾਂ ਦੇ। ਪਰ ਜਿਹੜੀ ਇੱਕ ਲੋਕ ਲਹਿਰ ਹੁੰਦੀ ਆ, ਇੱਕ ਬਹੁਤ ਵੱਡਾ ਇੱਕ ਉਭਾਰ ਲੋਕ ਲਹਿਰ, ਉਹ ਇਹ ਆਪਾਂ ਕਹਿ ਸਕਦੇ ਹਾਂ ਪਹਿਲੀ ਵੱਡੀ ਲਹਿਰ ਪੰਜਾਬ ਦੇ ਵਿੱਚ ਕਿਹਾ ਜਾਵੇ। ਦੂਜੀ ਗੱਲ ਹੈ, ਜਿਹੜੇ ਇਹ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਅਸਲ 'ਚ ਜਿਹੜਾ ਰਾਸ਼ਟਰੀ ਸਵੈ ਸੇਵਕ ਸੰਘ ਨਾਂ ਦੀ ਇੱਕ ਜਥੇਬੰਦੀ ਹੈ, ਉਹਦੇ ਬਹੁਤ ਸਾਰੇ ਮੂੰਹ ਨੇ, ਬਹੁਤ ਸਾਰੇ ਹੱਥ ਨੇ, ਉਹ ਅਜਿਹਾ ਇੱਕ ਨਾਗ ਆ ਉਹਦਾ ਇੱਕ ਸਿਆਸੀ ਫਰੰਟ ਹੈ ਇਹ, ਜਿਹਨੂੰ ਆਪਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਹਾਂ। ਉਹਦਾ ਇੱਕ ਮਕਸਦ ਆ, ਉਹਨਾਂ ਦਾ ਇੱਕ ਮਕਸਦ ਇਹ ਹੈ ਕਿ ਭਾਰਤ ਨੂੰ ਇੱਕ ਕੌਮ ਬਣਾਉਣਾ, ਹਿੰਦੂ ਕੌਮ, ਹਿੰਦੂ ਰਾਸ਼ਟਰ ਬਣਾਉਣਾ। ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ 2014 ਤੋਂ, ਉਦੋਂ ਤੋਂ ਲੋਕਾਂ ਤੇ ਜਿਹੜੇ ਹਮਲੇ ਆ, ਤਰ੍ਹਾਂ ਦੇ ਹਮਲੇ, ਉਹ ਤੇਜ਼ ਹੋਏ ਨੇ। ਇਹਦਾ ਮਤਲਬ ਇਹ ਨਹੀਂ ਕਿ ਮਤਲਬ ਜਿਹੜਾ ਆਪਾਂ ਮੋਦੀ ਸਰਕਾਰ 14 ਤੋਂ ਆਉਣ ਤੋਂ ਪਹਿਲਾਂ ਸਭ ਠੀਕ ਠਾਕ ਸੀਗਾ। ਆਪਾਂ ਜਾਣਦੇ ਹਾਂ ਸਾਰੇ ਕਿ ਠੀਕ ਠਾਕ ਨਹੀਂ ਸੀਗਾ, ਉਦੋਂ ਵੀ ਲੋਕਾਂ ਦੀ ਲੁੱਟ ਤੇ ਜ਼ਬਰ ਉਹ ਭਿਆਨਕ ਸੀਗਾ। ਪਰ 14 ਤੋਂ ਬਾਅਦ ਉਹਦੇ 'ਚ ਇੱਕ ਨਾ ਗੁਣਾਤਮਕ ਇੱਕ ਇਜ਼ਾਫਾ ਹੋਇਆ, ਗੁਣਾਤਮਕ ਛਲਾਂਗ ਆਈ ਆ ਕਿ ਉਹ ਜਿਹੜੀ ਪ੍ਰਕਿਰਿਆ ਨਾ ਲੋਕਾਂ ਤੇ ਲੁੱਟ ਤੇ ਜ਼ਬਰ ਦੀ, ਉਹ ਤੇਜ਼ ਹੋ ਗਈ। ਤੇ ਪਿਛਲੇ ਸਮੇਂ 'ਚ ਇੱਕ ਕਰੋਨਾ ਦਾ ਰੌਲਾ ਪਾ ਕੇ ਇਹਨਾਂ ਨੇ ਵੀ ਇੱਕ ਬਿਮਾਰੀ ਹੈ, ਉਹਨੂੰ ਦੁਨੀਆ ਦੇ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ ਜਿਵੇਂ ਸਰਦੀ ਜ਼ੁਕਾਮ ਹੁੰਦਾ ਨਾ, ਹਰ ਸਾਲ ਇਦਾਂ ਦੀ ਇੱਕ ਬਿਮਾਰੀ ਹੈ ਇਹ। ਤੇ ਇਹਨਾਂ ਲੋਕਾਂ ਦਾ ਬੜਾ ਮਜ਼ਾਕ ਉਡਾਇਆ। ਅਸੀਂ ਵੀ ਇਹੀ ਗੱਲ ਕਹੀ ਸੀ ਵੀ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਮਤਲਬ ਕਰੋਨਾ ਜਿਹੜਾ ਵੀ ਹਰ ਸਾਲ ਹੀ ਹੁੰਦਾ ਜ਼ੁਕਾਮ ਜ਼ੁਕੂਮ। ਉੱਦਾਂ ਦਾ ਕਿ ਇਹ ਨਾ ਮਤਲਬ ਇੱਕ ਫਲੂ ਆ, ਸੀਜ਼ਨਲ ਫਲੂ ਹੈ, ਇਹ ਮੌਸਮੀ ਫਲੂ ਹੈ, ਇਹ ਤੋਂ ਵੱਧ ਇਹਦਾ ਕੋਈ ਹੈ ਨਹੀਂ ਡਰ। ਇਹ ਗੱਲ ਆਪਾਂ 21 ਮਾਰਚ ਨੂੰ ਕਹੀ ਸੀਗੀ, ਤਾਂ ਲੋਕਾਂ ਨੇ ਬੜੀ ਖਿੱਲੀ ਉਡਾਈ ਸਾਡੀ ਹੈ ਨਾ। ਹੁਣ ਕੀ ਸਮੇਂ ਨੇ ਸਾਬਤ ਕਰਤਾ ਵੀ ਕੀ ਸੀ ਕੀ ਨਹੀਂ। ਹੁਣ ਇਹ ਮਤਲਬ ਕੋਈ ਕੋਈ ਭੁਲੇਖਾ ਨਹੀਂ ਰਹਿ ਗਿਆ। ਹੁਣ ਤੁਸੀਂ ਸਾਰੇ ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ ਸੜਕਾਂ 'ਤੇ, ਹੁਣ ਲੋਕ ਪਿੰਡਾਂ 'ਚ ਤਾਂ ਪਾਉਂਦਾ ਹੀ ਨਹੀਂ, ਬਹੁਤ ਲੰਬੇ ਸਮੇਂ ਤੋਂ ਲੋਕਾਂ ਨੇ ਛੱਡਤਾ ਸੀ ਗੱਲ ਇਹ। ਇਹਨਾਂ ਨੇ ਕਰੋਨਾ ਨੂੰ ਇੱਕ ਡਰ ਵਜੋਂ ਵਰਤਿਆ, ਲੋਕਾਂ ਨੂੰ ਡਰਾ ਕੇ ਫਿਰ ਕੀਤਾ ਕੀ ਇਹਨਾਂ ਨੇ, ਉਹ ਆਪਾਂ ਨੂੰ ਸਭ ਪਤਾ ਨਾ। ਜਿੰਨੀਆਂ ਚੀਜ਼ਾਂ, ਜਿਵੇਂ ਭਾਰਤ ਦੀ ਜਿਹੜੀ ਸਰਮਾਏਦਾਰ ਜਮਾਤ ਆ, ਉਹ 1991 'ਚ ਇੱਕ ਨੀਤੀ ਲੈ ਕੇ, ਉਹਨੂੰ ਕਹਿੰਦੇ ਨਵ ਉਦਾਰਵਾਦ ਦੀ ਨੀਤੀ, ਜਾਂ ਉਹਨੂੰ ਨਿਊ ਇਕਨੋਮਿਕ ਪਾਲਿਸੀ, ਨਵੀਂ ਆਰਥਿਕ ਨੀਤੀ ਵੀ ਕਿਹਾ ਜਾਂਦਾ। ਉਹਦੇ ਤਹਿਤ ਕੀ ਕਰਨਾ ਸੀ ਇਹਨਾਂ ਨੇ ਵੀ ਸਭ ਕੁਝ ਵੇਚ ਦਿਓ, ਪਬਲਿਕ ਸੈਕਟਰ ਨੂੰ ਵੇਚ ਦਿਓ, ਵਿਦੇਸ਼ੀ ਸਰਮਾਏ ਨੂੰ ਖੁੱਲ੍ਹਾ ਦੇ ਦਿਓ, ਜਿੰਨੇ ਵੀ ਮਜ਼ਦੂਰਾਂ ਦੇ ਹੱਕ 'ਚ ਕਾਨੂੰਨ ਨੇ ਉਹ ਸਾਰੇ ਹਟਾ ਦਿਓ। ਹੁਣ ਜਿਹੜਾ ਕਾਂਗਰਸ ਸੀਗੀ ਸਾਡੇ ਪਾਰਟੀ, ਉਹ ਹੌਲੀ ਹੌਲੀ ਅੱਗੇ ਤੁਰਦੀ ਸੀਗੀ। ਉਹ ਬਹੁਤਾ ਜਿਹੜੀ ਸਿੱਧੀ ਰੇਖਾ 'ਚ ਹੁੰਦਾ ਨਾ, ਜਿਵੇਂ ਇੱਕ ਪਾਸੇ ਨੂੰ ਤੁਰਨਾ ਤੇ ਤੁਰ ਪਏ, ਉਹਨੂੰ ਫਿਰ ਹਟਾ ਕੇ ਜਿਹੜਾ ਸਾਡੀ ਵੱਡੀ ਜਿਹੜੀ ਸਰਮਾਏਦਾਰੀ ਹੈ ਭਾਰਤ ਦੀ, ਉਹਨਾਂ ਨੇ ਇਹਨੂੰ ਲਿਆਂਦਾ ਕਿ ਮੋਦੀ ਦੀ ਜਿਹੜੀ ਆਪਾਂ ਕਹਿੰਦੇ ਭਾਰਤ ਦੇ ਜਿਹੜੇ ਫਾਸਿਸਟ ਨੇ, ਇਹ ਧਾਰਾ, ਇਹਨਾਂ ਨੂੰ 2014 ਦੇ ਵਿੱਚ ਉਹਨਾਂ ਨੇ ਸੱਤਾ 'ਤੇ ਲੈ ਕੇ ਆਂਦਾ ਤਾਂ ਕਿ ਸਪੀਡ ਤੇਜ਼ ਕਰ ਦੇਵੇ। ਹੁਣ ਜਿਵੇਂ ਇਹ ਸਪੀਡ ਵਧਾ ਰਹੇ ਸੀ, ਉਹ ਨੀਤੀਆਂ ਜਿਹੜੀ ਲੋਕ ਵਿਰੋਧੀ ਲਾਗੂ ਕਰਨ 'ਚ ਲੋਕਾਂ ਦਾ ਉਹਦਾ ਲੋਕਾਂ ਵੱਲੋਂ ਟਾਕਰਾ ਵੀ ਹੋ ਰਿਹਾ ਸੀਗਾ। ਆਪਾਂ ਦੇਖੀਏ ਕਰੋਨਾ ਤੋਂ ਪਹਿਲਾਂ ਦੇਸ਼ ਵਿੱਚ ਕੀ ਹੋ ਰਿਹਾ ਸੀਗਾ। ਇੱਕ ਨੀਤੀ ਲੈ ਕੇ ਆਇਆ ਮੋਦੀ ਸਰਕਾਰ, ਉਹਨੂੰ ਆਪਾਂ ਕਹਿੰਦੇ ਉਹ ਨਾਗਰਿਕ ਕਾਨੂੰਨਾਂ 'ਚ ਇਹਨਾਂ ਨੇ ਸੋਧ ਕੀਤੀ ਵੀ ਜਿਹੜੇ ਮੁਸਲਮਾਨ ਨੇ, ਉਹਨਾਂ ਨੂੰ ਇਸ ਦੇਸ਼ ਦੀ, ਜਿਹੜੇ ਹੋਰਾਂ ਤੋਂ ਆਏ ਹੋਏ ਨੇ ਬਾਹਰਲੇ ਦੇਸ਼ਾਂ ਤੋਂ ਸ਼ਰਨਾਰਥੀ ਨੇ, ਉਹਨਾਂ ਨੂੰ ਅਸੀਂ ਦੇਸ਼ ਦੀ ਨਾਗਰਿਕਤਾ ਨਹੀਂ ਦੇਵਾਂਗੇ। ਉਹ ਹੁਣ ਬਾਹਰੋਂ ਆਏ ਤੱਕ ਬਹਾਨਾ ਹੀ ਸੀਗਾ। ਅਸਲ 'ਚ ਤਾਂ ਇਹਨਾਂ ਦਾ ਅਸੀਂ ਪੂਰੀ ਦੀ ਪੂਰੀ ਮੁਸਲਮਾਨ ਆਬਾਦੀ ਨੂੰ ਵਿਦੇਸ਼ੀ ਕਹਿ ਕੇ, ਉਹਨਾਂ ਨੂੰ ਜਿਵੇਂ ਹਿਟਲਰ ਨੇ ਬਣਾਏ ਸੀਗੇ ਆਪਣੇ ਚੈਂਬਰ, ਇਹਨਾਂ ਨੇ ਬਣਾ ਕੇ ਡਿਟੈਂਸ਼ਨ ਸੈਂਟਰਾਂ 'ਚ ਤਾੜ ਕੇ ਉਹਨਾਂ ਨੂੰ ਭੁੱਖਮਰੀ ਨਾਲ ਹੋਰ ਉਹਨਾਂ ਨੂੰ ਮਾਰ ਦਿਓ, ਮੁਸਲਮਾਨ ਆਬਾਦੀ ਨੂੰ ਖਤਮ ਕਰੋ। ਇਹ ਇਹਨਾਂ ਦਾ ਪੂਰਾ ਪ੍ਰੋਜੈਕਟ ਸੀਗਾ। ਹੁਣ ਉਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਲੋਕ ਲਹਿਰ ਪੈਦਾ ਹੋਈ। ਉਹ 'ਚ ਠੀਕ ਹੈ ਮੁਸਲਿਮ ਭਾਈਚਾਰਾ ਅੱਗੇ ਲੱਗਾ ਹੋਇਆ ਸੀ, ਮੁਸਲਿਮ ਭਾਈਚਾਰੇ ਉਹ 'ਚ ਵੱਡੀ ਗਿਣਤੀ ਵਿੱਚ ਸ਼ਾਮਲ ਸੀਗਾ, ਪਰ ਉਹ ਸਿਰਫ ਮੁਸਲਿਮ ਭਾਈਚਾਰਾ ਨਹੀਂ ਸੀ, ਸਮਾਜ ਦੇ ਜਿਹੜੇ ਹੋਰ ਭਾਈਚਾਰੇ ਨੇ, ਹਿੰਦੂ ਹੋਏ, ਸਿੱਖ ਹੋਏ, ਉਹਨਾਂ ਦਾ ਵੀ ਇਹਨੂੰ ਹਮਾਇਤ ਹਾਸਲ ਸੀਗੀ। ਹੁਣ ਉਹਦੇ 'ਚ ਫਸੀ ਹੋਈ ਸੀ ਮੋਦੀ ਸਰਕਾਰ ਪੂਰੀ ਤਰ੍ਹਾਂ, ਕਿਉਂਕਿ ਜਿਹੜਾ CAA ਸੀਗਾ
ਉਹ ਭਾਰਤ ਦੇ ਹੋਰ ਕਈ ਸੂਬਿਆਂ ਨੇ, ਲਗਭਗ 11 ਸੂਬਿਆਂ ਨੇ ਇਹ ਕਹਿ ਦਿੱਤਾ ਸੀ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਨਾ। ਹੁਣ ਉਹਨਾਂ ਦੇ ਹੱਥ ਵਿੱਚ ਕਿੰਨੀ ਸੰਵਿਧਾਨਕ ਤਾਕਤ ਸੀ ਸੂਬਿਆਂ ਦੇ, ਕਿੰਨੀ ਕੁ ਨਹੀਂ, ਉਹ ਕਿੰਨਾ ਕਿਹਦਾ ਵਿਰੋਧ ਕਰ ਸਕਦੇ ਕਿੰਨੇ, ਇੱਕ ਅਲੱਗ ਮਸਲਾ। ਪਰ ਇੱਕ ਸੰਕਟ ਪੈਦਾ ਹੋ ਗਿਆ ਸੀਗਾ। ਉਹ ਸੰਕਟ 'ਚੋਂ ਫਿਰ ਕਰੋਨਾ ਨੇ ਆ ਕੇ ਥੋੜੀ ਮਦਦ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੀ। ਤੇ ਫਿਰ ਕਰੋਨਾ ਨੂੰ ਇਹਨਾਂ ਨੇ ਇਸਤੇਮਾਲ ਕੀਤਾ ਪੂਰੀ ਤਰ੍ਹਾਂ। ਪਹਿਲਾਂ ਤਾਂ ਦੇਖੋ ਹੁਣ ਸਾਰਾ ਇਹਦਾ ਕਾਲਕ੍ਰਮ ਦੇਖੋ ਕਰੋਨਾ ਵਾਲਾ। ਹੁਣ ਪੰਜਾਬ ਦੇ ਵਿੱਚ ਜੋ ਹੈ ਆਪਾਂ ਥੋੜਾ ਦੇਖੀਏ ਨਾ, ਪੰਜਾਬ ਦੇ ਵਿੱਚ ਇਹਨੀ ਕਰਫਿਊ ਲਾ ਕੇ ਲੋਕਾਂ ਦਾ ਕਟਾਪਾ ਸ਼ੁਰੂ ਕੀਤਾ। ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੇ ਹੋਣੇ ਆ। ਫਿਰ ਥੋੜੇ ਦਿਨਾਂ ਬਾਅਦ ਲੋਕਾਂ ਨੇ ਸ਼ੁਰੂ ਕਰਤਾ ਕਟਾਪਾ, ਮੋੜਮਾ ਟੱਕਰ ਲੈਣੀ ਸ਼ੁਰੂ ਕਰਤੀ, ਤਾਂ ਫਿਰ ਪੁਲਿਸ ਨੇ ਕਟਾਪਾ ਰੋਕਤਾ। ਹੁਣ ਦੇਖੋ ਨਾ ਡਰ ਜਾਂਦੇ ਲੋਕਾਂ ਨੂੰ ਡਰਾਉਣਾ, ਜਿਵੇਂ ਸਰਕਾਰ ਜੋ ਸਾਰਾ ਮੀਡੀਆ ਲੱਗ ਜਾਂਦਾ ਲੋਕਾਂ ਨੂੰ ਡਰਾਉਣ, ਤੁਸੀਂ ਮਰ ਜਾਓਗੇ, ਮੌਤ ਦਾ ਡਰ ਬਹੁਤ ਭਿਆਨਕ ਹੁੰਦਾ। ਲੋਕੀ ਡਰ ਕੇ ਇੱਕ ਵਾਰ ਤਾਂ ਘਰਾਂ 'ਚ ਵੜ ਗਏ। ਹੌਲੀ ਹੌਲੀ ਲੋਕਾਂ ਨੂੰ ਕੀ ਲੱਗਿਆ ਨਾ ਵੀ ਇਹ ਹੈ ਨਹੀਂ ਗਾ ਮਾਮਲਾ ਇਹ, ਕਿਉਂਕਿ ਲੋਕਾਂ ਪਰ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਵੀ ਤੁਹਾਡੇ ਕੋਲ ਮਰਿਆ, ਪਿੰਡ 'ਚ ਵੀ ਕੋਈ ਨਹੀਂ ਮਰਿਆ, ਆਸ-ਪਾਸ 10-15 ਪਿੰਡਾਂ 'ਚ ਕਰੋਨਾ ਨਾਲ ਕੋਈ ਨਹੀਂ ਮਰਿਆ, ਤਾਂ ਲੋਕਾਂ ਨੂੰ ਸਮਝਣ ਲੱਗਦਾ ਵੀ ਗੱਲ ਕੋਈ ਹੈ ਨਹੀਂ ਗੀ। ਫਿਰ ਜਦੋਂ ਦੂਜੀਆਂ ਗੱਲਾਂ ਹੋਣ ਲੱਗੀਆਂ ਪੰਜਾਬ ਦੇ ਵਿੱਚ ਵੀ ਜਿਹੜਾ ਹਸਪਤਾਲ ਜਾਂਦਾ ਮੁੜਦਾ ਹੀ ਨਹੀਂ, ਹੈ ਨਾ, ਇਹ ਹੁੰਦਾ ਹੀ ਆ ਵੀ ਜਿਹੜਾ ਹਸਪਤਾਲ ਜਿਵੇਂ ਕਰੋਨਾ। ਹੁਣ ਆਪਣੇ ਅੱਜ ਸਰਕਾਰ ਦਾ ਅੱਜ ਪੰਜਾਬੀ ਟ੍ਰਿਬਿਊਨ 'ਚ ਆਇਆ ਕਿ ਕਰੋਨਾ ਤੋਂ ਠੀਕ ਹੋਣ ਦੀ ਦਰ 83% ਦੀ ਹੋ ਗਈ ਹੈ। ਜਾਣੀ ਜਿਨ੍ਹਾਂ ਨੂੰ ਹੁੰਦਾ ਕਰੋਨਾ, ਜੇ 100 ਨੂੰ ਹੁੰਦਾ, ਜੋ 83 ਬੰਦੇ ਠੀਕ ਹੋ ਜਾਂਦੇ ਆ। ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਦਵਾਈ ਤਾਂ ਕੋਈ ਹੈ ਨਹੀਂ, ਠੀਕ ਕਿੱਦਾਂ ਹੋ ਜਾਂਦੇ ਆ ਹੈ। ਹਸਪਤਾਲ ਤੁਸੀਂ ਲੈ ਕੇ ਜਾਂਦੇ ਹੋ, ਹਸਪਤਾਲ 'ਚ ਕੋਈ ਦਵਾਈ ਨਹੀਂ ਗਈ, ਤੇ ਹਸਪਤਾਲ ਗਿਆ ਬੰਦਾ ਮੁੜਦਾ ਨਹੀਂ। ਇੱਦਾਂ ਦੇ ਵੀਡੀਓ ਬਹੁਤ ਸਾਰੇ ਆ ਗਏ ਕਿ ਲੋਕਾਂ ਦੇ ਅੰਗ ਕੱਢ ਲੈਂਦੇ ਆ ਇਹ। ਹੁਣ ਇਹ ਕਿੰਨੀਆਂ ਕੁ ਅਫਵਾਹਾਂ ਨੇ, ਕਿੰਨੀ ਕੁ ਸੱਚਾਈ ਆ, ਇਹਦੀ ਪੜਤਾਲ ਕਰਨਾ ਸਾਡਾ ਕੰਮ ਨਹੀਂ, ਨਾ ਸਾਡੇ ਹੱਥ 'ਚ ਆ ਇਹ। ਹੁਣ ਲੋਕਾਂ ਨੇ ਕੀ ਕੀਤਾ, ਜਿਹੜੇ ਸਿਹਤ ਅਧਿਕਾਰੀ ਪਿੰਡਾਂ ਵਿੱਚ ਜਾਂਦੇ ਸੀਗੇ ਉਹਨਾਂ ਨੂੰ ਦਵਲਣਾ ਸ਼ੁਰੂ ਕਰਤਾ। ਲੋਕਾਂ 'ਚ ਗੁੱਸਾ ਪੈਦਾ, ਕਰੋਨਾ ਨੇ ਪਹਿਲੇ ਹੀ ਨਾ ਜਿਹੜਾ ਪੰਜਾਬ ਖੋਲਣ ਲਾ ਦਿੱਤਾ ਸੀਗਾ। ਇਹਨਾਂ ਹੋਇਆ ਕਿ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ, ਸਾਲ ਉਹਨਾਂ ਦਾ ਬਰਬਾਦ ਹੋ ਗਿਆ ਹੈ। ਬਹੁਤ ਸਾਰੇ ਬੱਚੇ ਮਨੋਰੋਗੀ ਬਣ ਗਏ, ਠੀਕ। ਹੋਰ ਛੋਟੇ ਕਾਰੋਬਾਰ ਤਬਾਹ ਹੋ ਗਏ, ਲੱਖਾਂ ਮਜ਼ਦੂਰਾਂ ਦਾ ਰੁਜ਼ਗਾਰ ਤਬਾਹ ਹੋ ਗਿਆ। ਆ ਛੋਟੀ ਮੋਟੇ ਦੁਕਾਨਾਂ ਵਾਲਾ ਸਾਰਾ ਕਾਰੋਬਾਰ ਠੱਪ ਹੋ ਗਿਆ, ਪੂਰੇ ਦੇਸ਼ 'ਚ ਹੀ ਹੋਇਆ, ਪੰਜਾਬ 'ਚ ਹੀ ਹੋਇਆ। ਹੁਣ ਇਹ ਸਾਰਾ ਗੁੱਸਾ ਲੋਕਾਂ ਦਾ ਜਮ੍ਹਾਂ ਹੋ ਰਿਹਾ ਸੀਗਾ। ਉੱਪਰੋਂ ਆ ਗਿਆ ਇਹ ਖੇਤੀ ਕਾਨੂੰਨ, ਉਹ ਫਿਰ ਸਾਰਾ ਜਿਹੜਾ ਗੁੱਸਾ ਜਮ੍ਹਾਂ ਹੋਇਆ ਇੱਕ ਲਾਵੇ ਦੇ ਰੂਪ 'ਚ ਫੁੱਟ ਪਿਆ ਇਹ। ਹੁਣ ਜੇ ਇਹਨੂੰ ਕੋਈ ਕਹੇ ਕਿਸਾਨ ਅੰਦੋਲਨ ਹੈ ਨਾ, ਠੀਕ ਹੈ, ਕਿਸਾਨ ਅੰਦੋਲਨ ਹੈਗਾ, ਕਿਸਾਨਾਂ ਦਾ ਸੰਘਰਸ਼ ਹੈਗਾ, ਕਿਸਾਨੀ ਵਿੱਚ ਸ਼ਾਮਲ ਹੈ, ਪਰ ਸਿਰਫ ਇੰਨੀ ਗੱਲ ਨਹੀਂ ਗਈ ਹੈ ਨਾ। ਹੁਣ ਜਿਹੜਾ 25 ਸਤੰਬਰ ਨੂੰ ਬੰਦ ਹੋਇਆ, ਉਸ ਬੰਦ ਨੂੰ ਜਿਹੜੀ ਹਮਾਇਤ ਮਿਲੀ ਹੈ ਵੀ ਸ਼ਹਿਰਾਂ ਵਿੱਚ ਸਾਰਾ ਕੰਮ ਜਿਵੇਂ ਠੱਪ ਹੋਇਆ, ਤੇ ਲੋਕਾਂ ਨੇ ਆਪ ਮੁਹਾਰੇ ਇਸ ਸੰਘਰਸ਼ ਦੀ ਉਹ ਹਮਾਇਤ ਵਿੱਚ ਉਤਰੇ। ਤਾਂ ਗੱਲ ਬੇਸ਼ੱਕ ਕੇਂਦਰ 'ਚ ਖੇਤੀ ਕਾਨੂੰਨ ਨੇ, ਪਰ ਗੱਲ ਸਿਰਫ ਖੇਤੀ ਕਾਨੂੰਨਾਂ ਤੱਕ ਟਿਕੀ ਨਹੀਂ ਹੋਈ। ਹਲੇ ਜੇ ਵਿਦਿਅਕ ਸੰਸਥਾਵਾਂ ਖੋਲ ਦੇਣਾ ਤਾਂ ਇਹ ਗੱਲ ਹੋਰ ਵੱਡੀ ਬਣਨ ਦੀ ਸੰਭਾਵਨਾ ਆ, ਠੀਕ ਹੈ ਨਾ। ਹੁਣ ਮਤਲਬ ਅਸਲ ਕੀ ਹੈ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ। ਹੁਣ ਜੇ ਕਾਂਗਰਸ ਹੁੰਦੀ ਨਾ, ਕਾਂਗਰਸ ਦੀ ਸਰਕਾਰ ਹੁੰਦੀ, ਮੰਨ ਲਓ ਕਾਂਗਰਸ ਨੇ ਵੀ ਕਾਨੂੰਨ ਲੈ ਕੇ ਆਣੇ ਸੀਗੇ। ਇਹ ਨਹੀਂ ਕਿ ਬੀਜੇਪੀ ਦੀ ਕੋਈ ਖਾਸੀਅਤ ਹੈ ਇਹ। ਹੁਣ ਬੀਜੇਪੀ ਦੀ ਇੱਕ ਖਾਸੀਅਤ ਹੈ, ਕਾਂਗਰਸ ਨਾਲੋਂ ਵੱਖਰਾ ਕੀ ਆ, ਇਹ ਇੱਕ ਫਾਸੀਵਾਦੀ ਪਾਰਟੀ ਹੈ ਜਾਂ ਫਾਸੀਵਾਦੀ ਪਾਰਟੀ, ਫਾਸੀਵਾਦੀ ਜਥੇਬੰਦੀ ਦਾ ਸਿਆਸੀ ਵਿੰਗ ਹੈ। ਹੁਣ ਫਾਸੀਵਾਦੀਆਂ ਦੀ ਖਾਸੀਅਤ ਕੀ ਹੁੰਦੀ ਹੈ, ਇਹ ਫੈਸਲਾ ਕੁਨ ਬਹੁਤ ਹੁੰਦੇ ਆ ਵੀ ਜੋ ਕਰਤਾ ਤਾਂ ਫਿਰ ਕਰਤਾ, ਵੀ ਹੁਣ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ ਗਾ। ਦੇਖੋ ਮੋਦੀ ਨੇ ਕੀ ਕੀਤਾ ਪਿਛਲੇ ਸਮੇਂ 'ਚ, ਕਸ਼ਮੀਰ 'ਚੋਂ ਧਾਰਾ 370 ਹਟਾਈ ਤੇ 35A ਹਟਾਈ। 80 ਲੱਖ ਕਸ਼ਮੀਰੀਆਂ ਨੂੰ ਇੱਕ ਖੁੱਲੀ ਜੇਲ੍ਹ ਬਣਾਤੀ, ਪੂਰੇ ਦੇ ਪੂਰੇ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ 'ਚ ਬਦਲਤਾ, ਤੇ ਉੱਥੇ ਕੀ ਹੋ ਰਿਹਾ ਉਹਦੀ ਪੂਰੀ ਤਾਂ ਖਬਰ ਵੀ ਨਹੀਂ ਆਉਂਦੀ ਬਾਹਰ। ਫਿਰ ਇਹਨਾਂ ਨੇ ਨਾਗਰਿਕ ਕਾਨੂੰਨ ਬਦਲੇ, ਉਹਦੇ ਤੋਂ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ ਸੀ ਇਹਨਾਂ ਦਾ। ਕਰੋਨਾ ਨੂੰ ਕਰਕੇ ਉਹ ਬਹਾਨੇ ਨਾਲ ਥੋੜਾ ਚੁੱਪ ਹੋ ਗਏ ਉਹਦੇ ਤੇ। ਇਹ ਨਹੀਂ ਕਹਿ ਸਕਦੇ ਕਿ ਪਿੱਛੇ ਹਟ ਗਏ, ਉਹ ਤੇ ਚੁੱਪ ਹੋ ਗਈ ਆ ਬੀਜੇਪੀ। ਵੀ ਹੁਣ ਕੀ ਕਰਨਾ ਉਹਦਾ, ਉਹ ਜਿਹੜੀ ਇਹ ਬਿੱਲੀ ਉਹ ਥੱਲੇ ਕਦੋਂ ਬਾਹਰ ਕੱਢਣੀ ਆ, ਉਹ ਆਉਣ ਵਾਲਾ ਸਮਾਂ ਦੱਸੂਗਾ, ਠੀਕ ਹੈ। ਹੁਣ ਲਿਆ ਇਹ ਖੇਤੀ ਕਾਨੂੰਨ। ਇਹ ਖੇਤੀ ਕਾਨੂੰਨ ਜਿਹੜੀ ਇਹ ਮੰਡੀਆਂ ਦਾ ਢਾਂਚਾ ਆ, ਜਿਹੜਾ ਕਿ ਜ਼ਿਆਦਾਤਰ ਪੰਜਾਬ ਤੇ ਹਰਿਆਣੇ 'ਚ ਹੀ ਆ, ਜਿਹ 'ਚ ਆਪਾਂ ਕਹਿੰਦੇ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਮਿਲਦਾ ਕਿਸਾਨਾਂ ਨੂੰ, ਇਹ ਤੋੜਨ ਦਾ ਇਰਾਦਾ ਤਾਂ ਬਹੁਤ ਪੁਰਾਣਾ ਹੀ ਸੀ ਇਹਨਾਂ ਦਾ। FCA ਵਗੈਰਾ ਇਹਨਾਂ ਤੇ ਬੋਝ ਬਣੀ ਹੋਈ ਆ, ਇਹਨੂੰ ਖਤਮ ਕਰਨ ਦਾ ਤਾਂ ਬਹੁਤ ਪੁਰਾਣਾ ਸੀਗਾ, ਪਰ ਕੋਈ ਕਰ ਨਹੀਂ ਸਕਦਾ ਸੀਗਾ। ਹੁਣ ਬੀਜੇਪੀ ਨੂੰ ਲੈ ਕੇ ਆਏ ਆ, ਬੀਜੇਪੀ ਨੇ ਕਰਤਾ ਹੈ। ਮਤਲਬ ਇਹ ਫਿਰ ਜੋ ਕਰ ਦਿੰਦੇ ਆ ਫਾਸੀਵਾਦੀ ਹੁੰਦੇ, ਥੋੜਾ ਫੈਸਲੇ, ਇੱਕ ਤਾਂ ਸਪੀਡ ਉਹਨਾਂ ਦੀ ਬਹੁਤ ਵੱਧ ਗਈ, ਦੂਜਾ ਇਹ ਇਹਨਾਂ ਦਾ ਹੁਣ ਜਿਹੜੀ ਭਾਰਤ ਦੀ ਜਿਹੜੀ ਵੱਡੀ ਸਰਮਾਏਦਾਰ, ਜਿਹੜੀ ਵੱਡੀ ਇਜਾਰੇਦਾਰ ਸਰਮਾਏਦਾਰੀ ਆ, ਉਹਨੇ ਧਾਰ ਲਿਆ ਵੀ ਜਿਹੜੇ ਜਮਹੂਰੀਅਤ ਦੀ ਖੇਡ ਖੇਡਣੀ ਕਰੋ ਬੰਦ, ਉਹਨਾਂ ਨਹੀਂ ਕੰਮ ਚੱਲਦਾ ਆਪਣਾ, ਹੈ ਨਾ। ਜਿਹੜਾ ਜਮਹੂਰੀਅਤ ਹੁੰਦਾ, ਲੋਕਾਂ ਦੇ ਹੱਕ ਹੁੱਕ ਹੁੰਦੇ ਆ, ਇੰਨਾ ਚੱਲਣਾ ਨਹੀਂ ਕੰਮ। ਜੇ ਲੋਕਾਂ ਦੇ ਹੱਕ ਹੁੱਕ ਰਹਿਣਗੇ, ਲੋਕਾਂ ਨੇ ਸਾਡਾ ਕੰਮ ਚੱਲਣ ਨਹੀਂ ਦੇਣਾ। ਹੁਣ ਇੱਕੋ ਇੱਕ ਹੈ ਜ਼ਬਰ ਕਰੋ, ਡੰਡਾ ਵਹਾਓ, ਮਾਰੋ ਲੋਕਾਂ ਨੂੰ, ਤੇ ਇੱਦੋਂ ਉਹਨੇ ਚੁਣ ਲਿਆ ਰਸਤਾ, ਵਿੱਚ ਵਿਚਾਲਾ ਹੁਣ ਕੁਛ ਹੈ ਨਹੀਂ ਗਾ। ਜਿਹੜੀ ਬੀਜੇਪੀ ਆ,
ਇਹਦੀ ਕਾਂਗਰਸ ਨਾਲ ਫਿਰ ਦੂਸਰਾ ਫਰਕ ਕੀ ਆਪਾਂ ਕਹੀਏ, ਮਤਲਬ ਜਿਵੇਂ ਆਪਾਂ ਦੇਖੀਏ ਜਦੋਂ 47 ਆਪਾਂ ਥੋੜਾ ਪਿੱਛੇ ਜਾਣਾ ਪੈਣਾ ਹੈ, 1947 ਦੇ ਵਿੱਚ ਜਿਹੜੇ ਭਾਰਤ ਦੀ ਰਾਜ ਸੱਤਾ ਤੇ ਭਾਰਤ ਦੀ ਵੱਡੀ ਸਰਮਾਏਦਾਰੀ ਕਾਬਜ਼ ਹੋਈ। ਹੁਣ ਭਾਰਤ ਕੀ ਸੀਗਾ ਉਦੋਂ? 47 ਤੋਂ ਪਹਿਲਾਂ ਕਿਸੇ ਨੂੰ ਇਹ ਨਹੀਂ ਸੀ ਭਰੋਸਾ ਕਿ ਇਹ ਜਿਹੜਾ ਇੱਕ ਹੀ ਦੇਸ਼ ਰਹੂਗਾ ਕਿ ਬਹੁਤ ਸਾਰੇ ਦੇਸ਼ ਬਣਨਗੇ ਇਹਦੇ। ਹੁਣ ਜਿਹੜੀ ਭਾਰਤ ਦੀ ਕਮਿਊਨਿਸਟ ਪਾਰਟੀ ਸੀ CPI, ਉਹਨੇ ਇਹ ਕਿਹਾ ਸੀਗਾ ਕਿ ਇਹਨੂੰ 14 ਹਿੱਸਿਆਂ 'ਚ ਵੰਡ ਕੇ ਨਾ ਇਹਦੇ 14 ਦੇਸ਼ ਬਣਾ ਦਿਓ ਤੇ ਉਹਨਾਂ ਨੂੰ ਸੱਤਾ ਸੌਂਪ ਕੇ ਜਾਓ। CPI ਦਾ ਇਹ ਸਟੈਂਡ ਸੀਗਾ। ਜਾਣੀ ਕਿਸੇ ਨੂੰ ਵੀ ਭਰੋਸਾ ਨਹੀਂ ਸੀ ਵੀ ਇਕੱਠਾ ਰਹੂਗਾ ਇਹ ਜਿਹੜਾ ਮੁਲਕ, ਇਕੱਠਾ ਰਹਿ ਸਕਦਾ ਇਹ ਦੇਸ਼, ਕਿਉਂਕਿ ਇਹ ਕੀ ਹੈ, ਇੱਥੇ ਬਹੁਤ ਸਾਰੀਆਂ ਕੌਮਾਂ ਵਸਦੀਆਂ ਨੇ। ਹੁਣ ਦੁਨੀਆ ਦੇ ਵਿੱਚ ਅਲੱਗ-ਅਲੱਗ ਕੌਮਾਂ ਦੇ ਅਲੱਗ-ਅਲੱਗ ਦੇਸ਼ ਨੇ, ਜਿਵੇਂ ਫਰਾਂਸੀਸੀਆਂ ਦਾ ਦੇਸ਼ ਹੈ, ਜਰਮਨਾਂ ਦਾ ਦੇਸ਼ ਹੈ, ਨਾਰਵੇ ਵਾਲਾ ਦੇਸ਼ ਹੈ, ਸਵੀਡਨ ਵਾਲਾ ਦੇਸ਼ ਹੈ, ਪੋਲੈਂਡ ਵਾਲਾ ਦਾ ਦੇਸ਼ ਹੈ, ਅਲੱਗ-ਅਲੱਗ ਦੇਸ਼ ਨੇ ਵੀ ਜਿਨ੍ਹਾਂ ਲੋਕਾਂ ਦੀ ਭਾਸ਼ਾ, ਸੱਭਿਆਚਾਰ, ਇਲਾਕਾ ਹੋਰ ਸਾਰੇ ਉਹ ਮਿਲਦਾ ਹੁੰਦਾ, ਉਹਨਾਂ ਦੇ ਅਲੱਗ-ਅਲੱਗ ਦੇਸ਼ ਨੇ। ਵੀ ਫਿਰ ਇਹਨਾਂ ਦੀ ਵੀ ਅਲੱਗ-ਅਲੱਗ ਦੇਸ਼ ਬਣਨਗੇ, ਭਾਰਤ ਦੇ ਬਹੁਤ ਸਾਰੇ ਦੇਸ਼ ਬਣਨਗੇ ਕਿ ਇੱਕ ਹੀ ਦੇਸ਼ ਬਣੂਗਾ? ਇੱਕ ਇਹ ਸਵਾਲ ਸੀ। ਜਿਹੜੀ ਬਹੁਤ ਕੌਮੀ ਸੀ ਇਹ ਭਾਰਤ, ਅੱਜ ਵੀ ਬਹੁਤ ਕੌਮੀ ਹੈ। ਹੁਣ ਜਿਹੜੀ 47 ਦੇ ਵਿੱਚ ਸੱਤਾ 'ਚ ਆਈ ਵੱਡੀ ਸਰਮਾਏਦਾਰੀ, ਉਹਦਾ ਇੱਕ ਕੰਮ ਸੀਗਾ ਭਾਰਤ ਨੂੰ ਇਕੱਠਾ ਰੱਖਣਾ, ਕਿਸੇ ਵੀ ਤਰ੍ਹਾਂ ਇਹਨੂੰ ਇਕੱਠਾ ਰੱਖਣਾ ਤੇ ਹੌਲੀ-ਹੌਲੀ ਇੱਕ ਪ੍ਰਕਿਰਿਆ ਦੇ ਵਿੱਚ ਇਹਨੂੰ ਇੱਕ ਕੌਮ ਬਣਾਉਣਾ, ਭਾਰਤ ਨੂੰ ਇੱਕ ਕੌਮ ਬਣਾਉਣਾ। ਹੁਣ ਜੇ ਭਾਰਤ ਨੂੰ ਇੱਕ ਕੌਮ ਬਣਾਉਣਾ ਤਾਂ ਕੀ ਕਰਨਾ ਪਊਗਾ ਕਿ ਭਾਰਤ ਦੇ ਲੋਕਾਂ ਦੀ ਇੱਕ ਹੀ ਭਾਸ਼ਾ ਹੋਵੇ, ਹੈ ਨਾ? ਜਿਵੇਂ ਸਟਾਲਿਨ ਹੈ, ਮਤਲਬ ਦੁਨੀਆ ਵਿੱਚ ਬਹੁਤ ਲੋਕਾਂ ਨੇ ਦੱਸਿਆ ਵੀ ਕੌਮ ਕੀ ਹੁੰਦੀ ਆ, ਉਹ ਹੁੰਦੀ ਆ, ਉਹਦੇ ਅਲੱਗ-ਅਲੱਗ ਪੱਖਾਂ 'ਤੇ ਜ਼ੋਰ ਦਿੱਤਾ। ਤੇ ਜਿਹੜਾ ਕਾਮਰੇਡ ਸਟਾਲਿਨ ਦੀ ਕਿਤਾਬ ਆ ਮਾਰਕਸਵਾਦ ਤੇ ਕੌਮੀ ਸਵਾਲ, ਉਹਦੇ 'ਚ ਉਹਨੇ ਦੱਸਿਆ ਕੌਮ ਕੀ ਹੁੰਦੀ, ਕੌਮ ਦੀ ਪਰਿਭਾਸ਼ਾ ਦੱਸੀ। ਉਹ ਕਹਿੰਦਾ ਕੌਮ ਦੇ ਜਿਹੜੇ ਆ ਉਹ 4 ਜਿਹੜੇ ਲੱਛਣ ਹੁੰਦੇ ਆ, 4 ਜਿਹੜੇ ਉਹ ਲੱਛਣ ਮਿਲ ਕੇ ਕੌਮ ਬਣਦੇ ਆ। ਨੰਬਰ 1 ਉਹਦੀ ਭਾਸ਼ਾ, ਸਾਂਝੀ ਭਾਸ਼ਾ ਹੋਣੀ ਚਾਹੀਦੀ ਲੋਕਾਂ ਦੀ। ਨੰਬਰ 2 ਉਹਨਾਂ ਦਾ ਇੱਕ ਸਾਂਝੇ ਖਿੱਤੇ 'ਚ ਵਸੇ ਹੋਣ। ਨੰਬਰ 3 ਉਹਨਾਂ ਦਾ ਅਰਥਚਾਰਾ ਇੱਕ ਹੋਵੇ। ਨੰਬਰ 4 ਉਹਨਾਂ ਦਾ ਸੱਭਿਆਚਾਰ ਤੇ ਮਨੋਵਿਗਿਆਨ ਇੱਕ ਹੋਵੇ, ਹੈ ਨਾ? ਇਹ 4 ਚੀਜ਼ਾਂ ਮਿਲ ਕੇ ਇੱਕ ਕੌਮ ਬਣਦੀਆਂ ਨੇ। ਹੁਣ ਜਿਹੜੀ ਭਾਰਤ ਦੀ ਵੱਡੀ ਸਰਮਾਏਦਾਰੀ ਸੀ, ਉਹਦੇ ਕੋਲ ਕਈ ਚੈਲੰਜ ਸੀਗੇ 47 ਦੇ ਵਿੱਚ ਜਦੋਂ ਸੱਤਾ 'ਚ ਆਈ। ਉਹ ਕੀ ਚੈਲੰਜ ਸੀਗਾ? ਨੰਬਰ 1 ਤਾਂ ਇਹ ਸੀਗਾ ਕਿ ਭਾਰਤ ਜਿਹੜਾ ਜਗੀਰੂ ਢਾਂਚਾ ਸੀਗਾ ਇਹਨੂੰ ਹੌਲੀ-ਹੌਲੀ ਸਰਮਾਏਦਾਰ ਉਹ 'ਚ ਬਦਲਣਾ, ਜਗੀਰੂ ਸੰਬੰਧਾਂ ਨੂੰ ਸਰਮਾਏਦਾਰ ਸੰਬੰਧਾਂ 'ਚ ਰੂਪਾਂਤਰਿਤ ਕਰਨਾ। ਨੰਬਰ 2 ਵਿਦੇਸ਼ੀ ਜਿਨ੍ਹਾਂ ਤੋਂ ਆਜ਼ਾਦੀ ਹਾਸਲ ਕੀਤੀ 47 'ਚ, ਉਹਨਾਂ ਤੋਂ ਬਚਣਾ। ਇਹਦੀ ਹੁਣ ਬਹੁਤੀ ਵਿਆਖਿਆ 'ਚ ਨਹੀਂ ਆਪਾਂ ਜਾ ਸਕਦੇ। ਉਹ ਫਿਰ ਭਾਰਤੀ ਬੁਰਜੋਜੀ ਨੇ ਕਿਵੇਂ ਪਬਲਿਕ ਸੈਕਟਰ ਖੜਾ ਕਰਕੇ ਉਹ ਵਿਦੇਸ਼ੀ ਉਹ ਤੋਂ ਬਚਾ ਕੀਤਾ ਆਪਣਾ, ਕਿਵੇਂ ਇੱਥੇ ਜਗੀਰਦਾਰੀ ਨੂੰ ਸਰਮਾਏਦਾਰੀ 'ਚ ਰੂਪਾਂਤਰਿਤ ਕੀਤਾ, ਉਸ ਡਿਟੇਲ 'ਚ ਨਹੀਂ ਜਾਣਾ ਆਪਾਂ। ਤੀਸਰੀ ਇੱਕ ਵੱਡੀ ਚੁਣੌਤੀ ਆਪਾਂ ਕਹੀਏ, ਤੀਸਰੀ ਵੱਡੀ ਚੁਣੌਤੀ ਇਹ ਵੀ ਸੀਗੀ ਕਿ ਭਾਰਤ ਦੇ ਲੋਕ ਲਗਭਗ ਇੱਕ ਸਦੀ ਵਿਦੇਸ਼ੀ ਗੁਲਾਮੀ ਖਿਲਾਫ ਲੜੇ ਸੀਗੇ। ਹੁਣ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ ਲੋਕਾਂ ਨੂੰ ਸੀ ਸਾਨੂੰ ਵੀ ਕੁਝ ਮਿਲੂਗਾ, ਇਸ ਆਜ਼ਾਦੀ 'ਚੋਂ ਹਿੱਸਾ ਸਾਨੂੰ ਵੀ ਮਿਲੂਗਾ। ਹੁਣ ਲੋਕਾਂ ਦੀਆਂ ਇਹਨਾਂ ਜਿਹੜੀਆਂ ਅੰਬੀਸ਼ਨ ਸੀਆਂ, ਆਕਾਂਖਿਆਵਾਂ, ਇਹਨਾਂ ਨੂੰ ਸ਼ਾਂਤ ਕਰਨਾ ਸੀਗਾ। ਠੀਕ, ਉਹ ਵੀ ਅਲੱਗ ਢੰਗ ਨਾਲ ਕੀਤਾ। ਕਿੰਨਾ ਨਹੀਂ ਕੀਤਾ, ਇਹ ਇੱਕ ਅਲੱਗ ਮਸਲਾ। ਅਗਲਾ ਇੱਕ ਚੈਲੰਜ ਜਿਹੜਾ ਆਪਾਂ ਕਹੀਏ ਬਹੁਤ ਵੱਡੀ ਚੁਣੌਤੀ ਸੀ, ਉਹ ਸੀ ਬਹੁ ਕੌਮੀ ਭਾਰਤ ਨੂੰ ਇੱਕ ਕੌਮ ਬਣਾਉਣਾ। ਠੀਕ, ਉਹਦੇ ਲਈ ਫਿਰ ਮੈਂ ਦੱਸਿਆ ਨਾ ਮਤਲਬ ਕੀ ਚੀਜ਼ਾਂ ਨੇ। ਹੁਣ ਦੇਖੋ ਇਹ ਜਿਹੜੇ 4 ਚੀਜ਼ਾਂ ਨੇ ਕੌਮ ਦੀਆਂ, 4 ਵਿੱਚੋਂ ਆਪਾਂ ਕਹੀਏ ਇੱਕ ਚੀਜ਼ ਹੀ ਜਿਹੜੀ ਕੌਮ ਦੇ 4 ਲੱਛਣਾਂ ਦੇ ਵਿੱਚੋਂ ਭਾਰਤ ਵਿੱਚ ਇੱਕ ਹੀ ਲੱਛਣ ਸੀਗਾ ਕਿ ਸਾਂਝਾ ਖਿੱਤਾ ਹੈ। ਭਾਰਤ ਦੇ ਲੋਕ ਸਾਂਝੇ ਖਿੱਤੇ 'ਚ ਵਸੇ ਹੋਏ ਨੇ। ਐਂ ਤਾਂ ਚੀਨ, ਅਫਗਾਨਿਸਤਾਨ ਵੀ ਸਾਂਝੇ ਖਿੱਤੇ 'ਚ ਵਸੇ ਹੋਏ ਨੇ, ਉਹਨਾਂ ਕੌਮ ਨਹੀਂ ਬਣ ਜਾਂਦਾ ਕੋਈ। ਪਹਿਲੀ ਗੱਲ ਹੁੰਦੀ ਭਾਸ਼ਾ, ਵੀ ਕੌਮ ਦੀ ਜਿਹੜੀ ਪਹਿਲੀ ਪਛਾਣ ਹੁੰਦੀ ਹੈ ਭਾਸ਼ਾ, ਕਿ ਲੋਕਾਂ ਦੀ ਇੱਕ ਭਾਸ਼ਾ ਬਣਾ ਦਿਓ। ਇਹ ਕੀ ਹੁੰਦਾ? ਇਹ ਅਸੰਭਵ ਕਾਰਜ ਹੁੰਦਾ, ਅਸੰਭਵ ਹੁੰਦਾ ਹੈ। ਇਹ ਕਦੇ ਹੀ ਨਹੀਂ ਹੋ ਸਕਦਾ ਕਿ ਕੋਈ ਵੀ ਕੌਮ, ਜਿਹਨੂੰ ਇੰਗਲਿਸ਼ ਨੇ ਲਿਖਿਆ ਟਿਕਾਊ ਕੌਮ, ਬਾਈਬਲ ਉਹ ਕਹਿੰਦਾ, ਮਤਲਬ ਕੁਝ ਕੌਮਾਂ ਤਾਂ ਛੋਟੀਆਂ ਹੁੰਦੀਆਂ, ਕਿਸੇ ਦਾ 10,000 ਬੰਦਾ, ਕਿਸੇ ਦਾ 500 ਬੰਦਾ, ਕਿਸੇ ਦਾ 200 ਪਿੰਡਾ, ਕਿਸੇ ਦਾ 1-2 ਪਿੰਡੀ ਨੇ, ਹੈ ਨਾ, ਅਲੱਗ ਭਾਸ਼ਾ ਬੋਲਦੇ ਆ, ਉਹ ਤਾਂ ਉੱਜੜ ਜਾਂਦੇ ਆ, ਆਪਣੀ ਥਾਵਾਂ ਤੇ ਚਲੇ ਜਾਂਦੇ, ਦੂਜੀਆਂ ਕੌਮਾਂ ਦੇ ਲੋਕਾਂ 'ਚ ਵਸਣ ਲੱਗ ਜਾਂਦੇ ਆ ਤੇ ਉਹਨਾਂ ਲੋਕਾਂ ਦਾ ਹਿੱਸਾ ਬਣ ਜਾਂਦੇ ਆ। ਜਿਹੜੇ ਬਾਈਬਲ ਕੌਮਾਂ ਹੁੰਦੀਆਂ, ਵੱਡੀਆਂ ਟਿਕਾਊ ਕੌਮਾਂ ਹੁੰਦੀਆਂ, ਉਹਨਾਂ ਦੀ ਭਾਸ਼ਾ ਨੂੰ ਕੋਈ ਨਹੀਂ ਖੋ ਸਕਦਾ। ਹੁਣ ਜਿਵੇਂ ਮਤਲਬ ਇਹ ਸੀ, ਮਤਲਬ ਆਟੋਮਨ ਅੰਪਾਇਰ ਸੀਗਾ ਤੁਰਕੀ ਦਾ, ਇਹਨਾਂ ਨੇ ਬਲਕਾਨ ਦੇਸ਼ਾਂ 'ਤੇ ਕਬਜ਼ਾ ਕੀਤਾ ਸੀਗਾ ਤੇ ਸਟਾਲਿਨ ਨੇ ਲਿਖਿਆ ਕਿ 300 ਸਾਲ ਉੱਥੇ ਇਹਨੇ ਆਪਣੀ ਭਾਸ਼ਾ ਥੋਪੀ ਰੱਖੀ, ਪਰ ਉਹਨਾਂ ਦੀ ਭਾਸ਼ਾ ਜਿਹੜੀ ਉਹਨਾਂ ਲੋਕਾਂ ਦੀ ਭਾਸ਼ਾ ਨਹੀਂ ਖਤਮ ਹੋਈ, ਕਿ ਜਿਹੜੀ ਥੋਪੀ ਗਈ ਭਾਸ਼ਾ ਆਪਣੇ ਕੁਝ ਸ਼ਬਦ ਛੱਡ ਕੇ ਉਹ ਚਲੀ ਗਈ। ਹੁਣ ਮਤਲਬ ਇਹ ਇੱਕ ਅਸੰਭਵ ਕਾਰਜ ਜਿਹੜੀ ਭਾਰਤ ਦੀ ਸਰਮਾਏਦਾਰ ਜਮਾਤ ਨੇ ਆਪਣੇ ਹੱਥ ਲਿਆ ਕਿ ਇਹਨੂੰ ਇੱਕ ਕੌਮ ਬਣਾਉਣਾ। ਹੁਣ ਕਾਂਗਰਸ ਕੀ ਸੀ? ਉਹ ਆਪਣੇ ਢੰਗ ਨਾਲ ਕਰਦੀ ਸੀ ਕੰਮ ਇਹ। ਉਹ ਆਪਣਾ ਸੈਕੂਲਰਿਜ਼ਮ ਜਿਹਨੂੰ ਕਹਿੰਦੇ ਆ, ਧਰਮ ਨਿਰਲੇਪਤਾ ਦਾ ਪਰਦਾ ਪਾ ਕੇ ਕੰਮ ਕਰਦੀ ਸੀਗੀ। ਬੀਜੇਪੀ ਇਹ ਕੰਮ ਨੰਗੇ ਚਿੱਟੇ ਰੂਪ 'ਚ ਕਰਦੀ ਹੈ, ਬੇਸ਼ਰਮ ਰੂਪ 'ਚ ਕਰਦੀ ਹੈ। ਹੁਣ 47 ਤੋਂ ਬਾਅਦ ਇਹ ਸੀ ਕਿ ਭਾਰਤ ਦੀ ਭਾਸ਼ਾ ਕੀ ਹੋਵੇ। ਕਾਂਗਰਸ ਦੇ ਕੱਟੜਪੰਥੀ, ਕਾਂਗਰਸ ਵਿੱਚ 2 ਧਰਾਵਾਂ ਸੀ, ਇੱਕ ਹਿੰਦੂ ਕੱਟੜਪੰਥੀਆਂ ਦੇ ਨੇੜੇ ਸੀਗਾ, ਇੱਕ ਥੋੜਾ ਲਿਬਰਲ ਸੀਗਾ, ਨਹਿਰੂ ਹੋਰੀ। ਨਹਿਰੂ ਕਹਿੰਦਾ ਸੀ ਹਿੰਦੁਸਤਾਨੀ ਹੋਵੇ। ਹਿੰਦੁਸਤਾਨੀ ਤੇ ਹਿੰਦੀ ਥੋੜਾ ਜਿਹਾ ਫਰਕ ਹੈ।
ਚਲੋ ਉਹ ਹੋਰ ਤਰ੍ਹਾਂ ਦਾ ਮਸਲਾ ਹੋ ਜਾਣਾ, ਫਿਰ ਉਹ ਸਮਝਾਉਣ ਲੱਗੇ। ਤਾਂ ਜਿਹੜੀ ਆਰਐਸਐਸ ਸੀਗੀ ਇਹ ਸੀ ਜਿਹੜੀ ਹਿੰਦੀ, ਜਿਹ ਸੰਸਕ੍ਰਿਤ ਦੀ ਭਰਮਾਰ ਹੈ ਵੀ ਇਹ ਹਿੰਦੀ ਸਾਡੇ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਜਦੋਂ ਇਹਨਾਂ ਨੇ ਲਾਗੂ ਕੀਤੀ ਤਾਂ ਉਹਦਾ ਵਿਰੋਧ ਬਹੁਤ ਵੱਡੇ ਪੱਧਰ ਤੇ, ਖਾਸ ਤੌਰ ਤੇ ਦੱਖਣ ਰਾਜਾਂ 'ਚ ਅੱਗਾਂ ਲੱਗੀਆਂ। ਤਮਿਲਨਾਡੂ ਦੇ ਵਿੱਚ ਤਾਂ ਬਹੁਤ ਵੱਡਾ ਬਵਾਲ ਖੜਾ ਹੋ ਗਿਆ। ਤੇ ਫਿਰ ਉਹ ਤੋਂ ਥੋੜਾ ਜਿਹਾ ਪਿੱਛੇ ਹਟਣਾ ਪਿਆ ਵੀ ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਵੀ ਰੱਖਾਂਗੇ। ਅੰਗਰੇਜ਼ੀ ਸੀਗਾ ਵਕਤੀ ਤੌਰ ਤੇ, ਵੀ ਕੁਝ ਸਮੇਂ ਬਾਅਦ ਫਿਰ ਅੰਗਰੇਜ਼ੀ ਖਤਮ ਕਰ ਦਾਂਗੇ, ਭਾਰਤ ਦੀ ਭਾਸ਼ਾ ਹੋ ਜੂਗੀ ਹਿੰਦੀ। ਠੀਕ। ਕਾਂਗਰਸ ਕੀ ਕਰਦੀ ਸੀਗੀ, ਥੋੜਾ ਅੱਗੇ ਵੱਧਦੀ ਪਿੱਛੇ ਹਟਦੀ ਸੀ, ਅੱਗੇ ਵੱਧਦੀ ਸੀ ਪਿੱਛੇ ਹਟਦੀ ਸੀਗੀ। ਜਿਹੜੀ ਬੀਜੇਪੀ ਆ ਇਹ ਨਹੀਂ ਕਰਦੀ, ਇਹ ਅੱਗੇ ਵੱਧਦੀ ਹੈ। ਇੱਕ ਬੰਦੇ ਨੇ ਲਿਖਿਆ ਕਿ ਜਿਹੜਾ ਫਾਸੀਵਾਦ ਹੁੰਦਾ ਉਹ ਸ਼ੇਰ ਦੀ ਸਵਾਰੀ ਕਰਦਾ। ਹੁਣ ਜਦੋਂ ਸ਼ੇਰ ਤੇ ਚੜ ਗਿਆ ਇਹ, ਹੁਣ ਸ਼ੇਰ ਤੋਂ ਉੱਤਰ ਨਹੀਂ ਸਕਦਾ। ਇਹ ਚੜ ਗਿਆ ਤਾਂ ਚੜ ਗਿਆ, ਜੇ ਉਤਰਿਆ ਤਾਂ ਸ਼ੇਰ ਨੇ ਖਾ ਜਾਣਾ ਇਹਨੂੰ, ਹੈ ਨਾ। ਹੁਣ ਬੀਜੇਪੀ ਜੋ ਕਰਦੀ ਹੈ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਆ ਵੀ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ। ਹਿੰਦੂ ਰਾਸ਼ਟਰ ਕੀ ਹੈ? ਹਿੰਦੂ ਕੌਮ। ਉਹਨਾਂ ਦਾ ਕਹਿਣਾ ਕੀ ਆ ਵੀ ਜਿਹੜੇ ਇਹ ਇੰਡਸ ਵੈਲੀ ਜਿਹੜੀ ਆ, ਸਿੰਧੂ ਦਰਿਆ ਆ, ਉਹਦੇ ਇਸ ਪਾਰ ਆ ਸਮੁੰਦਰ ਤੱਕ, ਹਿਮਾਲਿਆ ਤੋਂ ਲੈ ਕੇ ਥੱਲੇ ਸਾਗਰ ਤੱਕ ਜਿੰਨੇ ਵੀ ਲੋਕ ਵਸਦੇ ਆ ਇਹ ਹਿੰਦੂ ਨੇ। ਹੈ ਇੰਡਸ ਤੋਂ ਹਿੰਦੂ ਬਣਿਆ ਸ਼ਬਦ, ਉਹ ਅੰਗਰੇਜ਼ਾਂ ਨੂੰ ਇੰਡੂ ਕਰਦੇ ਕਰਦੇ ਹਿੰਦੂ ਹੋ ਗਿਆ, ਹਿੰਦੂ ਤੋਂ ਇੰਡੀਅਨ ਹੋ ਗਿਆ। ਇਹ ਨਾ ਇਹ ਇੰਡਸ ਤੋਂ ਬਣਿਆ ਹੋਇਆ ਇੰਡੂ, ਮਤਲਬ ਹਿੰਦੂ ਕੋਈ ਧਰਮ ਨਹੀਂ ਸੀਗਾ ਬਈ। ਇਹ ਧਰਤੀ ਜਿਹੜੀ ਆ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਕਹਿੰਦੇ ਆ, ਇੰਡਸ ਦੇ ਸਪਾਰ ਲੋਕ ਉਹ ਹਿੰਦੂ ਨੇ। ਠੀਕ। ਹੁਣ ਆਰਐਸਐਸ ਕਹਿੰਦੀ ਕੀ ਕਹਿੰਦੀ ਹੈ ਵੀ ਜਿਹੜਾ ਮੁਸਲਮਾਨ ਉਹ ਤਾਂ ਬਾਹਰੋਂ ਆਇਆ ਤੇ ਜਿਹੜਾ ਕ੍ਰਿਸਚਨ ਇਹ ਬਾਹਰੋਂ ਆਇਆ, ਇਹਨਾਂ ਨੂੰ ਕੱਢੋ। ਜੇ ਇੱਥੇ ਰਹਿਣਾ ਤਾਂ ਦੋਮ ਦਰਜੇ ਨਾਗਰਿਕ ਬਣੋ। ਜਿਹੜੇ ਬੋਧੀ ਨੇ, ਜੈਨੀ ਨੇ ਤੇ ਆਪਣੇ ਸਿੱਖ ਨੇ, ਇਹ ਹਿੰਦੂਆਂ ਦਾ ਹੀ ਇੱਕ ਹਿੱਸਾ ਹੈ। ਉਹ ਸਿੱਖਾਂ ਦੀ ਬੁਨਿਆਦੀ ਹੋਂਦ ਨੂੰ ਮੰਨਦੇ ਨੇਗੇ। ਨੰਬਰ 1 ਤਾਂ ਦੇਖੋ ਇਹਨਾਂ ਨੇ ਇਹ ਕਰਨਾ ਆਉਣ ਵਾਲੇ ਸਮੇਂ ਤੇ, ਹੁਣ ਬਹੁਤ ਜ਼ੋਰ ਸ਼ੋਰ ਨਾਲ ਕਰ ਰਹੀ ਹੈ ਬੀਜੇਪੀ, ਕਿ ਹਿੰਦੀ ਨੂੰ ਆਪਾਂ ਲੋਕਾਂ ਦੇ ਸੰਘ ਹੇਠ ਉਤਾਰਨਾ। ਜਿਵੇਂ ਕੋਈ ਭਾਸ਼ਾ ਹੁੰਦੀ, ਜਿਵੇਂ ਲੋਕ ਇਕੱਠੇ ਰਹਿੰਦੇ ਅਲੱਗ-ਅਲੱਗ ਭਾਸ਼ਾਵਾਂ ਦੇ, ਇੱਕ ਦੂਜੇ ਨਾਲ ਮਿਲਦੇ ਗਿਲਦੇ, ਇੱਕ ਦੂਜੇ ਦੀ ਭਾਸ਼ਾ ਸਿੱਖ ਜਾਂਦੇ, ਕੋਈ ਇੱਕ ਮਸਲਾ ਨਹੀਂ ਹੁੰਦਾ ਐਡਾ, ਆਪਣੇ ਆਪ ਹੀ ਸਿੱਖ ਜਾਂਦੇ ਆ। ਹੁਣ ਜਿਹੜੇ ਲੋਕ ਇੱਥੇ ਸਕੂਲਾਂ 'ਚ ਨਹੀਂ ਗਏ, ਆਪਣੇ ਪਿੰਡਾਂ ਦੀਆਂ ਹੁਣ ਬੁੜੀਆਂ ਨੇ ਆਪਣੀਆਂ, ਉਹ ਹਿੰਦੀ ਦੇ ਸੀਰੀਅਲ ਦੇਖੀ ਜਾਂਦੀਆਂ, ਹੈ ਨਾ। ਉਹਨਾਂ ਨੇ ਕਿਹੜਾ ਸਕੂਲਾਂ 'ਚ ਜਾ ਕੇ ਹਿੰਦੀ ਸਿੱਖੀ ਹੈ। ਲੋਕੀ ਇੱਕ ਦੂਜੇ ਨੂੰ ਮਿਲਦੇ, ਉਹ ਥੋੜਾ ਬਹੁਤ ਜਿਵੇਂ ਪਿੰਡਾਂ ਵਿੱਚ ਵੀ ਨਾ ਥੋੜੀ ਬਹੁਤ ਟੁੱਟੀ ਫੁੱਟੀ ਹਿੰਦੀ ਬੋਲ ਲੈਂਦੇ ਆ ਲੋਕ, ਕਿਉਂਕਿ ਲੋੜ 'ਚੋਂ ਨਾ ਲੋਕਾਂ ਨੇ ਆਪਸ ਵਿੱਚ ਖਰੀਦੋ ਫਰੋਖਤ ਕਰਨੀ ਹੈ, ਇੱਕ ਦੂਜੇ ਨਾਲ ਕੋਈ ਗੱਲਬਾਤ ਕਰਨੀ, ਉਹਦੇ 'ਚ ਲੋਕਾਂ ਨੂੰ ਲੱਗਦਾ ਵੀ ਜਿਹੜੀ ਭਾਸ਼ਾ ਆਸਾਨੀ ਨਾਲ ਬਹੁਤ ਲੋਕਾਂ ਨਾਲ ਗੱਲ ਕਰ ਸਕਦੇ ਆਪਾਂ, ਉਹ ਸਿੱਖ ਲੈਂਦੇ ਆ। ਜਿਵੇਂ ਸੰਸਾਰ ਪੱਧਰ ਤੇ ਸੰਸਾਰ ਦੇ ਸਾਰੇ ਹੀ ਦੇਸ਼ਾਂ ਦੇ ਵਿੱਚ ਇੱਕ ਸੰਪਰਕ ਦੀ ਭਾਸ਼ਾ ਅੰਗਰੇਜ਼ੀ ਬਣੀ ਹੋਈ ਹੈ ਅੱਜ ਦੁਨੀਆ 'ਚ। ਹੁਣ ਜੇ ਕੋਈ ਇਟਲੀ ਦਾ ਬੰਦਾ ਇੱਥੇ ਘੁੰਮਣ ਆਉਂਦਾ ਤਾਂ ਅੰਗਰੇਜ਼ੀ ਸਿੱਖ ਕੇ ਆਉਂਦਾ ਥੋੜੀ ਬਹੁਤ। ਜੇ ਫਰਾਂਸੀਸੀ ਆਉਂਦਾ ਉਹਨੂੰ ਵੀ ਅੰਗਰੇਜ਼ੀ ਸਿੱਖਣੀ ਪੈਂਦੀ ਆ, ਕਿਉਂਕਿ ਭਾਰਤ ਦੇ ਲੋਕ ਫਰਾਂਸੀਸੀ ਤਾਂ ਨਹੀਂ ਜਾਣਦੇ, ਇੱਥੇ ਅੰਗਰੇਜ਼ੀ ਨਾਲ ਥੋੜਾ ਬਹੁਤ ਉਹਦਾ ਕੰਮ ਚੱਲ ਜਾਂਦਾ। ਇਵੇਂ ਭਾਰਤ ਦੇ ਲੋਕ ਜਿਹੜੇ ਨੇ ਉਹ ਹਿੰਦੀ 'ਚ ਜ਼ਿਆਦਾ ਸੁਵਿਧਾ ਮਹਿਸੂਸ ਕਰਦੇ ਆ। ਜਿਵੇਂ ਹੁਣ ਅਸੀਂ ਨੇਪਾਲੀ ਨਾਲ ਗੱਲ ਕਰਨੀ ਹੋਵੇ ਕਿਸੇ ਨਾਲ, ਨੇਪਾਲ ਦੇ ਲੋਕਾਂ ਦੀ ਭਾਸ਼ਾ ਤਾਂ ਹਿੰਦੀ ਨਹੀਂ ਗਈ, ਹੈ ਨਾ, ਪਰ ਅਸੀਂ ਹਿੰਦੀ 'ਚ ਉਹਨਾਂ ਗੱਲ ਕਰ ਲੈਂਦੇ ਹਾਂ। ਇੱਥੋਂ ਤੱਕ ਅਫਗਾਨਿਸਤਾਨ ਦੇ ਲੋਕਾਂ ਨਾਲ ਵੀ ਹਿੰਦੀ 'ਚ ਗੱਲ ਹੋ ਜਾਂਦੀ ਹੈ ਥੋੜੀ ਬਹੁਤ। ਮਤਲਬ ਭਾਰਤ ਦਾ ਜਿਹੜਾ ਇਹ ਮਤਲਬ ਵੱਡਾ ਹਿੱਸਾ ਹੈ, ਬਹੁਤ ਵੱਡੀ ਆਬਾਦੀ ਹੈ ਜਿਹੜੀ ਹਿੰਦੀ ਭਾਸ਼ਾ ਸਮਝ ਸਕਦੀ ਹੈ। ਬੇਸ਼ੱਕ ਸਭ ਦੀ ਭਾਸ਼ਾ ਹਿੰਦੀ ਨਹੀਂ ਗਈ। ਠੀਕ। ਹੁਣ ਇਹ ਕਹਿੰਦੇ ਨਹੀਂ ਧੱਕੇ ਨਾਲ ਧੱਕਾ ਕਰਨਾ, ਤੁਹਾਨੂੰ ਮਤਲਬ ਹੋਰ ਕੋਈ ਬੋਲਣ ਨਹੀਂ ਦੇਣੀ, ਤੁਹਾਡੀ ਭਾਸ਼ਾ ਖੋਹ ਲੈਣੀ ਹੈ ਨਾ। ਹੁਣ ਜੋ ਧੱਕਾ ਹੁੰਦਾ ਤਾਂ ਫਿਰ ਲੋਕ ਉਹਦਾ ਵਿਰੋਧ ਕਰਦੇ ਨੇ। ਹੁਣ ਐਤਕੀ ਦੇਖੋ ਅਮਿਤ ਸ਼ਾਹ ਦਾ ਬਿਆਨ ਹਿੰਦੀ ਦਿਵਸ ਤੇ ਆਇਆ, ਤੇ ਪਿਛਲੇ ਸਾਲ ਉਹਦਾ ਬਿਆਨ ਜੋ ਆਇਆ ਸੀਗਾ, ਪਿਛਲੇ ਸਾਲ ਉਹਨੇ ਇਹ ਕਿਹਾ ਸੀ ਵੀ ਹਿੰਦੀ ਤਾਂ ਸਿੱਖਣੀ ਪੈਣੀ ਹੈ, ਦੇਸ਼ ਦੀ ਭਾਸ਼ਾ ਹਿੰਦੀ ਹੋ ਸਕਦੀ ਹੈ। ਐਤਕੀ ਗੋਲ ਮੋਲ ਗੱਲ ਕੀਤੀ ਉਹਨੇ। ਹੁਣ ਜਿਹੜੇ ਫਾਸਿਸਟ ਨੇ ਗੋਲ ਮੋਲ ਗੱਲਾਂ ਰਾਹੀਂ ਆਪਣਾ ਅਸਲ ਏਜੰਡਾ ਕਦੇ ਨਹੀਂ ਛੱਡਦੇ, ਉਹ ਚੀਜ਼ ਕਰਦੇ ਰਹਿੰਦੇ ਆ। ਦੂਜਾ ਹੈਗਾ ਇੱਕ ਮੰਡੀ ਬਣਾਉਣਾ, ਜਾਣੀ ਆਰਚਾ ਸਾਂਝਾ ਕਰਨਾ। ਹੁਣ ਬੀਜੇਪੀ ਨੇ ਜਦੋਂ GST ਟੈਕਸ ਲੈ ਕੇ ਆਂਦਾ ਕੁਝ ਸਮਾਂ ਪਹਿਲਾਂ, GST ਟੈਕਸ ਤੁਸੀਂ ਜਾਣਦੇ ਹੋ ਨਾ, ਕੀ ਆਪਣਾ ਗੁਡਸ ਐਂਡ ਸਰਵਿਸਿਜ਼ ਟੈਕਸ ਕਹਿੰਦੇ ਉਹਨੂੰ ਨਾ, ਉਦੋਂ ਬੀਜੇਪੀ ਦਾ ਨਾਰਾ ਸੀ ਇੱਕ ਦੇਸ਼ ਨਹੀਂ, ਇੱਕ ਕੌਮ ਇੱਕ ਮੰਡੀ, ਨਹੀਂ ਸੌਰੀ, ਇੱਕ ਕੌਮ ਇੱਕ ਟੈਕਸ। ਬਈ ਇੱਕ ਦੇਸ਼ ਹੈ, ਟੈਕਸ ਵੀ ਇੱਕ ਹੀ ਹੋਣਾ ਚਾਹੀਦਾ। ਪਹਿਲਾਂ ਕੀ ਸੀ ਨਾ, ਰਾਜ ਸਰਕਾਰਾਂ ਦੇ ਟੈਕਸ ਸੀਗੇ, ਕੁਝ ਰਾਜ ਸਰਕਾਰਾਂ ਕੋਲ ਟੈਕਸ ਇਕੱਠੇ ਕਰਦੀਆਂ ਸੀ ਤੇ ਉਹਨਾਂ ਨੂੰ ਕੁਝ ਆਮਦਨ ਹੁੰਦੀ ਸੀਗੀ। ਠੀਕ। ਹੁਣ GST ਵਿੱਚ ਤਹਿਤ ਕੀ ਹੈ, GST ਕੀ ਕਹਿੰਦਾ, ਕੇਂਦਰ ਸਰਕਾਰ ਸਾਰੇ ਦੇਸ਼ 'ਚੋਂ ਪੈਸਾ ਇਕੱਠਾ ਕਰਦੀ ਹੈ ਤੇ ਲੈ ਜਾਂਦੀ ਆ। ਉਹ ਕਹਿੰਦੀ ਇਕੱਠਾ ਅਸੀਂ ਕਰਾਂਗੇ, ਫਿਰ ਵੱਖ-ਵੱਖ ਸੂਬੇ ਨੂੰ ਵੰਡ ਦਾਂਗੇ। ਹੈ ਹੁਣ ਵੰਡਦੇ ਨਹੀਂ, ਉਹ ਲੈ ਕੇ ਮੁੱਕਰ ਗਏ। ਹੈ ਹੁਣ ਸਾਰੀਆਂ ਰਾਜ ਸਰਕਾਰਾਂ ਰੋਂਦੀਆਂ ਨੇ ਭਾਈ ਸਾਨੂੰ ਪੈਸੇ ਦੇ ਦਿਓ। GST ਦਾ ਪੈਸਾ ਪੰਜਾਬ ਦਾ ਕਿੰਨਾ ਹੈ, ਸ਼ਾਇਦ 43,000 ਕਰੋੜ ਹੈ। ਕੁੱਲ ਜਿਹੜੀਆਂ ਸਾਰੇ ਸੂਬਿਆਂ ਦੇ 1 ਲੱਖ ਕਰੋੜ ਤੋਂ ਵੱਧ ਕੇਂਦਰ ਦੱਬੀ ਬੈਠਾ ਹੈ ਪੈਸਾ, ਉਹ ਦੇ ਨਹੀਂ ਰਿਹਾ ਇਹਨਾਂ ਦਾ ਪੈਸਾ। ਠੀਕ। ਹੁਣ ਕੇਂਦਰ ਸਰਕਾਰ ਕੀ ਕਹਿੰਦੀ ਹੈ, ਕਰਜ਼ਾ ਲੈ ਲਓ। ਵੀ ਤੁਹਾਡੇ ਕੋਲ ਪੈਸਾ ਹੈ ਨਹੀਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਜਾਂ ਹੋਰ ਜੋ ਵੀ ਇਹਨੇ ਕਰਨਾ, ਕਿ ਤੁਸੀਂ ਫਿਰ ਕਰਜ਼ਾ ਲੈ ਲਓ, ਸਾਡੇ ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਕਰਜ਼ਾ ਲੈ ਲਓ। ਉਹ 'ਚ ਕੁਝ ਸਰਕਾਰਾਂ ਨੇ ਇਹ ਕਿਹਾ ਕਿ ਤੁਸੀਂ ਕਰਜ਼ਾ ਲਓ ਤੇ ਸਾਨੂੰ ਦੇ ਦਿਓ ਸਾਡਾ ਹੱਕ ਜਿਹੜਾ। ਹੁਣ GST ਵਾਲੇ ਤੇ ਨਾ ਬਹੁਤ ਵੱਡਾ ਰੌਲਾ ਪਿਆ ਹੋਇਆ। ਪਹਿਲਾਂ ਤਾਂ ਇਹਨਾਂ ਸਰਕਾਰਾਂ ਨੇ ਆਪਣੀਆਂ ਅਸੈਂਬਲੀਆਂ 'ਚ ਕਰਤੇ ਪਾਸ GST, ਹੁਣ ਉਸੇ ਤੇ ਪਛਤਾ ਵੀ ਰਹੀਆਂ ਨੇ। ਹੁਣ ਝਾਰਖੰਡ ਦਾ ਮੁੱਖ ਮੰਤਰੀ ਕਹਿੰਦਾ GST ਨੂੰ ਰੋਲ ਬੈਕ ਕਰੋ। ਇੱਥੇ ਇੱਕ ਰੌਲਾ ਪਿਆ ਹੋਇਆ ਹੈ। ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਮੰਡੀ,
ਇਹ ਜਿਹੜਾ ਖੇਤੀ ਕਾਨੂੰਨ ਕੀ ਆ, ਇਹ ਇੱਕ ਦੇਸ਼ ਇੱਕ ਮੰਡੀ ਬਣਾਉਣ ਦਾ ਪ੍ਰੋਜੈਕਟ ਆ ਬੀਜੇਪੀ ਦਾ, ਠੀਕ। ਉਹਦੇ 'ਚ ਪਿਸ ਰਹੀ ਹੈ ਜਨਤਾ, ਠੀਕ। ਹੁਣ ਇਹ ਕਾਨੂੰਨ ਕੀ ਨੇ, ਥੋੜਾ ਥੋੜਾ ਤੁਸੀਂ ਪੜ੍ਹਿਆ ਹੋਣਾ, ਮੈਨੂੰ ਪਾਣੀ ਦੇ ਦਿਓ ਯਾਰ। ਮਤਲਬ ਇਹ 3 ਕਾਨੂੰਨ ਨੇ। ਥੋੜੀ ਜਿਹੀ ਮੈਂ ਸੰਖੇਪ 'ਚ ਇਹਦੇ ਬਾਰੇ ਦੱਸ ਦਿੰਦਾ ਨਾ, ਜਿਨ੍ਹਾਂ ਲੋਕਾਂ ਨੂੰ ਸਾਥੀਆਂ ਨੂੰ ਨਹੀਂ ਪਤਾ ਹੈਗਾ। ਪਹਿਲੀ ਗੱਲ ਤਾਂ ਇਹ ਆਏ ਕਿਉਂ ਨੇ, ਇਹ ਜਾਣਨਾ ਚਾਹੀਦਾ ਨਾ। ਇਹ ਭਾਰਤ ਦੀ ਜਿਹੜੀ ਵੱਡੀ ਸਰਮਾਏਦਾਰੀ ਹੈ, ਪਲੱਸ ਸਿਰਫ ਭਾਰਤ ਦੀ ਨਹੀਂ, ਜਿਹੜੀਆਂ ਹੋਰ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਦੀ ਇੱਕ ਲੋੜ ਹੈ ਇਹ, ਠੀਕ। ਕੋਈ ਇਸ ਲੋੜ 'ਚ ਆਇਆ ਨਾ। ਪਹਿਲਾ ਕਾਨੂੰਨ ਕੀ ਆ, ਖੇਤੀ ਉਪਜ ਵਪਾਰ ਅਤੇ ਵਣਜ। ਇਹ ਆਰਡੀਨੈਂਸ ਕੇ ਹੁਣ ਕਾਨੂੰਨ ਬਣ ਗਏ ਹੈ। ਰਾਜ ਸਭਾ ਨੇ, ਲੋਕ ਸਭਾ ਨੇ ਪਾਸ ਕਰਤਾ, ਰਾਜ ਸਭਾ ਨੇ ਪਾਸ ਕਰਤਾ, ਰਾਸ਼ਟਰਪਤੀ ਨੇ ਸਾਈਨ ਕਰਤੇ ਉੱਤੇ। ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫਾਰਮ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ। ਹੁਣ ਕਾਨੂੰਨ ਬਣ ਗਿਆ। ਇਹਦੇ ਤਹਿਤ ਕੀ ਆ ਵੀ ਜਿਹੜੇ ਕਿਸਾਨ ਨੇ, ਉਹ ਬੀਜੇਪੀ ਕਹਿੰਦੀ ਇਹ ਕਿਸਾਨਾਂ ਨੂੰ ਅਸੀਂ ਆਜ਼ਾਦੀ ਦੇ ਰਹੇ ਹਾਂ। ਕਾਹਦੀ ਆਜ਼ਾਦੀ ਦੇ ਰਹੇ ਹਾਂ ਵੀ ਜਿਹੜਾ ਹੁਣ ਕਿਸਾਨ ਆ ਉਹ ਕਿਸੇ ਵੀ ਸਟੇਟ ਜਾ ਕੇ ਆਪਣੀ ਫਸਲ ਵੇਚ ਸਕਦਾ। ਨੰਬਰ 2, ਉਹ ਕਿਸੇ ਵੀ ਸ਼ਹਿਰ 'ਚ ਵੇਚ ਸਕਦਾ। ਨੰਬਰ 3, ਉਹ ਜਿਹੜਾ ਮੰਡੀਆਂ ਸੀਗੀਆਂ ਜਿਹਨੇ APMC ਕਹਿੰਦੇ ਆਪਣੇ, APMC ਨਾ ਮੁੱਖ ਤੌਰ ਤੇ ਪੰਜਾਬ ਤੇ ਹਰਿਆਣੇ 'ਚ ਹੀ ਨੇ ਜ਼ਿਆਦਾਤਰ। ਮਤਲਬ APMC ਤੋਂ ਪਹਿਲਾਂ ਜਿਹੜੇ ਕਿਸਾਨ ਸੀ ਉਹਨਾਂ ਮੰਡੀਆਂ ਤੋਂ ਬਾਹਰ ਆਪਣੀ ਫਸਲ ਨਹੀਂ ਸੀ ਵੇਚ ਸਕਦੇ, ਉਹ ਤੋਂ ਬਾਹਰ ਵੀ ਵੇਚ ਸਕਦੇ ਨੇ, ਕਿਤੇ ਹੀ ਵੇਚ ਸਕਦੇ ਆ। ਤੇ ਜਿਹੜਾ ਖਰੀਦਦਾਰ ਆ ਉਹਦੇ ਕੋਲ ਕੋਈ ਲਾਇਸੈਂਸ ਹੋਣਾ ਸਰਕਾਰ ਦਾ ਕੋਈ ਜ਼ਰੂਰੀ ਨਹੀਂਗਾ ਕਿ ਪੰਜਾਬ ਸਰਕਾਰ ਉਹਨੂੰ ਲਾਇਸੈਂਸ ਜਾਰੀ ਕਰੇ। ਉਹਦੇ ਕੋਲ ਬਸ ਪੈਨ ਕਾਰਡ ਹੋਣਾ ਚਾਹੀਦਾ, ਕਿਤੇ ਵੀ ਫਸਲ ਚੱਕ ਸਕਦਾ। ਇਹਦੇ ਨਾਲ ਕੀ ਹੈ, ਜਿਹੜਾ ਨਾ ਮੰਡੀਆਂ ਤੋਂ ਸਰਕਾਰ ਨੂੰ ਆਮਦਨ ਹੁੰਦੀ ਸੀ ਪੰਜਾਬ ਸਰਕਾਰ ਨੂੰ, ਉਹ ਖਤਮ ਹੋ ਜਾਣੀ ਹੈ, ਠੀਕ। ਨੰਬਰ 2 ਹੈਗੀ ਆ, ਇਹਨੂੰ ਆਪਾਂ ਕਹਿੰਦੇ ਦਾ ਫਾਰਮਰਸ ਐਗਰੀਮੈਂਟ ਔਨ ਪ੍ਰਾਈਮ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ। ਪੰਜਾਬੀ 'ਚ ਕੀ ਕਹਾਂਗੇ, ਮੁੱਲ ਬੀਮਾ ਤੇ ਫਾਰਮ ਸੇਵਾਵਾਂ ਆਰਡੀਨੈਂਸ। ਤੇ ਕਿਸਾਨ ਸਮਝੌਤਾ ਨਾਂ ਵੀ ਬੜੇ ਗੁੰਝਲਦਾਰ ਜੇ ਰੱਖਦੇ ਆ ਨਾ, ਤਾਂ ਕਿ ਲੋਕਾਂ ਨੂੰ ਪਤਾ ਜੇ ਨਾ ਲੱਗੇ ਕੁਛ ਹੈ। ਮਤਲਬ ਇਹਦੇ 'ਚ ਕੀ ਆ ਵੀ ਠੇਕਾ ਖੇਤੀ ਜਿਹੜੀ ਆ, ਠੇਕਾ ਖੇਤੀ ਪਹਿਲਾਂ ਵੀ ਦੇਸ਼ ਚੱਲਦੀ ਆ, ਹੁਣ ਵੱਡੇ ਪੱਧਰ ਤੇ ਹੋ ਗਈ। ਵੀ ਜਿਹੜੀਆਂ ਕੰਪਨੀਆਂ ਨੇ ਉਹ ਕੀ ਕਰਨਗੀਆਂ, ਕਿਸਾਨਾਂ ਨਾਲ ਠੇਕਾ ਕਰਨਗੇ ਵੀ ਤੂੰ ਆਹ ਫਸਲ ਬੀਜ, ਅਸੀਂ ਤੇਰੇ ਉੱਥੋਂ ਖੇਤ 'ਚੋਂ ਚੱਕ ਲਾ ਜਾਂਗੇ। ਜਿਨ੍ਹਾਂ ਇਹ 'ਚ ਕਰਨਗੇ ਕਿ ਜਿਨ੍ਹਾਂ 'ਚ ਉਹਨਾਂ ਨੂੰ ਜ਼ਿਆਦਾ ਮੁਨਾਫਾ ਉਹਨਾਂ ਦੇ ਠੇਕੇ ਕਰਨਗੇ। ਜਿਹੜੀਆਂ ਫਸਲਾਂ 'ਚ ਘੱਟ ਮੁਨਾਫਾ, ਬੇਸ਼ੱਕ ਲੋਕਾਂ ਲਈ ਜ਼ਰੂਰੀ ਹੋਣਾ, ਉਹ ਲੋਕਾਂ ਦੀ ਜ਼ਿੰਦਗੀ ਦੇ ਲਈ, ਉਹ ਫਸਲਾਂ ਦੇ ਘਟਾ ਦੇਣਗੇ। ਫਿਰ ਇਹ ਆ ਵੀ ਜਿਹੜੇ ਇਹ ਕੰਪਨੀਆਂ ਠੇਕਾ ਖੇਤੀ ਕਰਾਉਣਗੀਆਂ, ਉਹ ਜਿੰਨਾ ਚਾਹੇ ਜਿਹੜੇ ਖੇਤੀ ਵਸਤਾਂ ਨੇ, ਖੇਤੀ ਜਿਣਸਾਂ ਨੇ, ਵਸਤਾਂ ਨਹੀਂ ਜਿਣਸਾਂ, ਉਹ ਸਟੋਰ ਕਰ ਸਕਦੀਆਂ। ਅਨਲਿਮਿਟਡ ਆ, ਜਿੰਨਾ ਮਰਜ਼ੀ ਉਹ ਸਟੋਰ ਕਰ ਸਕਦੀਆਂ ਨੇ। ਤੀਸਰਾ ਕਾਨੂੰਨ ਹੈਗਾ ਜਿਹੜਾ ਇਹ 1955 ਵਿੱਚ ਕਾਨੂੰਨ ਬਣਿਆ ਸੀਗਾ, ਅਸੈਂਸ਼ੀਅਲ ਕਮੋਡਿਟੀਜ਼ ਐਕਟ। ਉਹਦੇ 'ਚ ਸੋਧ ਕਰਤੀ। ਉਹਦੇ 'ਚ ਇਹੀ ਸੋਧ ਹੀ ਆ। ਸੋਧ ਕੀ ਆ ਵੀ ਜਿਹੜੀਆਂ ਹੁਣ ਮਤਲਬ ਇਹ ਜਮਾਖੋਰੀ ਜਿਹੜੀ ਆ ਪ੍ਰਾਈਵੇਟ ਕੰਪਨੀਆਂ ਨੇ, ਵੱਡੀਆਂ ਕੰਪਨੀਆਂ ਨੇ, ਉਹ ਜਿੰਨਾ ਮਰਜ਼ੀ ਅਨਾਜ, ਤੇਲ, ਹੋਰ ਜਿਹੜੇ ਮਤਲਬ ਆਪਣੀ ਜ਼ਿੰਦਗੀ ਦੇ ਜ਼ਰੂਰੀ ਚੀਜ਼ਾਂ ਨੇ ਉਹ ਜਮ੍ਹਾਂ ਕਰ ਸਕਦੀਆਂ ਨੇ। ਉਹਦੀ ਜਿਹੜੀ ਕੀਮਤ ਕਿਸੇ ਸਮੇਂ ਬਾਜ਼ਾਰ 'ਚ ਹੁੰਦੀ ਹੈ, ਉਹ ਤੋਂ ਦੁੱਗਣੀ ਕੀਮਤ ਤੱਕ ਵੇਚ ਸਕਦੀਆਂ ਨੇ ਹੈ। ਹੁਣ ਇਹਦਾ ਮਤਲਬ ਕੀ ਮਤਲਬ ਅਸਰ ਪਊਗਾ ਨਾ, ਮਤਲਬ ਹੁਣ ਮਤਲਬ ਇਹ ਜਿਹੜਾ ਕਾਨੂੰਨ ਹੈ, ਇਹ ਤਿੰਨਾਂ ਕਾਨੂੰਨਾਂ ਵਿੱਚ ਸਾਂਝੀ ਚੀਜ਼ ਕੀ ਹੈ ਨਾ। ਸਾਂਝੀ ਚੀਜ਼ ਇਹ ਆ ਵੀ ਜਿਹੜੀ ਕਾਲਾ ਬਾਜ਼ਾਰੀ ਤੇ ਜਮਾਖੋਰੀ ਨੂੰ ਹੱਲਾਸ਼ੇਰੀ ਖੁੱਲਾ ਹੱਥ ਦੇਤਾ ਵੀ ਜਿੰਨਾ ਮਰਜ਼ੀ ਤੁਸੀਂ ਕਰੋ। ਅਗਲੀ ਗੱਲ ਕੀ ਹੈ, ਜਿਹੜਾ ਡੀਪੂ ਵਾਲਾ ਪ੍ਰਬੰਧ ਆਪਣੇ ਜਨਤਕ ਵੰਡ ਪ੍ਰਣਾਲੀ ਵਾਲਾ, ਇਹ ਖਤਮ ਹੋ ਜਾਣਾ। ਇਹ ਤਾਂ ਜਿਹੜੀ ਕੇਂਦਰ ਸਰਕਾਰ ਪਹਿਲੇ ਆਪਣੇ ਗਲੋਂ ਫਾਹਾ ਲਾਣਾ ਚਾਹੁੰਦੀ ਸੀਗੀ, ਇਹ ਡਿਪੂਆਂ ਵਾਲਾ ਸਿਸਟਮ। ਹੁਣ ਇਹਦੇ ਤੇ ਅੰਕੜਿਆਂ ਮੁਤਾਬਕ 75 ਤੋਂ 80 ਕਰੋੜ ਜਿਹੜੀ ਨਾ ਭਾਰਤ ਦੀ ਜਨਤਾ ਉਹ ਨਿਰਭਰ ਆ ਇਹਨਾਂ ਉੱਤੇ, ਡਿਪੂਆਂ ਤੇ। ਉਹਨਾਂ ਨੂੰ ਕੁਛ ਨਾ ਕੁਛ ਮਿਲਦਾ ਉੱਥੋਂ। ਇਹਦਾ ਫਸਤਾ ਵੱਢਿਆ ਜਾਣਾ, ਖਤਮ ਹੋ ਜਾਣਾ। ਹੁਣ ਜਿਹੜਾ ਦੇਖੋ ਨਾ, ਇਹਨਾਂ ਦਾ ਵਿਰੋਧ ਕਰਨ ਦਾ ਕੀ ਹੈ ਪੈਂਤੜਾ ਨਾ। ਹੁਣ ਦੇਖੋ ਕਿਸਾਨ ਵੀ ਕਰ ਰਹੇ ਨੇ, ਕਿਸਾਨ ਜਥੇਬੰਦੀਆਂ ਵੀ ਕਰ ਰਹੀਆਂ, ਉਹਨਾਂ ਦਾ ਆਪਣਾ ਪੈਂਤੜਾ ਇਹਦਾ ਵਿਰੋਧ ਕਰਨ ਦਾ। ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਜਾਂ ਮਜ਼ਦੂਰਾਂ ਦੇ ਜਿਹੜੇ ਨੁਮਾਇੰਦੇ ਨੇ, ਉਹ ਆਪਣੇ ਪੈਂਤੜੇ ਤੋਂ ਕਰਨਗੇ। ਮਤਲਬ ਕਈ ਵਾਰ ਹੁੰਦਾ ਨਾ, ਇੱਦਾਂ ਦਾ ਹੁੰਦਾ ਕੋਈ ਅਜਿਹੀ ਮੰਗ ਹੋ ਜਾਂਦੀ ਆ, ਉਹ ਮੰਗ ਸਾਂਝੀ ਬਣ ਜਾਂਦੀ ਆ। ਹੁਣ ਜਿਹੜੇ ਕਿਸਾਨ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਕਿਉਂ ਵਿਰੋਧ ਕਰ ਰਹੀਆਂ ਨੇ? ਵੀ ਇੱਕ ਤਾਂ MSP ਖਤਮ ਹੋ ਜੂਗੀ, ਜਿਹੜੀ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਆ ਉਹ ਖਤਮ ਹੋ ਜੂਗਾ। ਹੁਣ ਘੱਟੋ ਘੱਟ ਸਮਰਥਨ ਮੁੱਲ ਕੀ ਹੈ? ਜਦੋਂ ਇਹ ਚੀਜ਼ਾਂ ਆਈਆਂ ਉਦੋਂ ਭਾਰਤ ਕੀ ਸੀ, ਭੁੱਖਾ ਸੀਗਾ, ਨੰਗ ਸੀਗਾ, ਅਨਾਜ ਬਾਹਰੋਂ ਅਮਰੀਕਾ ਤੋਂ ਮੰਗਵਾਉਣਾ ਪੈਂਦਾ ਸੀਗਾ। ਫਿਰ ਇਹ ਸੀ ਭਾਰਤ ਛੋਟੇ ਕਿਸਾਨਾਂ ਦਾ ਦੇਸ਼ ਸੀ ਵੱਡੇ ਪੱਧਰ ਤੇ, ਉਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਇੱਕ ਸਿਕਿਉਰਿਟੀ, ਇੱਕ ਪ੍ਰੋਟੈਕਸ਼ਨ ਇਹਨਾਂ ਨੇ ਪ੍ਰੋਵਾਈਡ ਕੀਤੀ ਵੀ ਬਹੁਤੀਆਂ ਕੀਮਤਾਂ ਡਿੱਗਣ ਵੀ ਨਹੀਂ ਦੇਵਾਂਗੇ। ਪਹਿਲੀ ਗੱਲ ਤਾਂ ਇੱਕ ਆਪਾਂ
ਜਿਵੇਂ ਮਤਲਬ ਇੱਕ ਖਾਸ ਕੀਮਤ ਤੋਂ ਥੱਲੇ ਕੀਮਤ ਨਹੀਂ ਜਾਣ ਦੇਵਾਂਗੇ, ਉਹਨਾਂ ਨੂੰ ਪ੍ਰੋਟੈਕਸ਼ਨ ਮਿਲੂਗੀ। ਨੰਬਰ 2, ਸਰਕਾਰ ਵੱਡੇ ਪੱਧਰ ਤੇ ਅਨਾਜ ਖਰੀਦ ਕੇ ਸਟੋਰ ਕਰਦੀ ਆ, FCI ਆ, ਪੈਨਸਪ ਆ, ਹਰਿਆਣਾ 'ਚ ਹੈਫਡ ਆ, ਹੋਰ ਕਈ ਇਦਾਂ ਦੀ ਚੀਜ਼ਾਂ ਨੇ ਵੀ ਜਦੋਂ ਅਨਾਜ ਦੀਆਂ ਕੀਮਤਾਂ ਬਹੁਤ ਵੱਧ ਜਾਣਗੀਆਂ, ਜੇ ਬਹੁਤ ਹੱਥੋਂ ਨਿਕਲ ਹੀ ਗਈਆਂ ਕੀਮਤਾਂ, ਤਾਂ ਦੇਸ਼ 'ਚ ਦੰਗੇ ਹੋ ਸਕਦੇ, ਦੰਗੇ ਫਸਾਦ ਹੋ ਸਕਦੇ ਆ, ਲੋਕੀ ਇਹਨਾਂ ਗੋਦਾਮਾਂ ਲੁੱਟਣ ਆ ਜਾਣਗੇ। ਪਹਿਲਾਂ ਹੁੰਦੇ ਰਹੇ ਨੇ, 60ਵੇਂ 'ਚ ਹੋਇਆ ਸੀ ਬੰਗਾਲ 'ਚ ਬਹੁਤ ਵੱਡਾ ਅਨਾਜ ਲਈ ਬਹੁਤ ਵੱਡਾ ਅੰਦੋਲਨ ਹੋਇਆ ਸੀਗਾ ਵੀ ਜਦੋਂ ਵੱਡੀਆਂ ਕੰਪਨੀਆਂ ਇਹਨਾਂ ਦੀ ਕੀਮਤਾਂ ਨੂੰ ਬਹੁਤ ਵਧਾ ਦੇਣਗੀਆਂ ਤਾਂ ਫਿਰ ਸਰਕਾਰੀ ਸਟਾਕ ਤੋਂ ਚੀਜ਼ਾਂ ਵੇਚ ਕੇ ਉਹਨੂੰ ਥੱਲੇ ਲਿਆਂਦਾ ਜਾ ਸਕਦਾ। ਇਹ ਸਿਸਟਮ ਸੀ MSP ਦਾ। ਹੁਣ MSP ਦੇ ਵਿੱਚ ਦੇਖੋ MSP ਕੀ ਹੈ। ਹੁਣ ਕੁੱਲ ਭਾਰਤ ਦੇ 6% ਕਿਸਾਨਾਂ ਨੂੰ MSP ਦਾ ਫਾਇਦਾ ਹੁੰਦਾ, 5 ਜਾਂ 6%, ਬਾਕੀਆਂ ਨੂੰ ਨਹੀਂ ਹੁੰਦਾ ਇਹਦਾ ਕੋਈ ਫਾਇਦਾ। ਨੰਬਰ 2, ਜਿਹੜੀ ਦੇਖੋ ਨਾ ਆਪਾਂ ਸਾਰੇ ਜਾਣਦੇ ਜਿਹੜੇ ਪੰਜਾਬ 'ਚ ਰਹਿਣ ਵਾਲੇ ਆ, ਜਿਹੜੀ ਇਹ ਮਿਲਦੀ ਆ ਕੀਮਤ ਘੱਟੋ ਘੱਟ ਸਮਰਥਨ ਮੁੱਲ, ਇਹ ਕਣਕ ਤੇ ਝੋਨੇ ਤੇ ਹੀ ਮਿਲਦਾ ਨਾ, ਨਰਮੇ ਤੇ ਕਦੇ ਘੱਟ ਹੀ ਮਿਲਦਾ। ਨਰਮਾ ਤਾਂ ਉੱਪਰ ਥੱਲੇ ਹੁੰਦਾ ਰਹਿੰਦਾ, ਜ਼ਿਆਦਾਤਰ ਥੱਲੇ ਹੁੰਦਾ, ਉੱਪਰ ਨਹੀਂ ਹੁੰਦਾ। ਤੇ ਇੱਕ FRP ਆ, ਉਹ ਗੰਨੇ ਤੇ ਮਿਲਦੀ ਹੈ ਨਾ। ਹੁਣ ਗੰਨੇ ਤੇ ਵੀ ਸਰਕਾਰ ਕੀਮਤ ਇਹ ਕਰਦੀ, ਜਿਹੜੇ ਮਿੱਲਾਂ ਇੰਨੇ ਤੋਂ ਖਰੀਦਣਗੀਆਂ, ਉਹ ਆਮ ਤੌਰ ਤੇ ਜਿਹੜੀ ਪ੍ਰਾਈਵੇਟ ਮਿੱਲਾਂ 'ਚ ਉਹ ਕਿਸਾਨਾਂ ਦੇ ਪੈਸੇ ਦੱਬੀ ਰੱਖਦੀਆਂ ਨੇ। ਹੁਣ ਬਾਕੀ ਜਿਹੜੀਆਂ ਫਸਲਾਂ ਨੇ, ਕਿਸਾਨ ਤਾਂ ਸਿਰਫ ਕਣਕ ਝੋਨਾ ਨਹੀਂ ਬੀਜਦੇ, ਹੋਰ ਬਹੁਤ ਸਾਰੀਆਂ ਫਸਲਾਂ ਬੀਜਦੇ ਨੇ, ਠੀਕ, ਉਹਨਾਂ ਤੇ ਨਹੀਂ ਮਿਲਦੀ। ਉਹ ਤਾਂ 23 ਏਜੰਟਸਾਂ ਤੇ ਆ, ਸ਼ਾਇਦ 23 ਜਾਂ 24 ਵੀ ਹੋ ਸਕਦੇ ਨੇ, ਮੇਰੇ ਖਿਆਲ 23 ਤੇ ਆ ਜਿਹੜੀ MSP ਸਰਕਾਰ ਐਲਾਨ ਦੀ ਆ, ਪਰ ਮਿਲਦੀ 2 ਤੇ ਹੀ ਆ ਅਸਲ 'ਚ। ਤੇ 2 ਤੇ ਵੀ ਜੇ ਕੁੱਲ ਦੇਸ਼ 'ਚ ਦੇਖਿਆ ਜਾਵੇ ਤਾਂ MSP ਦਾ ਫਾਇਦਾ ਸਿਰਫ 6% ਜਿਹੜੇ ਦੇਸ਼ ਦੇ ਕਿਸਾਨਾਂ ਨੂੰ ਇਹਦਾ ਫਾਇਦਾ ਹੁੰਦਾ। ਤੇ ਜ਼ਿਆਦਾਤਰ ਇਹ ਪੰਜਾਬ ਤੇ ਹਰਿਆਣਾ ਤੇ ਕੁਛ ਮਤਲਬ ਵੈਸਟਰਨ ਯੂਪੀ, ਜਿਹੜਾ ਪੱਛਮੀ ਯੂਪੀ, ਇੱਥੇ ਇਹ ਫਾਇਦਾ ਹੁੰਦਾ ਹੈ ਨਾ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਇਹ ਤਰਕ ਹੈ ਕਿ ਇਹ ਵੀ ਬਚਿਆ ਰਹਿਣਾ ਚਾਹੀਦਾ MSP ਦਾ ਢਾਂਚਾ, ਠੀਕ, ਵੀ ਇਹਨਾਂ ਫਿਰ ਕਿਸਾਨ ਉੱਜੜ ਜਾਊਗਾ, ਸੱਚੀ ਉੱਜੜ ਜਾਊਗਾ ਜਿਹੜਾ ਕਿਸਾਨ ਲੜ ਰਿਹਾ। ਹੁਣ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਨੇ, ਉਹ 'ਚ ਵੱਡੀ ਗਿਣਤੀ ਗਰੀਬ ਤੇ ਦਰਮਿਆਨੇ ਕਿਸਾਨਾਂ ਦੀ ਆ, ਕਿਉਂਕਿ ਜਿਹੜਾ ਧਨੀ ਕਿਸਾਨ ਆ ਨਾ, ਧਨੀ ਕਿਸਾਨਾਂ ਦਾ ਇੱਕ ਹਿੱਸਾ ਅਜਿਹਾ ਜਿਹੜਾ ਇਹ 'ਚ ਫਾਇਦਾ ਦੇਖਦਾ, ਕੰਟਰੈਕਟ ਫਾਰਮਿੰਗ ਦੇ ਵਿੱਚ ਫਾਇਦਾ, ਜਿਹੜੀ ਵੱਡੀ ਖੇਤੀ ਬੁਰਜੁਆਜੀ ਆ। ਹੁਣ ਅਕਾਲੀ ਦਲ ਦੀ ਬਹੁਤ ਵੱਡੀ ਜਿਹੜੀ ਦੁਬਿਧਾ ਸੀਗੀ ਵੀ ਆਈਏ ਇੱਧਰ, ਆਈਏ ਉੱਧਰ ਜਾਈਏ, ਉਹਦੇ ਪਿੱਛੇ ਇਹਦਾ ਆਧਾਰ ਆ, ਜਿਹੜਾ ਸਮਾਜਿਕ ਆਧਾਰ ਆ, ਜਿਹੜੀ ਕਲਾਸ ਹੈਗਾ ਉਹਦਾ ਇੱਕ ਹਿੱਸਾ ਇਹਦੇ ਉਹ ਚਾਹੁੰਦੇ ਆ ਵੀ ਹੋ ਜਾਵੇ ਤਾਂ ਚੰਗਾ, ਵੀ ਵੱਡੀਆਂ ਕੰਪਨੀਆਂ ਨਾਲ ਕਰਕੇ ਚਾਹੀਏ ਆਪਾਂ ਜ਼ਿਆਦਾ ਕਮਾਈ ਕਰਾਂਗੇ, ਠੀਕ। ਇਸ ਲਈ ਦੀ ਦੁਬਿਧਾ ਰਹੀ। ਹੁਣ ਬਹੁਤ ਸਾਰੇ ਸਿਆਸੀ ਕਾਰਨਾਂ ਕਰਕੇ ਉਹਨੂੰ ਪਿੱਛੇ ਹਟਣਾ ਪੈ ਗਿਆ, ਠੀਕ। ਹੁਣ ਦੇਖੋ ਕਿਸਾਨ ਜਥੇਬੰਦੀਆਂ ਕਹੇ ਜਾਵੇ ਦੋ ਪੈਂਤੜੇ, ਦੋ ਚੀਜ਼ਾਂ ਨੂੰ ਮੇਨਲੀ ਕਰਕੇ, ਮਤਲਬ ਇੱਕ ਤਾਂ ਵੀ MSP ਵਾਲਾ ਸਿਸਟਮ ਬਚਿਆ ਰਹੇ, ਨੰਬਰ 2 ਕਿਸਾਨੀ ਉੱਜੜ ਜਾਊਗੀ, ਇਹਨੂੰ ਬਚਾਓ, ਹੈ। ਇਹਨਾਂ ਤੋਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ। ਫਿਰ ਕੀ ਮਜ਼ਦੂਰ ਜਥੇਬੰਦੀਆਂ ਦਾ ਕੀ ਫਰਜ਼ ਬਣਦਾ? ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਜੋ ਟ੍ਰੇਡ ਯੂਨੀਅਨਾਂ ਹੋ ਗਈਆਂ, ਜਿਹੜੇ ਮਤਲਬ ਕਮਿਊਨਿਸਟ ਹੋ ਗਏ, ਮਾਰਕਸਵਾਦੀ ਹੋ ਗਏ, ਮਜ਼ਦੂਰ ਜਮਾਤ ਦੇ ਨੁਮਾਇੰਦੇ ਆ, ਉਹ ਕੀ ਕਰਨ? ਕੀ ਜਿਣਸਾਂ ਦੇ ਖੇਤੀ ਜਿਣਸਾਂ ਦੇ ਭਾਅ ਵਧਣੇ ਮਜ਼ਦੂਰਾਂ ਦੇ ਹਿੱਤ 'ਚ ਨੇ? ਨਹੀਂ, ਵਿਰੋਧ 'ਚ ਨੇ। ਜੇ ਹੁਣ ਮਤਲਬ ਕਣਕ, ਝੋਨਾ, ਦੁੱਧ ਮਹਿੰਗਾ ਹੁੰਦਾ, ਮਜ਼ਦੂਰ ਕੀ ਖਰੀਦ ਕੇ ਖਾਊਗਾ? ਮਜ਼ਦੂਰ ਦੇ ਤਾਂ ਹਿੱਤ ਦੇ ਖਿਲਾਫ ਹੀ ਹੈ ਨਾ, ਮਜ਼ਦੂਰ ਦੇ ਹਿੱਤ ਦੇ ਖਿਲਾਫ ਹੈ। ਅਗਲੀ ਗੱਲ, ਜਿਹੜੀ ਕਿਸਾਨੀ ਛੋਟੀ ਮਾਲਕੀ ਬਚੀ ਰਹੂਗੀ, ਇਹ ਜੇ ਦੇਖੋ ਹੁਣ ਕੀ 91 ਤੋਂ ਪਹਿਲਾਂ ਬਚੀ ਹੋਈ ਸੀਗੀ। 91 ਤੋਂ ਜਦੋਂ ਦੀ 47 ਤੋਂ ਭਾਰਤ ਵਿੱਚ ਸਰਮਾਏਦਾਰੀ ਵਿਕਾਸ ਸ਼ੁਰੂ ਹੋਇਆ, ਉਦੋਂ ਤੋਂ ਹੀ ਛੋਟੇ ਮਾਲਕਾਂ ਦਾ ਮਜ਼ਦੂਰਾਂ 'ਚ ਰੂਪਾਂਤਰਣ ਸ਼ੁਰੂ ਹੋ ਗਿਆ। 1991 ਤੋਂ ਜਦੋਂ ਦੀ ਨਵ ਉਦਾਰਵਾਦੀ ਨੀਤੀ ਆਈਆਂ, ਕਿਸਾਨਾਂ ਨੂੰ ਜਿਹੜੀ ਮਾੜੀ ਮੋਟੀ ਪ੍ਰੋਟੈਕਸ਼ਨ ਹੁੰਦੀ ਸਰਕਾਰ ਵੱਲੋਂ, ਉਹ ਜਿਵੇਂ ਜਿਵੇਂ ਹਟਦੀ ਗਈ, ਸਬਸਿਡੀ ਘਟਦੀ ਗਈ, ਉਵੇਂ ਉਵੇਂ ਛੋਟੀ ਕਿਸਾਨੀ ਦਾ, ਗਰੀਬ ਕਿਸਾਨੀ ਦਾ ਉਹ ਰੂਪਾਂਤਰਣ ਤੇਜ਼ ਹੋ ਗਿਆ। ਹੁਣ 2001 ਤੋਂ 2011 ਦਰਮਿਆਨ ਜਿਹੜੀ ਜਨਗਣਨਾ ਹੋਈ, ਇਹਦੇ 'ਚ 90 ਲੱਖ ਕਿਸਾਨ ਪਰਿਵਾਰ ਉਹ ਖੇਤੀ ਤੋਂ ਬਾਹਰ ਹੋ ਗਏ। ਮਤਲਬ ਜਿਵੇਂ ਸਪੀਡ ਉਹਦੀ ਬਹੁਤ ਤੇਜ਼ੀ ਨਾਲ ਵਧੀ ਆ। ਨਵ ਉਦਾਰਵਾਦੀ ਦੌਰ ਦੇ ਵਿੱਚ ਭਾਰਤ ਦੇ ਵਿੱਚ ਭੂਮੀਹੀਣਤਾ ਬਹੁਤ ਤੇਜ਼ੀ ਨਾਲ ਵਧੀ ਹੈ। ਜਾਣੀ ਮਜ਼ਦੂਰ ਜਮਾਤ ਦਾ ਆਪਣਾ ਪੈਂਤੜਾ ਇਹ ਵੀ ਇਹ ਖੇਤੀ ਕਾਨੂੰਨ ਹੋਣ ਨਾ ਹੋਣ, ਜੇ ਵਾਪਸੀ ਹੋ ਗਏ ਤਾਂ ਵੀ ਕਿਸਾਨੀ, ਜਿਹੜੀ ਗਰੀਬ ਕਿਸਾਨੀ ਦੇ ਮਜ਼ਦੂਰ ਬਣਨਾ ਹੀ ਬਣਨਾ, ਉਹ ਪ੍ਰਕਿਰਿਆ ਨਹੀਂ ਰੁਕ ਸਕਦੀ, ਠੀਕ। ਹੁਣ ਮਤਲਬ ਕਿਸਾਨ, ਮੈਂ ਤਾਂ ਕਿਸਾਨ ਨਹੀਂ ਗਾ, ਮੈਂ ਤਾਂ ਕਿਸਾਨ ਜਥੇਬੰਦੀਆਂ ਨੁਮਾਇੰਦਾ ਨਹੀਂ ਗਾ। ਹੁਣ ਕਿਸਾਨ ਸੜਕਾਂ ਤੇ ਬੈਠੇ ਵੀ ਤਿੰਨੇ ਕਾਨੂੰਨ ਵਾਪਸ ਹੋਣ, ਮਜ਼ਦੂਰ ਵੀ ਬੈਠਾ ਕਿ ਹਾਂ ਤਿੰਨੇ ਕਾਨੂੰਨ ਵਾਪਸ ਹੋਣ। ਸਾਂਝ ਬਣ ਗਈ, ਬਣ ਸਕਦੀ ਹੈ ਕਿ ਨਹੀਂ ਬਣ ਸਕਦੀ? ਇਦਾਂ ਦੀ ਸਾਂਝ ਬਣ ਸਕਦੀ ਹੈ। ਹੁਣ ਜਿਹੜੇ ਕਿਸਾਨ ਇਸ ਵੇਲੇ ਮੰਗ ਕੀ ਕਰ, ਇਸ ਵੇਲੇ ਨਹੀਂ ਮੰਗ ਕਰ ਰਹੇ ਕਿ ਕਣਕ ਦਾ ਰੇਟ ਵਧਾ ਦਿਓ, ਝੋਨੇ ਦਾ ਰੇਟ ਵਧਾ ਦਿਓ, ਇਹ ਮੰਗ ਨਹੀਂ ਹੈਗੀ। ਉਹ ਇਹ ਜਿਹੜੀ ਪੁਰਾਣਾ ਪ੍ਰਬੰਧ ਆ ਮਿਨੀਮਮ ਸਪੋਰਟ ਪ੍ਰਾਈਸ ਦਾ, ਉਹ ਬਚਿਆ ਰਹੇ, ਇਹਦੇ ਲਈ ਲੜਾਈ ਲੜ ਰਿਹਾ। ਕੀ ਜਿਹੀ ਗੱਲ ਜਿੱਥੇ ਦੋ ਚੀਜ਼ਾਂ ਦਾ ਵਿਰੋਧੀ ਹੋਵੇ, ਕੁਛ ਵਿਰੋਧ ਹੋਵੇ ਤੇ ਮੰਗ ਤੇ ਸਾਂਝ ਹੋਵੇ, ਉਹਦੇ ਤੇ ਸਾਂਝਾ ਕੋਈ ਬਣ ਸਕਦਾ ਕਿ ਨਹੀਂ ਬਣ ਸਕਦਾ? ਇਹ ਇੱਕ ਸਵਾਲ ਹੈ। ਹੁਣ ਸਾਡੇ ਤੇ ਬਹੁਤ ਸਾਰੇ ਲੋਕ, ਬਹੁਤ ਸਾਰੇ ਨਹੀਂ, ਕੁਝ ਲੋਕ ਕੋਈ ਨਾ ਕੋਈ ਸ਼ਰਾਰਤਾਂ ਕਰਦੇ ਰਹਿੰਦੇ ਆ। ਉਹ ਕਹਿੰਦੇ ਹੁਣ ਤੁਸੀਂ ਕਿਸਾਨੀ ਬਾਰੇ 20 ਸਾਲ ਕੁਝ ਹੋਰ ਗੱਲਾਂ ਕਰਦੇ, ਹੁਣ ਕੁਝ ਹੋਰ ਗੱਲਾਂ ਕਰਦੇ ਰਹੇ ਆ। ਹੁਣ ਜਿਹੜੀ ਮੈਂ ਗੱਲ ਕੀਤੀ ਹੋਰ ਗੱਲ ਹੈ, ਜਿਹੜੀ ਤੁਸੀਂ 20 ਸਾਲ ਸੁਣਦੇ ਆ ਉਹੀ ਗੱਲ ਹੀ ਹੈ ਨਾ। ਤੁਹਾਡੇ ਤਾਂ ਕੰਨ ਪੱਕੇ ਹੋਣੇ ਨੇ ਮੇਰੀਆਂ ਗੱਲਾਂ ਸੁਣ ਕੇ।
ਆ ਜਿਹੜੀ ਮੈਂ ਹੁਣ ਗੱਲ ਕਹੀ ਹੈ, ਉਹੀ ਗੱਲ ਜਿਹੜੀ 20 ਸਾਲ ਪਹਿਲਾਂ ਕਰਦੇ ਹੁੰਦੇ ਸੀਗੇ, ਉਹੀ ਗੱਲ ਅਸੀਂ ਹੁਣ ਕਰਦੇ ਹਾਂ। ਇਹਨੂੰ ਬਦਲਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਵੀ ਉਹਦੇ ਬਾਰੇ ਸਾਡੀ ਕੋਈ ਪੋਜੀਸ਼ਨ ਬਦਲ ਗਈ। ਹੁਣ ਗੱਲ ਕੀ ਹੈ, ਇੱਕ ਅਜਿਹਾ ਕੰਜੰਕਚਰ ਬਣ ਗਿਆ ਇਹ, ਜਿਹ 'ਚ ਮਜ਼ਦੂਰਾਂ ਦਾ ਵੀ ਮਸਲਾ, ਕਿਸਾਨਾਂ ਦਾ ਵੀ ਮਸਲਾ। ਕੀ ਕੋਈ ਅਜਿਹੀ ਮੰਗ ਹੋ ਸਕਦੀ ਹੈ ਜਿੱਤੇ ਸਾਂਝ ਬਣ ਸਕੇ? ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਮਤਲਬ ਕਿਸੇ ਪਿੰਡ ਦੇ ਵਿੱਚ ਸੜਕ ਹੈ ਨਹੀਂ, ਸੜਕ ਟੁੱਟੀ ਹੋਈ ਹੈ, ਕਿ ਉਹ ਪਿੰਡ ਦੇ ਸਾਰੇ ਲੋਕਾਂ ਦਾ ਮਸਲਾ ਬਣੂਗਾ? ਮਜ਼ਦੂਰਾਂ ਤੇ ਧਨੀ ਕਿਸਾਨਾਂ ਦਾ ਵੀ ਹਾਂ ਸੜਕ ਬਣੇ। ਕਿ ਆਪਾਂ ਮਜ਼ਦੂਰ ਵਾਲੇ ਕਹਾਂਗੇ ਨਹੀਂ, ਟਰਾਲੀਆਂ ਟਰੈਕਟਰ ਤੁਹਾਡੇ ਚੱਲਣੇ ਆ, ਕਾਰਾਂ ਤੁਹਾਡੀਆਂ ਚੱਲਣੀਆਂ, ਸੜਕ ਟੁੱਟੀ ਰਹਿਣ ਦਿਓ, ਮੈਂ ਤਾਂ ਮਜ਼ਦੂਰ ਹਾਂ, ਮੈਂ ਤਾਂ ਸਾਈਕਲ ਤੇ ਜਾਣਾ, ਮੈਂ ਤਾਂ ਪਾਸੋਂ ਕੱਢ ਲੂੰ ਸਾਈਕਲ ਆਪਦਾ। ਹੈ ਸੜਕ ਤਾਂ ਸਭ ਨੂੰ ਚਾਹੀਦੀ ਹੈ ਨਾ। ਹੁਣ ਜੇ ਸੜਕ ਬਣਦੇ ਧਰਨਾ ਲੱਗਾ ਹੋਇਆ, ਹੁਣ ਕਈ ਕਹਿੰਦੇ ਨਾ ਜੇ ਧਰਨਾ ਤੁਸੀਂ ਜਾਂਦੇ ਹੋ ਤਾਂ ਧਨੀ ਕਿਸਾਨਾਂ ਖਿਲਾਫ ਬੋਲੋ, ਉਹ ਸਾਨੂੰ ਖੜਕਾਉਣਗੇ ਫੜ ਕੇ। ਕਿਉਂ ਬੋਲਾਂਗੇ? ਉਹ ਤਾਂ ਸਾਂਝੇ ਮੋਰਚੇ ਦੀ ਭਾਵਨਾ ਦੇ ਖਿਲਾਫ ਹੋ ਗਿਆ। ਹੁਣ ਮਤਲਬ ਸੜਕ ਲਈ ਮੋਰਚਾ ਲੱਗਾ ਮਜ਼ਦੂਰਾਂ ਤੇ ਸਭ ਦਾ, ਉੱਥੇ ਮਜ਼ਦੂਰ ਜਿੱਥੇ ਨੁਮਾਇੰਦਾ ਕਰੇ ਨਾ, ਆ ਟਰਾਲੀਆਂ ਝੋਨੇ ਲੱਗਦੀਆਂ, ਤੁਹਾਡੀਆਂ ਜਾਣੀਆਂ, ਤੁਹਾਡੀਆਂ ਕਿੰਨੇ ਦੀ ਟਰਾਲੀਆਂ ਜਾਣੀਆਂ ਪਿੰਡੋਂ, ਸਾਨੂੰ ਕਿੰਨਾ ਕੁ ਫਾਇਦਾ ਹੋਣਾ? ਤੁਹਾਡੀ ਟਰਾਲੀ ਉਲਟ ਗਈ ਟੁੱਟੀ ਸੜਕ ਤੇ, ਫਿਰ ਤੁਹਾਨੂੰ ਪਤਾ ਲੱਗੂ। ਫਿਰ ਇਹ ਕੋਈ ਸਾਂਝਾ ਮੋਰਚਾ ਹੋਊਗਾ? ਸਾਂਝੇ ਮੋਰਚੇ ਦੀ ਸਾਂਝੀ ਮੰਗ ਇਹ ਬਣਦੀ ਆ ਕਿ ਸੜਕ ਬਣੇ ਭਾਈ। ਠੀਕ ਹੈ, ਸੜਕ ਬਣਨ ਦਾ ਫਾਇਦਾ ਜ਼ਿਆਦਾ ਉਹਨਾਂ ਨੂੰ ਹੀ ਹੋਣਾ ਜਿਹਨਾਂ ਕੋਲ ਕਾਰਾਂ ਨੇ, ਜਿਨ੍ਹਾਂ ਦਾ ਮਾਲ ਮੰਡੀ ਜਾਂਦਾ, ਉਹਨਾਂ ਨੂੰ ਜ਼ਿਆਦਾ ਫਾਇਦਾ ਹੋਣਾ, ਮਜ਼ਦੂਰ ਨੂੰ ਘੱਟ ਫਾਇਦਾ ਹੋਣਾ। ਨੰਬਰ 2, ਇੱਕ ਹੋਰ ਉਦਾਹਰਨ ਦਿੰਦਾ ਮੈਂ ਇੱਦਾਂ ਤੁਹਾਨੂੰ। ਮਤਲਬ ਆਪਾਂ ਇਹ ਮੰਗ ਕਰਦੇ ਹਾਂ ਵੀ ਸਭ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਹੋਵੇ। ਫਿਰ ਆਪਾਂ ਨੂੰ ਇਹ ਕਹਿਣਾ ਚਾਹੀਦਾ ਵੀ ਨਹੀਂ, ਜਿਹੜੇ ਇਹ ਕਿਸਾਨ ਨੇ, ਕਿਸਾਨਾਂ ਦੇ ਪੁੱਤ ਤੇ ਧੀਆਂ ਨੇ, ਇਹਨਾਂ ਦਾ ਮਾਫ ਨਾ ਹੋਵੇ, ਜਿਹੜੇ ਮਜ਼ਦੂਰਾਂ ਦੇ ਪੁੱਤ ਧੀਆਂ ਨੇ ਉਹਨਾਂ ਦਾ ਹੋ ਜਾਵੇ। ਫਿਰ ਤਾਂ ਇਹ ਮੰਗ ਬਣੂਗੀ, ਇਹ ਮੰਗ ਦਾ ਜਲੂਸ ਨਿਕਲ ਜਾਊਗਾ। ਜੇ ਆਪਾਂ ਕਹੀਏ ਵੀ ਇਹਨਾਂ ਦੇ ਜਿਹੜੇ ਅਮੀਰਾਂ ਦੇ ਬੱਚਿਆਂ ਦੇ ਫੀਸ ਨਾ ਮਾਫ ਹੋਵੇ ਤੇ ਗਰੀਬਾਂ ਦੇ ਬੱਚਿਆਂ ਦੀ ਹੋਵੇ, ਅੱਜ ਤੱਕ ਤਾਂ ਭਾਰਤ ਦੀ ਕੌਮਸ ਲੈਰ ਨੇ ਕਿਸੇ ਨੇ ਮੰਗ ਉਠਾਈ ਨਹੀਂ ਵੀ ਜਿਹੜੀ ਆਪਾਂ ਸਭ ਨੂੰ ਸਿੱਖਿਆ, ਸਭ ਨੂੰ ਰੁਜ਼ਗਾਰ ਦੀ ਗੱਲ ਕਰਦੇ ਹਾਂ, ਸਭ ਨੂੰ ਮੁਫਤ ਲਾਜ਼ਮੀ ਸਿੱਖਿਆ ਦੀ ਗੱਲ ਕਰਦੇ ਹਾਂ। ਹੁਣ ਜੇ ਸਭ ਨੂੰ ਮੁਫਤ ਸਿੱਖਿਆ ਲਾਜ਼ਮੀ ਇਹ ਗੱਲ ਲਾਗੂ ਹੋ ਜਾਵੇ, ਇਹ ਹੋ ਜਾਂਦੀ ਹੈ। ਮਤਲਬ ਇਹ ਸਮਾਜਵਾਦੀ ਮੰਗ ਨਹੀਂ ਗੀ, ਇਹ ਬਹੁਤ ਸਾਰੇ ਸਰਮਾਏਦਾਰੀ ਦੇਸ਼ਾਂ 'ਚ ਮੁਫਤ ਸਿੱਖਿਆ ਮਿਲਦੀ ਹੈ, ਰੁਜ਼ਗਾਰ ਨਹੀਂ ਮਿਲ ਸਕਦਾ। ਰੁਜ਼ਗਾਰ ਸਰਮਾਏਦਾਰੀ ਸਭ ਨੂੰ ਨਹੀਂ ਦੇ ਸਕਦੀ, ਸਰਮਾਏਦਾਰੀ ਪ੍ਰਬੰਧ ਵੀ ਸੰਭਵ ਨਹੀਂ ਗਾ, ਉਹ ਸਮਾਜਵਾਦ 'ਚ ਹੀ ਹੋਊਗਾ। ਹੁਣ ਸਭ ਨੂੰ ਮੁਫਤ ਸਿੱਖਿਆ ਬਹੁਤ ਸਾਰੇ ਸਰਮਾਏਦਾਰੀ ਦੇਸ਼ਾਂ ਵਿੱਚ ਸੰਭਵ ਆ। ਹੁਣ ਮੰਨ ਲਓ ਅਸੀਂ ਮੰਗ ਤੇ ਖੜਾ ਕੀਤਾ ਅੰਦੋਲਨ ਤੇ ਸਭ ਨੂੰ ਸਿੱਖਿਆ ਫਰੀ ਹੋ ਗਈ, ਫਿਰ ਤਾਂ ਫਾਇਦਾ ਕੀ ਹੋ, ਕਿਹਨੂੰ ਜ਼ਿਆਦਾ ਹੋਊਗਾ ਫਾਇਦਾ? ਹੈ ਮਤਲਬ ਹੁਣ ਕੁਛ ਲੋਕ ਕਹਿੰਦੇ ਨਾ ਕਿਸਾਨਾਂ ਨੂੰ ਉੱਜੜ ਜਾਣ ਦਿਓ, ਕਿਸਾਨਾਂ ਦਾ ਉੱਜੜ ਜਾਣ ਦਿਓ, ਨਾ ਉਹ ਲਿਖੀ ਜਾਂਦੇ ਆ। ਮਤਲਬ ਇਹ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਵਿੱਚ ਬਦਲਣ ਦੀ ਨਿਰਪੇਖ ਐਬਸੋਲੂਟਲੀ ਨਹੀਂ ਹਮਾਇਤ ਕੀਤੀ ਜਾ ਸਕਦੀ। ਜੇ ਐਬਸੋਲੂਟਲੀ ਤੁਸੀਂ ਹਮਾਇਤ ਕਰਨੀ ਹੋਵੇ ਤਾਂ ਨੰਦੀਗ੍ਰਾਮ 'ਚ ਵੀ ਹਮਾਇਤ ਕਰਨੀ ਚਾਹੀਦੀ ਸੀਗੀ, ਤੁਹਾਨੂੰ ਸਿੰਗੂਰ 'ਚ ਵੀ ਹਮਾਇਤ ਕਰਨੀ ਚਾਹੀਦੀ ਸੀ, ਜਿੱਥੇ ਕਿਸਾਨਾਂ ਦੀ ਜ਼ਮੀਨਾਂ ਧੱਕੇ ਨਾਲ ਖੋਹੀਆਂ ਜਾਂਦੀਆਂ, ਵੱਡੇ ਕਾਰਪੋਰੇਟ ਘਰਾਣੇ ਖੋਹੇ ਜਾਂਦੇ ਆ। ਜਾਂ ਪਿੱਛੇ ਜੇ ਮੋਦੀ ਨੇ ਕਾਨੂੰਨ ਲੈ ਕੇ ਆਂਦਾ ਸੀਗਾ ਉਹ ਜ਼ਮੀਨ ਇੱਥੇ ਆਉਣ ਦਾ, ਉਹਦੇ ਤੁਹਾਨੂੰ ਹੱਕ 'ਚ ਖੜਨਾ ਚਾਹੀਦਾ ਸੀਗਾ ਨਾ। ਇਹਦੀ ਨਿਰਪੇਖ ਨਹੀਂ ਹਮਾਇਤ ਹੁੰਦੀ। ਮਤਲਬ ਕੁਝ ਚੀਜ਼ਾਂ ਹਿਸਟੋਰੀਕਲੀ ਪ੍ਰੋਗਰੈਸਿਵ ਹੁੰਦੀਆਂ, ਕਈ ਵਾਰ ਹਰ ਮਾਮਲੇ 'ਚ ਪੋਲੀਟੀਕਲੀ ਉਹ ਪ੍ਰੋਗਰੈਸਿਵ ਨਹੀਂ ਚੀਜ਼ ਹੋ ਸਕਦੀ। ਇਸ ਲਈ ਹੁਣ ਨੰਦੀਗ੍ਰਾਮ ਦੇ ਵਿੱਚ ਆਪਾਂ ਖੜੀ ਹਾਂ, ਕਿਸਾਨਾਂ ਨੂੰ ਮਾਰ ਹੀ ਸਰਕਾਰ ਚੰਗਾ ਕਰ ਰਹੀ ਹੈ, ਜ਼ਮੀਨਾਂ ਖੋਰੀਆਂ, ਇਹ ਤਾਂ ਬਹੁਤ ਮੂਰਖਤਾਪੂਰਨ ਗੱਲ ਹੋ ਗਈ, ਬਹੁਤ ਬੇਵਕੂਫੀ ਭਰੀ ਇਹ ਗੱਲ ਬਣ ਜਾਊਗੀ। ਠੀਕ ਹੈ ਨਾ। ਹੁਣ ਮਤਲਬ ਇੱਦਾਂ ਨਹੀਂ, ਹੁਣ ਜਿਵੇਂ ਆਪਾਂ ਸਿੱਖਿਆ ਵਾਲੀ ਗੱਲ ਕੀਤੀ, ਹੁਣ ਜਿਵੇਂ ਹੁਣ ਕਹੇ ਇਹਨਾਂ ਕੀ ਹੋਊਗਾ ਨਾ ਵੀ ਕਿਸਾਨਾਂ ਦੀ ਜ਼ਮੀਨਾਂ ਬਚ ਜਾਣੀਆਂ ਕੁਝ ਸਮੇਂ ਲਈ, ਉਹ ਫਿਰ ਧਰੂਵੀਕਰਨ ਰੁਕ ਜਾਣਾ। ਧਰੂਵੀਕਰਨ ਰੁਕੂਗਾ ਜੇ ਮਤਲਬ ਇੱਕ ਕਿਸਾਨ ਮੇਰੇ ਗੱਲਾਂ ਦਾ ਗਲਤ ਮਤਲਬ ਲਿਓ, ਜੇ ਠੀਕ ਢੰਗ ਨਾਲ ਸਮਝੋ ਭਰਾਵੋ ਤੇ ਭੈਣੋ। ਤੇ ਕੀ ਹੈ, ਜਿਵੇਂ ਇੱਕ ਕਿਸਾਨ ਆਪਣੇ ਬੱਚੇ ਦੀ ਫੀਸ ਤੇ ਮਹੀਨੇ ਦਾ, ਸਾਲ ਦਾ ਕਿੰਨਾ ਖਰਚਾ ਕਰਦਾ ਹੋਊਗਾ? ਲੱਖ ਰੁਪਏ ਖਰਚ ਤਾਂ ਹੋ ਜਾਂਦਾ ਹੁਣ ਅੱਜ ਕੱਲ੍ਹ, ਪ੍ਰਾਈਵੇਟ ਸਿੱਖਿਆ ਹੋ ਗਈ, 2 ਬੱਚਿਆਂ ਤੇ 2 ਲੱਖ, ਜਾਣੀ ਉਹਨੂੰ 2 ਲੱਖ ਸਬਸਿਡੀ ਹੋ ਗਈ ਸਰਕਾਰ ਵੱਲੋਂ, ਜਿਹੜੀ ਮਾਫੀ ਆ। ਉਹਨਾਂ ਵੀ ਤਾਂ ਪੋਲਰਾਈਜੇਸ਼ਨ ਰੁਕਦੀ ਹੈ ਨਾ ਕਿਸਾਨਾਂ ਦੀ। ਇੱਦਾਂ ਦੀ ਫਿਰ ਬਹੁਤ ਸਾਰੀਆਂ ਮੰਗਾਂ ਉਹ ਬੇਵਕੂਫੀ ਭਰੀਆਂ ਗੱਲਾਂ ਬਣ ਜਾਂਦੀਆਂ। ਅੱਜ ਸਾਡੀ ਇੱਕ ਸਾਂਝੀ ਮੰਗ ਬਣਦੀ ਆ। ਮਜ਼ਦੂਰਾਂ ਦੀ ਮੰਗ ਕੀ ਬਣਦੀ ਆ? ਮਜ਼ਦੂਰ ਕਿਹੜੇ ਪੈਂਤਰੇ ਤੋਂ ਵਿਰੋਧ ਕਰਦਾ ਇਹਦਾ? ਨੰਬਰ 1, ਇਹਨਾਂ ਜਨਤਕ ਵੰਡ ਪ੍ਰਣਾਲੀ ਦਾ ਭੱਠਾ ਵਹਿ ਜਾਣਾ। ਨੰਬਰ 2, ਕੀਮਤਾਂ ਜਿਹੜੀਆਂ ਇਹ ਦੇਖੋ, ਇਹ ਜਿਹੜੀ ਜ਼ਿੰਦਗੀ ਦੀ ਜ਼ਰੂਰੀ ਚੀਜ਼ਾਂ ਨੇ, ਹੈ ਜੇ ਆਪਾਂ ਰੋਜ਼ ਖਾਣਾ ਹੁੰਦਾ, 3 ਟਾਈਮ ਖਾਂਦੇ ਆ, ਹੋ ਸਕਦਾ ਕੋਈ 2 ਟਾਈਮ ਖਾਂਦਾ ਹੋਵੇ, ਬਿੱਲੂ ਤਾਂ 2 ਟਾਈਮ ਹੀ ਖਾਂਦਾ, ਤੇ 2 ਟਾਈਮ ਨਾਲ ਸਰ ਜਾਂਦਾ, ਕਈਆਂ ਦਾ 3 ਟਾਈਮ ਨਾਲ ਸਰਦਾ, ਕੋਈ ਸਾਰਾ ਦਿਨ ਖਾਈ ਜਾਂਦੇ ਆ ਨਾ, ਉਹਨਾਂ ਦਾ ਕੰਮ ਹੀ ਕੋਈ ਨਹੀਂ ਗਾ ਨਾ। ਚਲੋ ਜਾਣੀ ਖਾਧੇ ਬਿਨਾਂ ਸਰ ਤਾਂ ਨਹੀਂ ਸਕਦਾ ਬੰਦਾ 1 ਦਿਨ 2 ਦਿਨ, ਇਹ ਜ਼ਿੰਦਗੀ ਦੀ ਬੁਨਿਆਦੀ ਜ਼ਰੂਰਤ, ਜੀਣਾ ਤੁਹਾਨੂੰ ਖਾਣਾ ਪੈਣਾ। ਠੀਕ, ਇਹਦਾ ਸਰਕਾਰ ਨਿੱਜੀਕਰਨ ਕਰ ਰਹੀ ਹੈ। ਆਪਾਂ ਬਿਜਲੀ ਬੋਰਡ ਦਾ ਨਿੱਜੀਕਰਨ ਦਾ, ਬਿਜਲੀ ਬਿਨਾਂ ਸਰ ਜਾਂਦਾ, ਹਲੇ ਪਹਿਲਾਂ ਸਰਦਾ ਹੀ ਰਿਹਾ ਹੈ। ਸਿੱਖਿਆ ਦਾ ਨਿੱਜੀਕਰਨ ਕਰ ਦੂਗੀ ਨਾ, ਉਹਦੇ ਬਿਨਾਂ ਵੀ, ਸਿੱਖਿਆ ਬਿਨਾਂ ਵੀ ਸਰੀ ਜਾਂਦਾ। ਜਿਹੜੀ ਅਨਪੜ੍ਹ ਜਨਤਾ ਕਿਹੜਾ ਮਰ ਗਈ? ਮੈਂ ਨਹੀਂ ਕਹਿੰਦਾ ਸਿੱਖਿਆ ਨਿੱਜੀਕਰਨ ਹੋਣਾ ਚਾਹੀਦਾ, ਪਰ ਜੇ ਅਨਾਜ ਦਾ ਨਿੱਜੀਕਰਨ ਹੋਗਾ ਫਿਰ ਬਣੂਗੀ, ਹੈ ਨਾ। ਹੁਣ ਦੇਖੋ ਜਿਹੜੀ ਫਸਲਾਂ ਨੇ, ਹੁਣ ਗੰਢੇ ਦੇਖੋ ਅੱਜ ਕੱਲ੍ਹ ਕੀ ਰੇਟ ਵਿਕ ਰਹੇ ਨੇ, ਹੁਣ 60 ਰੁਪਏ ਚੱਲ ਰਿਹਾ ਰੇਟ ਗੰਢਿਆਂ ਦਾ। ਠੀਕ, ਇਹ 200 ਰੁਪਏ ਵੀ ਕਿਲੋ ਹੋ ਜਾਂਦਾ। ਸਰਕਾਰ ਕਹਿੰਦੀ ਜੇ 200 ਰੁਪਏ ਕਿਲੋ, ਜੇ 400 ਤੱਕ ਹੋ ਗਿਆ ਤਾਂ ਵੀ ਅਸੀਂ ਦਖਲ ਨਹੀਂ ਦੇਣਾ, ਵੇਚੋ 400 ਰੁਪਏ ਕਿਲੋ। ਹੁਣ ਗੰਢਾ, ਅਦਰਕ ਮਹਿੰਗਾ ਹੋ ਗਿਆ, ਟਮਾਟਰ ਮਹਿੰਗਾ ਹੋ ਗਿਆ, ਬੰਦਾ ਨਹੀਂ ਤੜਕਾ ਲਾਉਂਦਾ ਹੈ ਨਾ, ਗਰੀਬ ਬੰਦਾ। ਆਪਾਂ ਜਾਣਦੇ ਹਾਂ ਪਿੰਡਾਂ ਦੇ ਮਜ਼ਦੂਰਾਂ ਤੇ ਸ਼ਹਿਰੀ ਮਜ਼ਦੂਰਾਂ ਦੀ ਜੋ ਹਾਲਤ ਹੁੰਦੀ, ਉਹ ਤੋਂ ਬਿਨਾਂ ਸਰ ਜਾਂਦਾ, ਪਰ ਚੌਲਾਂ ਬਿਨਾਂ ਤੇ ਕਣਕ ਬਿਨਾਂ ਕਿੱਦਾਂ ਸਰੂਗਾ ਬਈ?
ਹੁਣ ਜਿਹੜੇ ਇਹ ਆ ਅੱਜ ਮੈਂ ਕਿਸੇ ਬੰਦੇ ਨੇ ਦੱਸਿਆ ਜਿਹੜਾ ਅਦਾਨੀ ਦਾ ਗੋਦਾਮ ਆ ਇੱਥੇ ਪਤਾ ਨਹੀਂ ਕਹਿੰਦਾ ਕਿੰਨੇ ਲੱਖ ਬੋਰੀ ਲੱਖਾਂ ਲੱਖਾਂ ਟਨ ਇਹਨਾਂ ਨੇ ਜਮ੍ਹਾਂ ਕਰ ਲੈਣਾ ਤੇ ਫਿਰ ਮਨਮਾਨੀਆਂ ਕੀਮਤਾਂ ਵਸੂਲਣੀਆਂ ਜਦੋਂ ਮੋਨੋਪੋਲੀ ਉਹਨਾਂ ਦੀ ਕਾਇਮ ਹੋ ਜਾਂਦੀ ਹੈ। ਹੁਣ ਕੀਮਤ ਥੱਲੇ ਆ ਗਈ, ਗੰਢਾ ਥੱਲੇ ਆ ਜਾਂਦਾ। ਗੰਢਾ ਕਿੰਨਾ ਕੁ ਥੱਲੇ ਆਉਂਦਾ ਅੱਜ ਕੱਲ੍ਹ 20 ਰੁਪਏ ਤੋਂ ਥੱਲੇ ਤਾਂ ਨਹੀਂ ਆਉਂਦਾ ਨਾ। ਆ ਹੁਣ 20 ਰੁਪਏ ਲੋਕੀ ਕਹਿੰਦੇ ਸਸਤਾ ਹੋ ਗਿਆ ਹੈ ਨਾ। ਚਲੋ ਹੁਣ ਜਦੋਂ ਉਹ 200 ਰੁਪਏ ਕਿਲੋ ਹੋ ਜਾਂਦਾ ਗੰਢੇ ਬਿਨਾਂ ਫਿਰ ਸਾਰ ਲੈਂਦੇ ਲੋਕ, ਤਾਂ ਛੱਡੋ ਪਰੇ ਗੰਢਾ ਨਹੀਂ ਖਾਂਦੇ। ਇਵੇਂ ਜਦੋਂ ਅਨਾਜ ਦੀਆਂ ਕੀਮਤਾਂ ਥੱਲੇ ਆਣਗੀਆਂ, ਬਾਈ ਚਾਂਸ ਕਿਤੇ ਥੱਲੇ ਵੀ ਆ ਸਕਦੀਆਂ ਨੇ, ਮੰਡੀ 'ਚ ਉਤਾਰ ਚੜਾਉਂਦੇ ਆ, ਤਾਂ ਲੋਕਾਂ ਨੂੰ ਮੌਜ ਹੋ ਜੂਗੀ ਹੈ, ਖੁਸ਼ ਹੋ ਜਾਣਗੇ ਲੋਕ ਵੀ ਕਣਕ ਜਿਹੜੀ ਉਹ 10 ਰੁਪਏ ਕਿਲੋ ਮਿਲ ਰਹੀ। ਗਰੀਬ ਬੰਦਾ ਤਾਂ ਖੁਸ਼ ਹੀ ਹੋਊਗਾ। ਜੇ ਕਣਕ 200 ਰੁਪਏ ਕਿਲੋ ਹੋਗੀ ਫਿਰ ਬੰਦਾ ਕੀ ਕਰੂਗਾ ਬਈ? ਫਿਰ ਮਰੂਗਾ, ਭੁੱਖਮਰੀ ਇਸ ਦੇਸ਼ 'ਚ ਫੈਲੂਗੀ। ਮਜ਼ਦੂਰ ਇਸ ਲਈ ਵਿਰੋਧ ਕਰਦਾ ਇਹਦਾ। ਜਮਾਖੋਰੀ, ਕਾਲਾ ਬਾਜ਼ਾਰੀ ਨੂੰ ਸਰਕਾਰ ਨੇ ਖੋਲ੍ਹ ਦੇਤੀ। ਇਸ ਦੇਸ਼ ਦੇ 80 ਕਰੋੜ ਤੋਂ ਵੱਧ ਲੋਕ ਮਜ਼ਦੂਰ ਤੇ ਅਰਧ ਮਜ਼ਦੂਰ ਨੇ, ਤੇ ਉਹਨਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਨੰਬਰ 2, ਡਿਪੂਆਂ ਵਾਲਾ ਪ੍ਰਬੰਧ ਖਤਮ ਹੋ ਜਾਣਾ, ਇਸ ਲਈ ਮਜ਼ਦੂਰ ਨੂੰ ਵਿਰੋਧ ਕਰਨਾ ਚਾਹੀਦਾ ਇਹਦਾ। ਨੰਬਰ 3, ਜਿਹੜੇ ਮੰਡੀਆਂ 'ਚ ਲੱਗੇ ਹੋਏ ਲੋਕ, FCI 'ਚ ਲੱਗੇ ਹੋਏ ਆ, ਜਿਹੜੇ ਪੱਕੇ ਮੁਲਾਜ਼ਮ ਨੇ, ਕੱਚੇ ਵੀ ਆ ਪੱਕੇ ਵੀ ਆ। ਪੱਕਾ ਮੁਲਾਜ਼ਮ ਉਹਦੀ ਵੈਬਸਾਈਟ ਤੇ ਮੈਂ ਦੇਖਿਆ 20,000 ਆ ਹੈ। ਪੰਸਪ ਆ ਪੰਜਾਬ ਦੇ ਵਿੱਚ, ਪੰਜਾਬ ਵੇਅਰਿੰਗ ਹਾਊਸਿੰਗ ਕਾਰਪੋਰੇਸ਼ਨ ਹੈ, ਹਰਿਆਣੇ 'ਚ ਹੈਫਿਡ ਹੈ ਨਾ। ਇਹਨਾਂ 'ਚ ਕੁੱਲ ਮਿਲਾ ਕੇ 2.5-3 ਲੱਖ ਵਰਕਰ ਕੰਮ ਕਰਦਾ। ਇਹਨਾਂ ਦਾ ਰੁਜ਼ਗਾਰ ਗਿਆ। ਜਿਹੜਾ ਕੱਚਾ ਦੇਖੋ ਇਹਨਾਂ ਵਿੱਚ, ਉਹ ਤਾਂ ਚਲੋ ਮੰਡੀਆਂ 'ਚ ਉਹਨਾਂ ਨੂੰ ਮਜ਼ਦੂਰਾਂ ਦੀ ਲੋੜ ਪੈਣੀ ਹੈ, ਕਿਤੇ ਨਾ ਕਿਤੇ ਐਡਜਸਟ ਹੋ ਜਾਊ। ਜਿਹੜਾ ਪੱਕੇ ਦੀ ਨੌਕਰੀ ਗਈ, ਖਤਮ ਹੋ ਗਈ ਨਾ। ਇਹ ਜਿਹੜੇ ਮਤਲਬ ਮਜ਼ਦੂਰ ਜਮਾਤ ਦੇ ਇਹਦਾ ਵਿਰੋਧ ਕਰਨ ਦੇ ਤਿੰਨ ਨੁਕਤੇ ਬਣਦੇ ਆ। ਨੰਬਰ 1, ਜਮਾਖੋਰੀ, ਕਾਲਾ ਬਾਜ਼ਾਰੀ ਕਰਕੇ ਇਸ ਦੇਸ਼ ਦੀ ਬਹੁ ਗਿਣਤੀ ਜਿਹੜੀ ਆ ਉਹ ਖਰੀਦ ਕੇ ਖਾਂਦੀ ਹੈ ਮੱਧ ਵਰਗੀ ਲੋਕਾਂ ਤੱਕ। ਇਸ ਕਰਕੇ ਵਿਰੋਧ ਕਰਨਾ ਚਾਹੀਦਾ। ਡਿਪੂਆਂ ਦਾ ਪ੍ਰਬੰਧ ਦਾ ਭੋਗ ਪੈ ਜਾਣਾ, ਇਸ ਲਈ ਵਿਰੋਧ ਕਰਨਾ ਚਾਹੀਦਾ। ਨੰਬਰ 3, ਜਿਹੜੇ ਇਹ ਨੌਕਰੀ ਜਾਰੀ ਉਹ ਕਿੰਨੇ ਦੀ ਹੁਣ ਕਹੀਏ ਵੀ 3 ਲੱਖ ਬੰਦਾ, 2.5 ਲੱਖ ਬੰਦਾ, ਇੰਨੇ ਦੀ ਕੀ ਗੱਲ ਹੁੰਦੀ ਹੈ ਨਾ। ਆਪਾਂ ਕਹਿੰਦੇ 2 ਬੰਦਿਆਂ ਦੇ ਰੁਜ਼ਗਾਰ ਜਾਂਦਾ, ਇੱਕ ਦਾ ਵੀ ਜਾਂਦਾ, ਤਾਂ ਵੀ ਵਿਰੋਧ ਕਰਨਾ ਚਾਹੀਦਾ। 2.5-3 ਲੱਖ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਠੀਕ। ਇੱਕ ਚੀਜ਼ ਹੋਰ ਹੈ ਜਿਹੜੀ ਮੈਂ ਤੁਹਾਨੂੰ ਬਾਅਦ ਥੋੜੀ ਸਮਝਾਉਣਾ, ਵੀ ਹੋਰ ਵੀ ਇੱਕ ਕਾਰਨ ਕਰਕੇ ਆਪਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਹੁਣ ਇਹ ਇੱਕ ਅਜਿਹਾ ਅੰਦੋਲਨ ਬਣ ਗਿਆ, ਸਾਂਝ ਬਣ ਗਈ ਹੈ ਵੀ ਤਿੰਨੇ ਜਾਂ ਤਾਂ ਕਿਸਾਨ ਜਥੇਬੰਦੀਆਂ, ਦੇਖੋ ਇਹਨਾਂ ਤਿੰਨਾਂ 'ਚ ਹੀ ਗੱਲ ਸਾਂਝੀ ਹੈ। ਤਿੰਨਾਂ 'ਚ ਹੀ ਕਾਲਾ ਬਾਜ਼ਾਰੀ ਹੈ, ਤਿੰਨਾਂ 'ਚ ਹੀ ਜਮਾਖੋਰੀ ਹੈ, ਤਿੰਨਾਂ ਦਾ ਹੀ ਇਹ ਡਿਪੂ ਪ੍ਰਬੰਧ ਟੁੱਟਣਾ। ਤਿੰਨਾਂ 'ਚ ਇਹ ਹੈ ਕਿ ਜਿਹੜਾ ਮੰਡੀਆਂ ਦਾ ਪ੍ਰਬੰਧ ਟੁੱਟ ਜਾਣਾ। ਕਿਸਾਨਾਂ ਨੂੰ ਜਿਹੜੀ ਥੋੜੀ ਬਹੁਤ ਇਹ ਸੁਰੱਖਿਆ ਹੈਗੀ ਮੰਡੀ ਪ੍ਰਬੰਧ ਦੇ ਵਿੱਚ, ਉਹ ਖਤਮ ਹੋ ਜਾਣੀ ਹੈ। ਕਿਸਾਨ ਪਹਿਲਾਂ ਹੀ ਡਰੇ ਹੋਏ ਸੀਗੇ। ਇਹਦੇ ਆਪਣੇ ਜਾੜੇ ਦਾ ਡਰ ਆ ਉਹਨਾਂ ਦੇ ਵਿੱਚ ਬਹੁਤ ਵੱਡਾ। ਛੋਟੇ ਜਿਹੜੇ ਕਾਰੋਬਾਰੀ ਆਪਣੇ ਜਾੜੇ, ਉਹਦਾ ਡਰ ਹੈ। ਤੇ ਪਲੱਸ ਕਰੋਨਾ ਤੇ ਪੁਲਿਸ ਦੀ ਕੁੱਟ, ਉਹ ਸਾਰਾ ਮਿਲ ਕੇ ਨਾ ਗੁੱਬ ਗੁਬਾੜ ਜਨਤਾ ਦਾ ਨਿਕਲ ਗਿਆ ਇਹ। ਹੁਣ ਕੁਛ ਲੋਕ ਇਹ ਕਹਿੰਦੇ ਇਹਦਾ ਵਿਰੋਧ ਕਰੋ, ਧਾਰਾ ਕੇ ਵਿਪਰੀਤ ਹੈ, ਕਹਿੰਦੇ ਹੈ ਮਤਲਬ ਵੀ ਸਾਡਾ ਦਿਮਾਗ ਹਿੱਲੇ, ਧਾਰਾ ਕੇ ਵਿਪਰੀਤ ਹੈ ਨਾ। ਮਤਲਬ ਕੁਛ ਉਹਨਾਂ ਦਾ ਇਹ ਵੀ, ਉਹਨਾਂ ਦਾ ਸੂਤਰੀ ਫਾਰਮੂਲਾ, ਧਾਰਾ ਕੇ ਵਿਪਰੀਤ ਤੈਰਨਾ ਹੁੰਦਾ ਹੈ। ਨਹੀਂ, ਧਾਰਾ ਦੇ ਨਾਲ ਵੀ ਤੈਰਨਾ ਹੁੰਦਾ, ਧਾਰਾ ਬਣਨਾ ਵੀ ਹੁੰਦਾ ਹੈ ਨਾ। ਇੱਕੋ ਵੇਲੇ ਧਾਰਾ ਦੇ ਵਿਰੋਧ ਵੀ ਤੈਰਨਾ ਹੁੰਦਾ, ਕਈ ਵਾਰ ਤੈਰਨਾ ਪੈ ਜਾਂਦਾ। ਜਿਵੇਂ ਖਾਲਿਸਤਾਨੀ ਲਹਿਰ ਚੱਲੀ ਸੀ, ਆਪਾਂ ਕਿਹੜੇ ਖਾਲਿਸਤਾਨੀ ਬਣ ਗਏ, ਉਹ ਧਾਰਾ ਦੇ ਵਿਰੋਧ ਹੀ ਤੈਰੇ ਆਪਾਂ। ਕੁਝ ਸੰਘਰਸ਼ ਜਿਹੇ ਹੁੰਦੇ ਆ, ਉਹਦੇ 'ਚ ਤੁਸੀਂ ਨਾਲ ਵੀ ਤੈਰਨਾ ਹੁੰਦਾ ਤੇ ਵਿਰੋਧ ਵੀ ਹੋਣਾ ਹੁੰਦਾ ਹੈ ਨਾ। ਕੋਈ ਮਜ਼ਦੂਰਾਂ ਦਾ ਆਮਹਾਰਾ ਸੰਘਰਸ਼ ਚੱਲ ਰਿਹਾ, ਠੀਕ, ਆਮਹਾਰੇ ਸੰਘਰਸ਼ ਦੇ ਵਿੱਚ ਕੀ ਕਰਨਾ ਹੁੰਦਾ ਆਪਾਂ? ਉਹਦੇ ਨਾਲ ਵੀ ਚੱਲਣਾ ਹੁੰਦਾ, ਉਹਨੂੰ ਆਪਣੀ ਅਗਵਾਈ 'ਚ ਲਿਆਉਣਾ ਹੁੰਦਾ, ਤੇ ਉਹਨਾਂ ਦੀ ਜਿਹੜੀ ਮੌਕਾ ਪ੍ਰਸ ਲੀਡਰਸ਼ਿਪ ਹੁੰਦੀ ਉਹਨੂੰ ਨਿਖੇੜਨਾ ਹੁੰਦਾ। ਜਾਣੀ ਧਾਰਾ ਦਾ ਵਿਪਰੀਤ ਵੀ ਹੋ ਗਿਆ। ਦੂਜੀ ਗੱਲ, ਨੰਬਰ 3, ਧਾਰਾ ਦੇ ਨਾਲ ਵੀ ਤੈਰਨਾ ਹੁੰਦਾ। ਮਤਲਬ ਮਜ਼ਦੂਰਾਂ ਦਾ ਆਪ ਸੰਘਰਸ਼, ਤੁਹਾਡੇ ਮਗਰ ਆ ਕੇ ਫਿਰ ਧਾਰਾ ਨਾਲ ਤੈਰੋ। ਤੇ ਧਾਰਾ ਬਣਨਾ ਵੀ ਹੁੰਦਾ ਕਦੇ। ਐ ਨਹੀਂ ਕਿ ਸਾਰੀ ਜ਼ਿੰਦਗੀ ਆਪਾਂ ਧਾਰਾ ਦੇ ਵਿਪਰੀਤ ਹੀ ਖੜੇ ਰਹਾਂਗੇ ਹੈ ਨਾ। ਕਦੇ ਕਦੇ ਧਾਰਾ ਆਪਾਂ ਬਣੀਏ ਹੈ ਨਾ। ਆਪਾਂ ਕਿਉਂ ਧਾਰਾ ਦੇ ਹਮੇਸ਼ਾ ਉਲਟੀ ਤੋਂ ਤੈਰਦੇ ਹਾਂ? ਆਪਾਂ ਮੁੱਖ ਧਾਰਾ ਬਣੀਏ। ਵੀ ਜਿਹੜਾ ਇਹਦਾ ਵਿਰੋਧ ਕਰਨਾ, ਜਿਹੜਾ ਹੁਣ ਇਹ ਸੰਘਰਸ਼ ਚੱਲ ਰਿਹਾ, ਬਹੁਤ ਮੂਰਖਤਾਪੂਰਨ ਇਹ ਪੈਂਤੜਾ ਹੋਇਆ। ਰਾਜਨੀਤਿਕ ਤੌਰ ਤੇ ਆਤਮ ਹੱਤਿਆ ਕਰਨ ਵਾਲਾ ਕੰਮ ਹੈ। ਜਾਂ ਤਾਂ ਇਹ 'ਚ ਮਜ਼ਦੂਰਾਂ ਦਾ ਕੋਈ ਮਸਲਾ ਸ਼ਾਮਲ ਨਾ ਹੋਵੇ। ਸਭ ਤੋਂ ਵੱਡਾ ਤਾਂ ਮਜ਼ਦੂਰਾਂ ਦਾ ਹੀ ਸ਼ਾਮਲ ਹੈ। ਹੁਣ ਕਿਸਾਨ ਜਥੇਬੰਦੀਆਂ, ਜਾਂ ਤਾਂ ਹੁਣ ਕਿਸਾਨ ਜਥੇਬੰਦੀਆਂ ਦੇਖੋ ਕੁਝ ਇਹ ਕਹਿ ਰਹੀਆਂ ਨੇ, ਉਹ ਕਹਿ ਰਹੀਆਂ ਨੇ ਵੀ ਇਹ 3 ਕਾਨੂੰਨ ਤਾਂ ਜੀ ਵਾਪਸ ਨਾ ਹੋਏ, ਆਪਾਂ ਇੱਕ ਵੱਖਰਾ ਕਾਨੂੰਨ ਬਣਵਾ ਲਾਵਾਂਗੇ ਕਿ ਮੰਡੀ ਜਿਹੜੀ ਪ੍ਰਾਈਵੇਟ ਕੰਪਨੀਆਂ ਜੇ ਬਾਹਰੋਂ ਵੀ ਖਰੀਦੀਆਂ ਮੰਡੀ ਤੋਂ, ਤਾਂ MSP ਤੇ ਖਰੀਦਣ। ਇਹ ਬਹੁਤ ਗਲਤ ਚੀਜ਼ ਹੈ। ਇਹਦਾ ਮਤਲਬ ਫਿਰ ਤੁਸੀਂ ਦੇਸ਼ ਦੇ ਜਿਹੜੇ ਗਰੀਬ ਲੋਕਾਂ ਤੋਂ ਛੱਡ ਦੋਗੇ ਮਰਨ ਲਈ, ਵੀ ਸਾਡਾ ਚਲ MSP ਵਾਲਾ ਹੋ ਗਿਆ, ਆਪਾਂ ਇਹਨੂੰ ਛੱਡ ਦਾਂਗੇ ਵਿਚਾਲੇ ਨਾ। ਚਲੋ ਹਰ ਜਿਹੜਾ ਘੋਲਾਂ ਦੇ ਵਿੱਚ ਜਿਹੜੇ ਪੈਂਤੜੇ ਅਲੱਗ-ਅਲੱਗ ਆਉਂਦੇ, ਉਹ ਆਪਾਂ ਆਪਣੇ ਜਮਾਤੀ ਚਰਿੱਤਰ 'ਚੋਂ ਆਉਂਦੇ ਆ ਹੈ ਨਾ। ਜਿਹੜੀ ਕਲਾਸ ਦਾ ਜੋ ਜਮਾਤੀ ਚਰਿੱਤਰ ਹੁੰਦਾ, ਹੁਣ ਜਿਵੇਂ ਸੁਖਬੀਰ ਬਾਦਲ ਹੈ, ਇਹਦਾ ਜੋ ਕਲਾਸ ਕਰੈਕਟਰ ਆ, ਇਹ ਕਿਤੇ ਵੀ ਦਗਾ ਦੇ ਦੂਗਾ ਹੈ ਨਾ। ਹੋਰ ਜਿਹੜੇ ਕਈ ਤੁਰੇ ਫਿਰਦੇ ਨਵੇਂ ਨਾਇਕ ਉੱਭਰੇ, ਹੁਣ ਨਾ ਲਈਏ ਹਲੇ, ਕਿਉਂਕਿ ਜਲਦਬਾਜ਼ੀ ਹੋ ਜਾਂਦੀ ਹੈ ਕਈ ਵਾਰ ਹੈ ਨਾ। ਇਹਨਾਂ ਦਾ ਵੀ ਕੋਈ ਭਰੋਸਾ ਨਹੀਂਗਾ ਵੀ ਕੀ ਨੇ ਇਹ, ਕਿੱਧਰੋਂ ਇਹ ਅਚਾਨਕ ਆ ਕੇ ਇਹ ਨੇਤਾ ਬਣ ਗਏ ਲੋਕਾਂ ਦੇ ਨਾ। ਹੁਣ ਜਿਹੜਾ ਘੋਲ ਹੈ, ਇੱਕ ਲਹਿਰ ਹੈ, ਬਹੁਤ ਸਾਰੀਆਂ ਸ਼ਕਤੀਆਂ ਨਾ ਇਹਦਾ ਫਾਇਦਾ ਲੈਣ ਦੇ ਚੱਕਰ 'ਚ ਨੇ। ਅਕਾਲੀ ਦਲ ਹੈ
ਉਹ ਤੁਸੀਂ ਦੇਖ ਹੀ ਲਿਆ ਨਾ। ਹੁਣ ਅਕਾਲੀ ਦਲ ਕੀ ਧਰਮ ਦਾ ਸਹਾਰਾ ਲੈ ਰਿਹਾ ਵੀ 3 ਤਖ਼ਤਾਂ ਤੋਂ ਆਪਾਂ ਕਰਾਂਗੇ ਮਾਰਚ, ਠੀਕ ਆ। ਉਹਨੂੰ ਲੋਕਾਂ ਨੇ ਬਹੁਤਾ ਮੂੰਹ ਨਹੀਂ ਲਾਇਆ ਕਿਉਂਕਿ ਇਹ ਨੰਗੇ ਹੋ ਗਏ ਬਹੁਤ ਜ਼ਿਆਦਾ। ਹੋਰ ਬਹੁਤ ਸਾਰੇ ਲੋਕ ਨੇ ਹਨਾ, ਉਹ ਇਹਨੂੰ ਮਤਲਬ ਖਾਲਿਸਤਾਨ, ਜਿਵੇਂ ਹੁਣ ਮਤਲਬ ਗੀਤ ਆਏ ਲਗਾਤਾਰ, ਉਹ ਗੀਤ ਨੌਜਵਾਨ ਪੀੜ੍ਹੀ ਸੁਣਦੀ ਬਹੁਤ ਆ। ਉਹ YouTube ਤੇ ਦੇਖੋ, ਉਹਨਾਂ ਦੇ ਵਿਊਜ਼ ਦੇਖੋ, ਥੱਲੇ ਟਿੱਪਣੀਆਂ ਦੇਖੋ, ਹਜ਼ਾਰ ਟਿੱਪਣੀਆਂ ਆਉਂਦੀਆਂ ਨੇ ਨਾ। ਹਰ ਗੀਤ ਦੇ ਵਿੱਚ ਹਥਿਆਰ ਚੱਕਣ ਦਾ ਸੱਦਾ ਦਿੰਦਾ ਗਾਇਕ, ਤੇ ਭਿੰਡਰਾਂਵਾਲੇ ਦੀ ਫੋਟੋ ਆਉਂਦੀ ਹੈ ਨਾਲ, ਵੀ ਇਹੀ ਇੱਕ ਰਾਹ ਆ। ਭਿੰਡਰਾਂਵਾਲੇ ਨੂੰ ਪ੍ਰਤੀਕ ਦਿੰਦੇ ਵੀ ਦਿੱਲੀ ਨਾਲ ਟੱਕਰ ਕਰਨ ਵਾਲਾ ਹੀ ਸੂਰਮਾ ਸੀਗਾ ਨਾ। ਮਤਲਬ ਉਹ ਜਿਹੜੀਆਂ ਸ਼ਕਤੀਆਂ ਨੇ ਉਹ ਅਜਿਹੇ ਮੁੱਦੇ ਵਿੱਚ ਉਭਾਰ ਰਹੀਆਂ ਨੇ ਜਿਹੜੀਆਂ ਹਾਲ ਦੀ ਘੜੀ ਇਸ ਸੰਘਰਸ਼ ਦੇ ਮੁੱਦੇ ਨਹੀਂ ਹੈਗੇ, ਤਾਂ ਕਿ ਇਸ ਸੰਘਰਸ਼ ਨੂੰ ਕੱਲ ਨੂੰ ਕੋਈ ਵੀ ਬਾਈ ਚਾਂਸ ਇਹ ਕੋਈ ਪਛਾੜ ਲੱਗਦੀ ਆ ਤਾਂ ਉਹ ਤੋਂ ਉਪਜਣ ਵਾਲੀ ਨਿਰਾਸ਼ਾ ਨੂੰ ਕਿਸੇ ਗਲਤ ਪਾਸੇ ਲੈ ਜਾਈਏ, ਕਿਸੇ ਹੋਰ ਪਾਸੇ ਲੈ ਜਾਈਏ ਆਪਾਂ। ਇਹਨਾਂ ਸ਼ਕਤੀਆਂ ਤੋਂ ਆਪਾਂ ਤਾਂ ਬਹੁਤ ਪਹਿਲਾਂ ਹੀ ਕਿਹਾ ਸੀਗਾ ਵੀ ਆਪਾਂ ਨੂੰ ਸਾਵਧਾਨ ਰਹਿਣ ਦੀ ਲੋੜ ਆ। ਹੁਣ ਸਾਰੇ ਵੀ ਹੋਰ ਵੀ ਸਾਥੀ ਹੋਰ ਵੀ ਲੋਕ ਕਹਿੰਦੇ ਨੇ ਵੀ ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਆ। ਨੌਜਵਾਨ ਪੀੜ੍ਹੀ ਜਿਹੜੀ ਬਾਅਦ 'ਚ ਜੰਮੀ ਵੱਡੀ ਹੋਈ ਆ, ਇਹਨਾਂ ਨੇ ਉਹ ਦੌਰ ਦੇਖਿਆ ਹੀ ਨਹੀਂ ਹੋਇਆ 80ਵੀਂ ਵਾਲਾ, ਜਿਹਦੇ ਵਿੱਚ ਰੋਜ਼ ਅਖਬਾਰਾਂ 'ਚ ਆਉਂਦਾ ਸੀ ਵੀ ਇੰਨੇ ਪ੍ਰਵਾਸੀ ਮਜ਼ਦੂਰ ਮਰ ਗਏ, ਇੰਨੇ ਬੱਸਾਂ 'ਚ ਕੱਢ ਕੇ ਮਾਰਤੇ ਜਿਨ੍ਹਾਂ ਨੇ ਸਿਰ ਤੇ ਪੱਗ ਨਹੀਂ ਸੀ ਬੰਨੀ ਹੋਈ, ਹੈ ਨਾ, ਇੰਨੇ ਫਲਾਨੇ ਮੁੰਡੇ ਪੁਲਿਸ ਨੇ ਮਾਰਤੇ। ਜਾਨੀ ਖਾਲਿਸਤਾਨੀ ਦਹਿਸ਼ਤਗਰਦੀ ਤੇ ਸਰਕਾਰੀ ਦਹਿਸ਼ਤਗਰਦੀ ਨੇ ਜੋ ਲੋਕਾਂ ਦਾ ਘਾਣ ਕੀਤਾ 14 ਸਾਲ, ਉਹ ਦੌਰ ਦੇਖਿਆ ਨਹੀਂ ਗਾ। ਉਹ ਨੌਜਵਾਨ ਪੀੜ੍ਹੀ ਨੂੰ ਯਾਦ ਦਿਵਾਉਣ ਦੀ ਲੋੜ ਵੀ ਬਹੁਤ ਕਾਲਾ ਸਮਾਂ ਸੀਗਾ, ਵੀ ਇਹਨਾਂ ਚੀਜ਼ਾਂ ਰਾਹੀਂ ਇਹ ਮਸਲਾ ਨਹੀਂ ਹੱਲ ਹੋਣਾ। ਹੁਣ ਪੰਜਾਬ ਦੇ ਵਿੱਚ ਕੀ ਆ, ਪੰਜਾਬ ਦੇ ਵਿੱਚ ਇੱਕ ਸੈਂਟੀਮੈਂਟ ਹੈਗਾ, ਇੱਕ ਇਹ ਭਾਵਨਾ ਹੈਗੀ ਆ ਵੀ ਦਿੱਲੀ ਜਿਹੜੀ ਹੈ ਨਾ ਉਹ ਧੱਕਾ ਕਰਦੀ ਹੈ ਪੰਜਾਬ ਨਾਲ, ਪੰਜਾਬ ਨਾਲ ਧੱਕਾ ਕਰਦੀ ਦਿੱਲੀ। ਉਹ ਦਿੱਲੀ ਇਕੱਲੇ ਪੰਜਾਬ ਨਾਲ ਨਹੀਂ ਧੱਕਾ ਕਰਦੀ, ਦਿੱਲੀ ਸਾਰੀਆਂ ਕੌਮਾਂ ਨਾਲ ਹੀ ਧੱਕਾ ਕਰਦੀ ਆ, ਕਿਸੇ ਨਾ ਕਿਸੇ ਰੂਪ 'ਚ, ਕਿਸੇ ਨਾਲ ਘੱਟ ਕਰਦੀ ਆ, ਕਿਸੇ ਨਾਲ ਵੱਧ ਕਰਦੀ ਆ। ਜਾਣੀ ਪੰਜਾਬ ਦੇ ਵਿੱਚ ਇੱਕ ਭਾਵਨਾ ਐਂਟੀ ਦਿੱਲੀ ਭਾਵਨਾ ਹੈਗੀ ਆ। ਉਹ ਭਾਵਨਾ ਕਿੱਥੋਂ ਪੈਦਾ ਹੁੰਦੀ ਆ ਕਿ ਸਾਡੀ ਰਾਜਧਾਨੀ ਵੀ ਖੋਹ ਲਈ ਇਹਨਾਂ ਨੇ, ਸਾਡਾ ਪਾਣੀ ਵੀ ਲੈ ਗਏ ਹੈ। ਉਧਰ ਕਾਨੂੰਨ ਹੋਰ ਆ, ਦੱਖਣ ਭਾਰਤ ਦੇ ਵਿੱਚ ਪਾਣੀਆਂ ਦੇ ਲਈ, ਪੰਜਾਬ ਦੇ ਵਿੱਚ ਹੋਰ ਕਾਨੂੰਨ ਆ ਵੀ ਸਾਡੀ ਭਾਸ਼ਾ ਵੀ ਖਤਮ ਕਰਨ ਨੂੰ ਫਿਰਦੇ ਆ। ਹੁਣ ਜਿੰਨਾ ਕੁ ਪੰਜਾਬ ਇਹ ਆ ਜਿਹੜਾ ਆਪਾਂ ਕਹਿੰਦੇ ਪ੍ਰਸ਼ਾਸਕੀ ਇਕਾਈ ਜਿਹੜਾ ਪੰਜਾਬ ਆ, ਜਿਹਨੂੰ ਉਹ ਕਹਿੰਦਾ ਸੀਗਾ ਕੜਾਕਾ ਸਿੰਘ ਚਿੜੀ ਦੇ ਪੰਜੇ ਜਿੰਨਾ ਪੰਜਾਬ ਰਹਿ ਗਿਆ ਹੈ ਨਾ, ਹੁਣ ਜਿੰਨਾ ਕੁ ਪੰਜਾਬ ਇੱਥੇ ਆ ਨਾ, ਇਦੋਂ ਲਗਭਗ ਅੱਧਾ ਇਹਦੇ ਨਾਲ ਬਾਰਡਰ ਤੇ ਆ। ਹਿਮਾਚਲ 'ਚ ਬਹੁਤ ਵੱਡਾ ਹਿੱਸਾ ਪੰਜਾਬ ਦਾ, ਹਰਿਆਣਾ 'ਚ ਬਹੁਤ ਵੱਡਾ ਹਿੱਸਾ ਪੰਜਾਬ ਦਾ, ਜੰਮੂ 'ਚ ਬਹੁਤ ਵੱਡਾ ਹਿੱਸਾ ਪੰਜਾਬ ਦਾ ਰਹਿ ਗਿਆ। ਕਿਉਂਕਿ ਇਹ ਜਿਹੜੀ ਇੰਡੀਅਨ ਸਟੇਟ ਆ ਨਾ, ਇਹਨੇ ਕਿਸੇ ਕੌਮ ਨੂੰ ਇੱਕ ਜਗ੍ਹਾ ਇਕੱਠੇ ਹੋਣ ਨਹੀਂ ਦਿੱਤਾ। ਜਿਹੜੇ ਤਾਂ ਲੜੇ ਉਹ ਤਾਂ ਇਕੱਠੇ ਹੋ ਗਏ, ਜਿਵੇਂ ਕੰਨੜ ਸੀਗੇ, ਕੰਨੜਾਂ ਦਾ ਥੋੜਾ ਜਿਹਾ ਇਲਾਕਾ ਬਾਹਰ ਹੈਗਾ, ਉਹਨੇ ਤਾਂ ਲੜ ਲੁੜ ਕੇ ਲੈ ਲਿਆ ਆਪਣਾ ਸਾਰਾ ਇਲਾਕਾ। ਮਰਾਠਿਆਂ ਦਾ ਵੀ ਥੋੜਾ ਜਿਹਾ ਇਲਾਕਾ ਬਾਹਰ ਹੈ ਗਿਆ, ਥੋੜਾ ਸਬਦਾ ਕੀਤਾ ਹੋਇਆ ਇਹਨਾਂ ਨੇ ਵੀ ਇੱਕ ਸਟੇਟ ਦਾ ਇੱਕ ਬੋਲੀ ਵਾਲਾ। ਉਹ ਤਾਂ ਕਹਿਣ ਨੂੰ ਭਾਰਤ ਦਾ ਸੰਵਿਧਾਨ ਕਹਿੰਦਾ, ਇਹ ਸਰਕਾਰ ਕਹਿੰਦੀ ਕਿ ਭਾਸ਼ਾ ਆਧਾਰਿਤ ਆਪਾਂ ਰਾਜ ਬਣਾਏ, ਪਰ ਭਾਸ਼ਾ ਆਧਾਰਿਤ ਪੂਰੀ ਤਰ੍ਹਾਂ ਬਣੇ ਨਹੀਂ, ਪੰਜਾਬ ਦੇ ਵਿੱਚ ਤਾਂ ਨਹੀਂ ਬਣੇ। ਹੁਣ ਇੱਥੋਂ ਇਹ ਭਾਵਨਾ ਜਨਮ ਲੈਂਦੀ ਆ ਕਿ ਜਿਹੜੀ ਦਿੱਲੀ ਦੀ ਹਕੂਮਤ ਆ ਉਹ ਸਾਡੇ ਨਾਲ ਕਰਦੀ ਹੈ ਧੱਕਾ। ਹੁਣ ਦੇਖੋ ਜ਼ਿਆਦਾਤਰ ਜਿਹੜੇ ਸੈਂਟੀਮੈਂਟਸ ਨੇ ਗੀਤਾਂ ਵਿੱਚ ਇਹੀ ਸੈਂਟੀਮੈਂਟ ਆ ਰਿਹਾ, ਦਿੱਲੀ ਸਾਡੇ ਨਾਲ ਧੱਕਾ ਕਰਦੀ ਆ, ਉਹ ਤਾਂ ਬਹੁਤ ਉੱਗੜ ਕੇ ਆ ਰਿਹਾ। ਜਿਹੜੇ ਖਾਲਿਸਤਾਨੀ ਨੇ ਉਹਨਾਂ ਤਾਂ ਕਹਿਣਾ ਹੀ ਕਹਿਣਾ, ਉਹ ਤਾਂ ਬਹੁਤ ਜ਼ੋਰ ਨਾਲ ਉਹ ਕਹਿੰਦੇ ਸਿੱਖਾਂ ਨਾਲ ਧੱਕਾ ਕਰਦੀ ਆ। ਹੁਣ ਇੱਥੇ ਸਮੱਸਿਆ, ਹੁਣ ਜਿਹੜੇ ਪੰਜਾਬ ਦੇ ਮਸਲੇ ਨੇ, ਭਾਰਤ ਦੇ ਵਿੱਚ ਕੌਮਾਂ ਦੇ ਮਸਲੇ ਨੇ, ਕੌਮਾਂ ਕੌਮੀ ਆਧਾਰ ਤੇ ਮਤਲਬ ਸੈਕੂਲਰ ਬੇਸਿਸ ਤੇ ਇੱਕ ਧਰਮ ਨਿਰਪੱਖ ਆਧਾਰ ਤੇ ਖੜ ਕੇ ਉਹ ਮਸਲੇ ਹੱਲ ਕਰਾ ਸਕਦੀਆਂ ਨੇ, ਤੇ ਉਹ ਹੋਣੇ ਚਾਹੀਦੇ ਹੱਲ, ਫਿਰਕੂ ਆਧਾਰ ਤੇ ਨਹੀਂ ਹੋ ਸਕਦੇ। ਜਿਵੇਂ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ 40% ਆਬਾਦੀ ਹਿੰਦੂਆਂ ਦੀ ਹੈ, ਨਹੀਂ 38% ਪੁਰਾਣੇ ਅੰਕੜਿਆਂ ਮੁਤਾਬਕ ਦੇਖੀਏ। ਸਿੱਖ ਬਹੁ ਗਿਣਤੀ ਹੈ 60% ਦੇ ਲਗਭਗ। ਹੁਣ 2011 ਤੋਂ ਬਾਅਦ ਕੀ ਹੋਇਆ, ਹੁਣ ਅੱਜ ਇੱਕਦਮ ਸਹੀ ਅੰਕੜਾ ਨਹੀਂ, 2011 ਦੇ ਅੰਕੜੇ ਆ। 2% ਜੈਨੀ ਬੋਧੀ ਇੱਦਾਂ ਦੇ ਹੋਰ ਧਰਮਾਂ ਦੇ ਲੋਕ ਨੇ, ਮੁਸਲਮਾਨ ਵਗੈਰਾ ਮਿਲਾ ਕੇ 2% ਬਣਦੇ ਆ। ਹੁਣ ਜਦੋਂ ਖਾਲਿਸਤਾਨ ਦੀ ਗੱਲ ਉੱਠਦੀ ਆ ਤਾਂ ਜਿਹੜਾ ਹਿੰਦੂ ਭਾਈਚਾਰਾ ਅੱਜ ਨਾਲ ਖੜਾ ਇਸ ਸੰਘਰਸ਼ ਦੇ, ਹੈ ਨਾ, ਵਪਾਰੀ ਵਰਗ ਜਿਹੜਾ ਨਾਲ ਖੜਾ, ਤੇ ਉਹ ਦੂਰ ਹੋ ਜਾਣਾ ਨੇ, ਉਹ ਨਾਲ ਦੀ ਨਾਲ ਹੀ ਡਰ ਜਾਂਦਾ। ਕਿਉਂਕਿ ਇਹ ਬਹੁਤ ਡੂੰਘੀ ਬੈਠੀ ਹੋਈ ਗੱਲ, ਪਾਕਿਸਤਾਨ ਮੁਸਲਮਾਨਾਂ ਦਾ, ਹਿੰਦੁਸਤਾਨ ਹਿੰਦੂਆਂ ਦਾ, ਖਾਲਿਸਤਾਨ ਸਿੱਖਾਂ ਦਾ। ਹੁਣ ਇੱਕ ਖਾਲਿਸਤਾਨੀ ਆ ਫੇਸਬੁੱਕ ਤੇ, ਉਹ ਕਹਿੰਦਾ ਖਾਲਿਸਤਾਨ ਤੋਂ ਕਾਹਤੇ ਡਰਦੇ, ਖਾਲਿਸਤਾਨ ਪੰਜਾਬ ਹੀ ਹੈ, ਵੈਸੇ ਪੰਜਾਬੀ ਕਹਿ ਲਾ। ਜੇ ਪੰਜਾਬ ਕਹੇ ਹੈ ਨਾ, ਫਿਰ ਤਾਂ ਹਿੰਦੂ ਮੁਸਲਮਾਨ ਉਹ ਵੀ ਨਾਲ ਆ ਜਾਣਗੇ ਪੰਜਾਬ ਵਾਲੇ ਪੈਂਤਰੇ ਤੇ। ਤਾਂ ਜਦੋਂ ਆਪਾਂ ਧਰਮ ਵਾਲਾ ਵਿੱਚ ਘਸੋੜ ਦਿੰਦੇ ਆ, ਉਹਨਾਂ ਫਿਰ ਕੀ ਹੁੰਦਾ ਵੀ ਕਿ ਇਹ ਅੱਗੇ ਚੱਲ ਕੇ ਇੱਕ ਧਰਮ ਦੇ ਆਧਾਰ ਤੇ ਜਿਹੜੀ ਉਹ ਧਰੁਵੀਕਰਨ ਹੋਊਗਾ ਤੇ ਹਿੰਦੂਆਂ ਤੇ ਸਿੱਖਾਂ ਦਾ ਵੈਰ ਪਊਗਾ। ਤੇ ਇਦਾਂ ਦੀਆਂ ਸ਼ਕਤੀਆਂ ਇਹਦਾ ਲਾਹਾ ਲੈਣ ਦੇ ਚੱਕਰ 'ਚ ਉਹਨਾਂ ਨੇ ਪਿੱਛੇ ਤੋਂ ਸਿੱਖਿਆ ਕੁਛ ਨਹੀਂ ਗਾ। ਵੀ ਤੁਸੀਂ ਪਹਿਲਾਂ ਲੜ ਕੇ ਦੇਖ ਲਿਆ ਦਿੱਲੀ ਵਾਲਿਆਂ ਨਾਲ, ਭਿੰਡਰਾਂਵਾਲੇ ਦੀ ਅਗਵਾਈ 'ਚ ਕੀ ਬਣਿਆ ਉਹਦਾ। ਪੰਜਾਬ ਦੇ ਲੋਕਾਂ ਦਾ ਘਾਣ ਹੋਇਆ, ਪੰਜਾਬ ਦੇ ਅਰਚਰ ਦਾ ਘਾਣ ਹੋਇਆ, ਹਜ਼ਾਰਾਂ ਨੌਜਵਾਨ ਮਾਰੇ ਗਏ। ਹੁਣ ਤੁਸੀਂ ਫਿਰ ਉਹੀ ਕੁਛ ਕਰਨਾ ਚਾਹੁੰਦੇ ਹੋ ਕਿ ਲੋਕਾਂ ਵਿੱਚ ਕੀ ਹੈ, ਬੇਚੈਨੀ ਬਹੁਤ ਆ, ਲੋਕਾਂ 'ਚ ਗੁੱਸਾ ਬਹੁਤ ਆ, ਲੋਕੀ ਬੇਰੁਜ਼ਗਾਰ ਨੇ, ਕੰਮ ਧੰਦਾ ਚੱਲ ਨਹੀਂ ਰਿਹਾ ਕੋਈ, ਹੈ ਨਾ। ਹੁਣ ਇਹ ਸਾਰੀ ਦੀ ਸਾਰੀ ਬੇਚੈਨੀ ਨੂੰ ਕਰਾਹੇ ਪਾਉਣ ਦੇ ਚੱਕਰ 'ਚ ਨੇ। ਹੁਣ ਇੱਕ ਨੁਕਤਾ ਹੋਰ ਥੋੜਾ ਵਿਚਾਰ ਲਈ ਆਪਾਂ,
ਵੀ ਜਿਹੜਾ ਇਹ ਜੇ ਮੰਡੀਆਂ ਨਾ ਰਹੀਆਂ, ਇਹ ਜਿਹੜੀ APMC ਵਾਲਾ ਨਾ ਰਿਹਾ ਸਿਸਟਮ, ਮਤਲਬ ਕੁਝ ਲੋਕ ਇਹ ਕਹਿੰਦੇ ਨੇ ਵੀ ਜਿਹੜਾ ਫਿਰ ਇਹ ਲਾਹੇਵੰਦੇ ਭਾਵਾਂ ਦਾ ਪ੍ਰਬੰਧ ਖਤਮ ਹੋ ਜਾਣਾ। ਇਹ ਨਹੀਂ ਹੋਣਾ, ਕਿਉਂਕਿ ਜਿਹੜੇ ਦੇਖੋ ਹੁਣ 6% ਲੋਕ ਤਾਂ MSP ਤੇ ਵੇਚਦੇ ਨੇ ਕਿਸਾਨ ਜਿਹੜੇ ਆ, ਤੇ ਬਾਕੀ ਜਿਹੜੇ 94% ਤੋਂ ਘੱਟ ਜੀ ਵੇਚੀ ਜਾਂਦੇ ਆ। ਹੁਣ ਜਿਹੜਾ ਮਤਲਬ ਆਲੂ ਆ, ਆਲੂ ਤੇ ਕਿਹੜੀ MSP ਹੁੰਦੀ ਕਿ ਆਲੂ ਵਾਲੇ ਜਿਹੜੇ ਕਿਸਾਨ ਉਹ ਆਲੂ ਘੱਟੇ ਜੀ ਵੇਚਦੇ ਨੇ? ਇਹ ਨਹੀਂ ਹੁੰਦਾ, ਕਿਉਂਕਿ ਉਹਦੇ ਤੇ ਤਾਂ ਮੁਨਾਫਾ ਤਾਂ ਹੁੰਦਾ ਹੀ ਹੈ ਨਾ। ਮੁਨਾਫਾ ਸਿਰਫ APMC 'ਚ ਹੀ ਵੇਚਣ ਨਾਲ ਨਹੀਂ ਹੁੰਦਾ, ਇਦੋਂ ਬਿਨਾਂ ਵੀ ਜਿਹੜੀਆਂ ਫਸਲਾਂ ਤੇ ਜਿਹੜੀ ਆ ਉਹ ਤੇ ਮੁਨਾਫਾ ਹੁੰਦਾ ਹੀ ਆ। ਇਹ ਨਹੀਂ ਖਤਮ ਹੋਣ ਲੱਗਾ। ਕਿਉਂ ਨਹੀਂ ਖਤਮ ਹੋਣ ਲੱਗਾ? ਨੰਬਰ 1 ਤਾਂ ਇਹ ਆ, ਮਤਲਬ ਜਿਨ੍ਹਾਂ ਨੇ ਥੋੜਾ ਜਿਹਾ ਮਾਰਕਸਵਾਦੀ ਰਾਜਨੀਤਿਕ ਅਰਥਸ਼ਾਸਤਰ ਪੜ੍ਹਿਆ ਹੋਇਆ ਉਹਨਾਂ ਨੂੰ ਗੱਲ ਜਲਦੀ ਸਮਝ ਆ ਜਾਊਗੀ ਕਿ ਜਿਹੜਾ ਮੁਨਾਫਾ ਹੁੰਦਾ ਉਹ ਮੰਡੀ 'ਚ ਨਹੀਂ ਪੈਦਾ ਹੁੰਦਾ, ਉਹ ਪੈਦਾਵਾਰ ਦੀ ਪ੍ਰਕਿਰਿਆ ਦੌਰਾਨ ਪੈਦਾ ਹੁੰਦਾ। ਮੰਡੀ ਵਿੱਚ ਤਾਂ ਐਕਸਚੇਂਜ ਹੁੰਦਾ, ਵਟਾਂਦਰਾ ਹੁੰਦਾ ਨਾ, ਕਿਉਂਕਿ ਜਿਹੜਾ ਵੀ ਮਾਲਕ ਹੈ ਉਹ ਮਾਲਕ ਆਪਣੀ ਚੀਜ਼ਾਂ, ਆਪਣਾ ਜਿਹੜਾ ਸਰਮਾਇਆ, ਦੋ ਚੀਜ਼ਾਂ ਦੇ ਖਰਚ ਦਾ, ਇੱਕ ਨੂੰ ਕਹਿੰਦੇ ਸਥਿਰ ਸਰਮਾਇਆ, ਇੱਕ ਨੂੰ ਕਹਿੰਦੇ ਅਸਥਿਰ ਸਰਮਾਇਆ। ਇਹ ਹੁਣ ਗੱਲ ਗੁੰਝਲਦਾਰ ਦੀ ਹੋ ਜਾਣੀ ਹੈ ਨਾ। ਬਸ ਮੈਂ ਤੁਹਾਨੂੰ ਇਸ਼ਾਰਾ ਕਰਤਾ। ਇਸ਼ਾਰਾ ਇਹ ਹੈ ਕਿ ਮੁਨਾਫਾ ਚੀਜ਼ ਦੇ ਵਿੱਚ ਪਹਿਲੇ ਹੀ ਹੁੰਦਾ, ਜਿਣਸ ਦੇ ਵਿੱਚ। ਮੰਡੀ ਵਿੱਚ ਉਨੀ ਹੀ ਕਦਰ ਦੀ ਚੀਜ਼ ਨਾਲ ਉਹਦਾ ਵਟਾਂਦਰਾ ਹੋ ਜਾਂਦਾ। ਮਾਰਕਸ ਕਹਿੰਦਾ ਵੀ ਕੋਈ ਵੀ ਮਾਲਕ ਆਪਣੀਆਂ ਜਿਣਸਾਂ ਨੂੰ ਉਹਦੀ ਕਦਰ ਤੋਂ ਵੱਧ ਤੇ ਵੇਚ ਕੇ ਨਹੀਂ ਮੁਨਾਫਾ ਕਮਾਉਂਦਾ, ਕਦਰ ਤੇ ਵੇਚ ਕੇ ਮੁਨਾਫਾ ਕਮਾਉਂਦਾ। ਤੇ ਜੇ ਕਦਰ ਤੋਂ ਘੱਟ ਵਿੱਚ ਤਾਂ ਵੀ ਮੁਨਾਫਾ ਕਮਾ ਸਕਦਾ। ਉਹ ਕਿਵੇਂ ਕਮਾ ਸਕਦਾ? ਥੋੜਾ ਜਿਹਾ ਸਮਝਾਉਣਾ ਪਊਗਾ ਹੈ, ਜੇ ਤੁਹਾਨੂੰ ਲੱਗੇ ਨਾ ਔਖਾ ਨਾ ਲੱਗੇ। ਮੰਨ ਲਓ ਇੱਕ ਸਰਮਾਏਦਾਰ 100 ਰੁਪਏ ਕੱਚੇ ਮਾਲ ਤੇ ਖਰਚਦਾ, 50 ਰੁਪਏ ਦਿੰਦਾ ਮਜ਼ਦੂਰ ਨੂੰ, ਮਜ਼ਦੂਰ ਉਹ 'ਚ 50 ਰੁਪਏ ਹੋਰ ਜੋੜ ਦਿੰਦਾ। ਮਤਲਬ ਜਿਵੇਂ ਵੱਲ ਕਿਹਾ ਜਾਵੇ ਇੱਕ ਚੀਜ਼ ਦੀ ਕਦਰ, ਕੱਚੇ ਮਾਲ ਦੀ ਕਦਰ 10 ਘੰਟੇ, ਮਜ਼ਦੂਰ ਨੂੰ ਦਿੱਤੇ 50 ਰੁਪਏ 5 ਘੰਟੇ, ਮਜ਼ਦੂਰ ਨੇ ਉਹ ਤੇ ਹੋਰ ਕੰਮ ਕੀਤਾ, 10 ਘੰਟੇ ਕੰਮ ਹੋਰ ਕੀਤਾ। ਮਤਲਬ ਕੁੱਲ ਜਿਹੜੀ ਉਹ ਕਦਰ 200 ਰੁਪਏ ਆ। ਮਾਲਕ ਦੀ ਲਾਗਤ 150 ਆ ਤੇ 50 ਰੁਪਏ ਉਹਦੇ ਵਿੱਚ ਕੀ ਹੈ? ਬਾਫਰ ਕਦਰ ਹੈ। ਹੁਣ ਇਹ 200 ਤੇ ਵਿਕ ਕੇ ਮੁਨਾਫਾ ਕਮਾਊਗੀ। 200 ਤੇ ਵਿਕ ਕੇ, 210 ਜਾਂ 220 ਤੇ ਨਹੀਂ, ਬੇਸ਼ੱਕ 210 220 ਤੇ ਵੇਚ ਕੇ ਵੀ ਮੁਨਾਫਾ ਕਮਾਉਂਦੇ ਆ ਲੋਕ। ਜੋ 200 ਤੇ ਵਿਕੇ, ਕਿਉਂਕਿ ਉਹਦੀ ਲਾਗਤ 150 ਨਾ, 50 ਰੁਪਏ 50 ਰੁਪਏ ਤਾਂ ਮਿਲਣੇ ਆ। ਜੇ 190 ਦੇ ਵਿੱਚ ਉਹ ਕਦਰ ਤੋਂ ਘੱਟ ਵਿੱਚ ਤਾਂ ਵੀ 40 ਰੁਪਏ ਮੁਨਾਫਾ ਹੈ ਉਹਨੂੰ। ਮਤਲਬ ਹਮੇਸ਼ਾ ਚੀਜ਼ਾਂ ਕਦਰ ਤੇ ਵਿਕਣ ਇਹ ਵੀ ਨਹੀਂ ਹੁੰਦਾ। ਜਿਣਸਾਂ ਕਈ ਵਾਰ ਮੰਡੀ 'ਚੋਂ ਤਾਲ ਚੜਾਉਂਦੇ ਨਹੀਂ ਵੀ ਵਿਕਦੀਆਂ, ਘਾਟਾ ਪੈ ਜਾਂਦਾ। ਉਹ ਫਿਰ ਬਹੁਤ ਗੁੰਝਲਦਾਰ ਮਸਲਾ। ਮੈਂ ਥੋੜਾ ਇਹਨੂੰ ਸਰਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ, ਕਿਉਂਕਿ ਹੋ ਸਕਦਾ ਇਸੇ ਤੇ ਕੱਲ ਵੱਡਾ ਸਾਰਾ ਲਿਖ ਦੇਵੇ ਕੋਈ ਵੀ ਸੁਖਿੰਦਰ ਦਾ ਗੱਲ ਗਲਤ ਕਹਿਤੀ ਹੈ ਨਾ। ਤੇ ਅਗਲੀ ਗੱਲ, ਨੰਬਰ ਦੂਜੀ ਗੱਲ, ਜਿਹੜੇ ਖੇਤੀ ਹੁੰਦੀ ਨਾ, ਇਹ 'ਚ ਦੋ ਤਰ੍ਹਾਂ ਦਾ ਲਗਾਨ ਹੁੰਦਾ। ਇੱਕ ਹੁੰਦਾ, ਇੱਕ ਨੂੰ ਕਹਿੰਦੇ ਆਪਾਂ ਫਰਕਮਾ ਲਗਾਨ। ਫਰਕਮਾ ਲਗਾਨ ਇੱਥੋਂ ਪੈਦਾ ਹੁੰਦਾ, ਮਤਲਬ ਜਿਹੜੀ ਜ਼ਮੀਨ ਇੱਕ ਹੀ ਤਰ੍ਹਾਂ ਦੀ ਨਹੀਂ ਹੁੰਦੀ, ਜ਼ਮੀਨ ਦੀ ਗੁਣਵੱਤਾ ਪੱਖੋਂ ਅਲੱਗ-ਅਲੱਗ ਹੁੰਦੀ ਹੈ। ਤੇ ਜਿਹੜੀ ਸਭ ਤੋਂ ਮਾੜੀ ਜ਼ਮੀਨ ਹੁੰਦੀ ਹੈ ਉਹਦੇ ਤੋਂ ਫਸਲਾਂ ਦੀ ਕੀਮਤ ਤੈਅ ਹੁੰਦੀ ਹੈ। ਮਾਰਕਸ ਦੇ ਸਿਖਾਉਂਦਾ ਜੇ ਸਭ ਤੋਂ ਮਾੜੀ ਜ਼ਮੀਨ ਤੇ ਮੁਨਾਫਾ ਆ ਤਾਂ ਸਭ ਤੋਂ ਵਧੀਆ ਤੇ ਤਾਂ ਬਹੁਤ ਜ਼ਿਆਦਾ ਮੁਨਾਫਾ ਹੁੰਦਾ। ਇਹਨੂੰ ਫਰਕਮਾ ਲਗਾਨ ਕਹਿੰਦੇ। ਪਹਿਲਾਂ ਤੁਸੀਂ ਆਉਂਦੇ ਰਹੇ ਸਾਡੇ ਤਾਂ ਤੁਹਾਨੂੰ ਸਮਝਾਇਆ ਸੀਗਾ ਨਾ। ਮੰਨ ਲਓ ਥੋੜਾ ਹੋਰ ਬਹੁਤ ਹੀ ਸਰਲ, ਮੈਨੂੰ ਫਿਰ ਡਰ ਲੱਗਦਾ ਲੰਬੇ ਸਾਰੇ ਲੇਖ ਤੋਂ, ਬਹੁਤ ਹੀ ਸਰਲ ਕਰਨਾ। ਜੇ ਮੰਨ ਲਓ ਵਧੀਆ ਜ਼ਮੀਨ ਤੇ 100 ਰੁਪਏ ਲਾਗਤ ਆਉਂਦੀ ਹੈ, ਉਦੋਂ ਘਟੀਆ ਤੇ 200, ਉਦੋਂ ਘਟੀਆ ਤੇ 300, ਸਭ ਤੋਂ ਘਟੀਆ ਤੇ 400। ਹੁਣ ਜੇ 400 ਸਭ ਤੋਂ ਘਟੀਆ ਜ਼ਮੀਨ ਤੇ 400 ਲਾਗਤ ਹੈ, ਜੇ 450 ਦੀ ਵਿਕੂਗੀ ਤਾਂ ਉਹਨੂੰ 50 ਰੁਪਏ ਫਾਇਦਾ ਹੋਊਗਾ। ਮਤਲਬ ਜੇ ਜਿਣਸ 450 ਦੀ ਵਿਕਦੀ ਹੈ, ਜੇ ਉਹ 400 ਦੀ ਵਿਕਦੀ ਹੈ ਤਾਂ 400 ਵਾਲੀ ਤੇ ਖੇਤੀ ਨਹੀਂ ਹੋਊਗੀ, ਖੇਤੀ ਛੱਡ ਦੂਗਾ ਬੰਦਾ। ਮਤਲਬ ਉਹ ਵਿਕੀ 450 ਦੀ ਵਿਕੀ, ਤਾਂ ਜਿਹੜੀ ਸਭ ਤੋਂ ਘਟੀਆ ਜ਼ਮੀਨ ਹੈ ਜਿੱਥੇ 400 ਰੁਪਏ ਲਾਗਤ ਆਈ ਉਹਨੂੰ 50 ਰੁਪਏ ਮਿਲੇ ਮੁਨਾਫਾ, ਤੇ ਜਿਹਦੀ 100 ਰੁਪਏ ਲਾਗਤ ਆਈ ਉਹਨੂੰ ਕਿੰਨਾ ਫਾਇਦਾ ਹੋਇਆ? 350। ਠੀਕ ਹੈ ਨਾ। ਇਸ ਲਈ ਇਹ ਕੋਈ ਇਹ ਨਹੀਂ ਹੁੰਦਾ ਵੀ ਜਿਹੜੇ ਮੰਡੀਆਂ ਤੋਂ ਬਾਹਰ ਹੋ ਗਿਆ ਤਾਂ ਉਹ ਕਿਸਾਨਾਂ ਇਹ ਮਤਲਬ ਇਹ ਲਾਭਕਾਰੀ ਜਿਹੜਾ ਮਤਲਬ ਲਾਹੇਵੰਦੇ ਭਾਵਾਂ ਦਾ ਪ੍ਰਬੰਧ ਖਤਮ ਹੋ ਜਾਊਗਾ, ਇਹ ਨਹੀਂ ਹੋਣਾ ਹੈ ਨਾ। ਉਹ ਰਹਿਣਾ ਹੀ ਆ, ਉਹ ਤੋਂ ਬਾਹਰ ਵੀ ਰਹੂਗਾ। ਅਗਲੀ ਗੱਲ ਹੈ ਜਿਹੜੀ ਹੈ ਨਾ, ਮਤਲਬ ਇੱਕ ਹੋਰ ਜਿਹੜੇ ਮਤਲਬ ਪੈਂਤਰੇ ਤੋਂ ਆਪਾਂ ਇਹਦਾ ਵਿਰੋਧ ਕਰਨਾ ਚਾਹੀਦਾ, ਉਹ ਕੀ ਹੈ? ਉਹ ਇਹ ਹੈ, ਫਿਰ ਉਹੀ ਆਪਣਾ ਪੁਰਾਣਾ ਗੱਲ ਜਿਹੜੀ ਤੁਸੀਂ ਬਹੁਤ ਵਾਰ ਸੁਣੀ ਹੋਈ ਆ, ਉਹ ਫਿਰ ਦੁਹਰਾਉਂਦੇ ਆਪਾਂ ਗੱਲਾਂ ਨੂੰ। ਉਹ ਇਹ ਹੈ ਕਿ ਭਾਰਤ ਇੱਕ ਬਹੁਕੌਮੀ ਦੇਸ਼ ਹੈ। ਜਿਵੇਂ ਭਾਰਤ ਵਿੱਚ, ਜਿਵੇਂ ਭਾਰਤ ਜਰਮਨੀ ਨੀਗਾ। ਜਰਮਨੀ 'ਚ ਕੀ ਹੈ? ਮਜ਼ਦੂਰ ਨੇ, ਸਰਮਾਏਦਾਰ ਨੇ। ਕਹਾਣੀ ਸਿੱਧੀ ਹੈ। ਔਰਤਾਂ ਤੇ ਜ਼ਬਰ ਹੁੰਦਾ, ਇੱਕ ਵੱਖਰਾ ਮਸਲਾ ਹੈ ਨਾ। ਭਾਰਤ ਇੰਨਾ ਸਿੱਧਾ ਥੋੜ੍ਹੀ ਹੈ। ਭਾਰਤ 'ਚ ਕਿੰਨੀਆਂ ਜਾਤਾਂ ਨੇ? 3500 ਜਾਤ ਹੈ, ਕਬੀਲੇ ਨੇ। ਹਾਲੇ ਕਈ ਉਹ ਸ਼ਿਕਾਰੀ ਕਰੀ ਜਾਂਦੇ, ਸਾਂਸੀ ਸੂਸੀ ਜਿਹੇ ਹੈ ਨਾ। ਆ ਬੌੜੀਏ ਹੁਣ ਖੇਤੀ ਕਰਨ ਲੱਗੇ ਆ। ਮਤਲਬ ਅਤੀਤ ਦੇ ਜਿਹੜੇ ਪੁਰਾਣੇ ਕਬੀਲੀ ਆਪਾਂ ਕਹਿੰਦੇ ਮੁੱਢ ਕਦੀਮੀ ਸਮਾਜ ਜਿਹੜਾ ਹੁੰਦਾ ਸੀਗਾ, ਸ਼ਿਕਾਰ, ਉਹ ਅਲੱਗ-ਅਲੱਗ ਕੰਮ ਕਰਦੇ ਸੀਗੇ। ਉੱਦਾਂ ਦੇ ਕਬੀਲੇ ਹਲੇ ਭਾਰਤ ਵਿੱਚ ਮਿਲਦੇ ਨੇ। ਜਾਤਾਂ 'ਚ ਵੰਡਿਆ ਹੋਇਆ ਸਾਡਾ ਦੇਸ਼ ਹੈ।
ਮਤਲਬ ਇੱਥੇ ਔਰਤਾਂ ਦੇ ਜਿਵੇਂ ਇੱਕ ਮਜ਼ਦੂਰ ਔਰਤ ਆ, ਉਹ ਕਾਰਖਾਨੇ 'ਚ ਮਜ਼ਦੂਰ ਵਜੋਂ ਲੁੱਟ ਹੁੰਦੀ, ਉਹਦੀ ਘਰ ਵਿੱਚ ਜਿਹੜੀ ਲੁੱਟ ਹੁੰਦੀ ਆ, ਉਹ ਜਿਹੜੀ ਪਿੱਤਰ ਸਤਾਤਮਕ ਪਰਿਵਾਰ ਆ ਉੱਥੇ ਫਿਰ ਲੁੱਟ ਹੁੰਦੀ ਆ, ਉਹ ਦੂਰੀ ਲੁੱਟ ਦਾ ਸ਼ਿਕਾਰ ਆ ਔਰਤ। ਠੀਕ ਆ, ਇਹ ਜਰਮਨੀ 'ਚ ਵੀ ਇਸ ਤਰ੍ਹਾਂ ਹੈਗਾ, ਪਰ ਜਰਮਨੀ 'ਚ ਜਾਤ ਪਾਤ ਨਹੀਂ ਗਈ। ਭਾਰਤ ਵਿੱਚ ਬਹੁਤ ਸਾਰੀਆਂ ਕੌਮਾਂ ਨੇ। ਕਿੰਨੀਆਂ ਨੇ? ਸਟਾਲਨ ਨੇ ਲਿਖਿਆ ਸੀ ਆਪਣੇ ਲੇਖ 'ਚ 800 ਨੇ। 800 ਕੌਮਾਂ। ਉਦੋਂ ਬੰਗਲਾਦੇਸ਼ ਤੇ ਪਾਕਿਸਤਾਨ ਵੀ ਨਾਲ ਸੀਗੇ। ਮੰਨ ਲਓ ਥੋੜ੍ਹੀਆਂ ਚੱਲ ਗਈਆਂ ਹੋਣਗੀਆਂ ਉੱਧਰ, ਹੁਣ ਕਿੰਨੀਆਂ ਆਪਾਂ ਗਿਣ ਨਹੀਂ ਸਕਦੇ ਕਿੰਨੀਆਂ ਨੇ, ਕਿਉਂਕਿ ਭਾਰਤ ਸਰਕਾਰ ਭਾਸ਼ਾ ਦੇ ਆਧਾਰ ਤੇ ਅੰਕੜੇ ਸਹੀ ਢੰਗ ਨਾਲ ਨਹੀਂ ਇਕੱਠੇ ਕਰਦੀ। ਬਹੁਤ ਸਾਰੀਆਂ ਭਾਸ਼ਾਵਾਂ ਨੂੰ ਦੂਜੀਆਂ ਭਾਸ਼ਾਵਾਂ 'ਚ ਜੋੜ ਦਿੰਦੀ ਹੈ, ਨੱਥੀ ਕਰ ਦਿੰਦੀ ਹੈ ਕਿ ਇਹਦੀ ਉਪ ਭਾਸ਼ਾਵਾਂ ਨੇ, ਹੈ ਨਾ। ਇਸ ਲਈ ਪਤਾ ਨਹੀਂ ਲੱਗਦਾ। ਮੋਟੇ ਤੌਰ ਤੇ ਦੇਖੀ ਜਾਵੇ ਜਿਹੜੇ ਬਹੁਤ ਉੱਭਰਵੀਆਂ ਰੂਪੇ ਸਾਹਮਣੇ ਨੇ ਸਾਡੇ, ਨਾਗਾ, ਮਿਜ਼ੋ, ਮਨੀਪੁਰੀ, ਅਸਮੀ, ਬੰਗਾਲੀ, ਉੜੀਆ, ਹੁਣ ਮੈਂ ਗਿਣਾ ਦਿੰਦਾ ਨਾ, ਬਹੁਤ ਸਾਰੀਆਂ ਗਿਣ ਸਕਦੇ ਆਪਾਂ। ਇਹ ਇੱਕ ਬਹੁਤ ਕੌਮੀ ਦੇਸ਼ ਹੈ। 47 ਵਿੱਚ ਕੀ ਹੋਇਆ ਸੀ? ਸਮਝੌਤਾ ਹੋਇਆ ਸੀਗਾ ਇੱਦਾਂ ਦਾ ਇੱਕ। ਮਤਲਬ ਇਹ ਜਿਹੜੇ ਰੌਲੇ ਸਾਡੇ ਪੈਣੇ ਸ਼ੁਰੂ ਹੋਏ ਸੀਗੇ ਕੌਮਾਂ ਵਾਲੇ, ਇਹ ਕਦੋਂ ਪੈਣੇ ਸ਼ੁਰੂ ਹੋਏ ਸੀਗੇ? ਦੇਖੋ, ਕੌਮ ਕਦੋਂ ਬਣਦੀ ਹੈ, ਕੌਮਾਂ ਕਦੋਂ ਹੋਂਦ ਵਿੱਚ ਆਉਂਦੀਆਂ ਨੇ? ਜਦੋਂ ਸਰਮਾਏਦਾਰੀ ਆਉਂਦੀ ਹੈ, ਉਦੋਂ ਕੌਮਾਂ ਹੋਂਦ ਵਿੱਚ ਆਉਂਦੀਆਂ ਨੇ। ਹੁਣ ਕਈ ਲੋਕ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀਗਾ ਉਹ ਸਿੱਖਾਂ ਦਾ ਰਾਜ ਕਹਿੰਦੇ, ਕੋਈ ਪੰਜਾਬੀਆਂ ਦਾ ਰਾਜ ਕਹੀ ਜਾਂਦੇ, ਹੈ ਨਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਤਾਂ ਸਿੱਖਾਂ ਦਾ ਰਾਜ ਸੀਗਾ, ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਹੈ ਨਾ। ਕਿਉਂਕਿ ਸਿੱਖ ਤਾਂ ਉੱਥੇ ਨਾਮ ਮਾਤਰ ਸੀਗੇ, 8% ਸੀਗੇ ਸਿੱਖ ਆਬਾਦੀ। ਉਹਨੂੰ ਖਾਲਸਾ ਰਾਜ ਕਹੀ ਜਾਂਦੇ ਆ ਕਈ ਲੋਕ, ਹੈ ਨਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬੀਆਂ ਦਾ ਕੌਮੀ ਰਾਜ ਥੋੜ੍ਹੀ ਸੀਗਾ, ਕਿਉਂਕਿ ਪੰਜਾਬੀ ਕੌਮ ਹੈ ਹੀ ਨਹੀਂ ਸੀ ਉਦੋਂ ਥੱਲੇ ਭਰੂਣ ਰੂਪ ਚੀਜ਼ਾਂ ਉੱਭਰ ਰਹੀਆਂ ਸੀਗੀਆਂ। ਜਦੋਂ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕੀਤਾ, ਤੇ ਇੱਥੇ ਫਿਰ ਉਹਦੇ ਜਿਹੜੀ ਲੁੱਟ ਨਹੀਂ ਕਰਕੇ ਇੱਥੋਂ ਲੈ ਕੇ ਜਾਣੀ ਸੀ, ਉਹਦੇ ਬਾਈ ਪ੍ਰੋਡਕਟ ਦੇ ਤੌਰ ਤੇ ਇੱਥੇ ਸਰਮਾਏਦਾਰੀ ਵਿਕਾਸ ਸ਼ੁਰੂ ਹੋਇਆ। ਉਹ ਸਰਮਾਏਦਾਰੀ ਵਿਕਾਸ ਦੇ ਬਦੌਲਤ ਦੋ ਚੀਜ਼ਾਂ ਪੈਦਾ ਹੋਈਆਂ। ਦੋ ਚੀਜ਼ਾਂ ਕੀ ਪੈਦਾ ਹੋਈਆਂ? ਨੰਬਰ 1, ਭਾਰਤ ਦੇ ਲੋਕਾਂ ਵਿੱਚ ਇਹ ਚੇਤਨਾ ਆਈ ਕਿ ਆਪਾਂ ਵਿਦੇਸ਼ੀ ਗੁਲਾਮੀ ਤੋਂ ਖਹਿੜਾ ਛਡਾਉਣਾ, ਮੁਕਤੀ ਚਾਹੀਦੀ ਹੈ। ਜਾਣੀ ਐਂਟੀ ਕਲੋਨੀਅਲ ਬਸਤੀਵਾਦ ਵਿਰੋਧੀ ਚੇਤਨਾ ਨੇ ਜਨਮ ਲਿਆ। ਠੀਕ। ਦੂਜੇ ਪਾਸੇ ਕੀ ਹੋਣ ਲੱਗਾ ਵੀ ਜਿਹੜੀਆਂ ਅਲੱਗ-ਅਲੱਗ ਖਿੱਤਿਆਂ 'ਚ ਅਲੱਗ-ਅਲੱਗ ਭਾਸ਼ਾਵਾਂ ਬੋਲਣ ਵਾਲੇ ਲੋਕ ਸੀ, ਉਹ ਕੌਮਾਂ ਦੇ ਰੂਪ ਵਿੱਚ ਜਥੇਬੰਦ ਹੋਣ ਲੱਗ ਗਏ। ਬੰਗਾਲੀ, ਉੜੀਆ, ਪੰਜਾਬੀ, ਕਸ਼ਮੀਰੀ, ਤਮਿਲ, ਗੁਜਰਾਤੀ, ਰਾਜਸਥਾਨੀ, ਜਿਹਨੂੰ ਮਾਰਵਾੜੀ ਵੀ ਕਹਿੰਦੇ ਆ ਨਾ, ਇਹ ਕੌਮਾਂ ਵੀ ਜਥੇਬੰਦ ਹੋਣ ਲੱਗ ਗਈਆਂ, ਬਣਨ ਲੱਗ ਗਈਆਂ। ਫਿਰ ਜਿਹੜੇ ਮਤਲਬ ਦੂਰੀ, ਇੱਕ ਤਾਂ ਐਂਟੀ ਕਲੋਨੀਅਲ ਇਕੱਠੇ ਹੋ ਕੇ ਇੱਕ ਅਲੱਗ-ਅਲੱਗ ਕੌਮਾਂ ਦੀ ਜਿਹੜੀ ਆ ਆਪਣੀ ਜਿਹੜੀਆਂ ਉਹ ਐਂਬੀਸ਼ਨਸ ਕਹੀਏ, ਉਹ ਵੀ ਉੱਭਰ ਲੱਗ ਪਈਆਂ ਸਾਹਮਣੇ। ਇਹ ਕਦੋਂ ਹੋਣ ਲੱਗਾ? 19ਵੀਂ ਸਦੀ ਦੇ ਆਖਰ 'ਚ। ਤੇ 20ਵੀਂ ਸਦੀ ਦੇ ਸ਼ੁਰੂ 'ਚ ਇਹ ਐਡਾ ਵੱਡਾ ਮਸਲਾ ਬਣ ਗਿਆ ਕਿ ਕਾਂਗਰਸ ਨੂੰ ਆਪਣਾ ਇੱਕ ਕੌਮੀ ਪ੍ਰੋਗਰਾਮ 1920 'ਚ ਤਿਆਰ ਕਰਨਾ ਪੈ ਗਿਆ। 1920 ਵਿੱਚ ਐਡਾ ਵੱਡਾ ਮਸਲਾ ਬਣ ਗਿਆ ਸੀ ਕੌਮਾਂ ਵਾਲਾ। ਉਦੋਂ ਕਾਂਗਰਸ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਊਗਾ ਤਾਂ ਅਸੀਂ ਭਾਸ਼ਾ ਆਧਾਰਿਤ ਸੂਬੇ ਬਣਾਵਾਂਗੇ। ਤੇ ਕਾਂਗਰਸ ਨੇ ਆਪਣੀ ਸੂਬਾ ਇਕਾਈਆਂ ਭਾਸ਼ਾ ਆਧਾਰਿਤ ਬਣਾਈਆਂ ਸੀ 1920 'ਚ ਇਹ ਫੈਸਲਾ ਲਿਆ। 1945 ਦੇ ਵਿੱਚ ਉਹਨੇ ਫਿਰ ਆਪਣਾ ਨਾ ਉਹ ਚੋਣ ਐਲਾਨਨਾਮਾ ਛਾਪਿਆ। ਇੱਕ ਰੂਸੀ ਇਤਿਹਾਸਕਾਰ ਦਯਾਕੋਵ, ਉਹਨੇ ਹਵਾਲੇ ਦਿੱਤੇ ਨੇ, ਦਯਾਕੋਵ ਨੇ। ਬਾਅਦ ਤਾਂ ਉਹਨੇ ਵੀ ਆਪਣਾ ਬਦਲ ਲਿਆ ਸੀ, ਉਹ ਹੋਰ ਕਾਰਨ ਸੀਗੇ। ਸੋਵੀਅਤ ਯੂਨੀਅਨ ਸਰਮਾਏਦਾਰੀ ਮੁੜ ਬਹਾਲੀ ਹੋ ਗਈ, ਉਹਨੇ ਫਿਰ ਨਹਿਰੂ ਨਾਲ ਬਣਾ ਕੇ ਰੱਖਣੀ ਸੀਗੀ, ਤੇ ਸੋਵੀਅਤ ਬਹੁਤ ਸਾਰੇ ਬੁੱਧੀਜੀਵੀ ਨੇ ਆਪਣੇ ਵਿਜ਼ਨ ਬਦਲ ਲਈਆਂ ਬਾਅਦ ਦੇ ਵਿੱਚ। 1945 ਵਿੱਚ ਇੱਕ ਇਲੈਕਸ਼ਨ ਮੈਨੀਫੈਸਟੋ ਛਾਪਿਆ ਸੀ, ਜਿਹਦੇ ਵਿੱਚ ਫਿਰ ਕਾਂਗਰਸ ਨੇ ਕਿਹਾ ਸੀਗਾ ਕਿ ਅਸੀਂ ਭਾਸ਼ਾਦਾਰ ਸੂਬੇ ਬਣਾਵਾਂਗੇ। ਜਦੋਂ 47 ਵਿੱਚ ਆ ਗਈ ਸੱਤਾ ਇਹਨਾਂ ਦੇ ਹੱਥ, ਸੱਤਾ ਕਿਹਦੇ ਹੱਥ? ਭਾਰਤੀ ਵੱਡੀ ਸਰਮਾਏਦਾਰੀ ਦੇ ਹੱਥ। ਹੁਣ ਜਿਹੜੀ ਭਾਰਤ ਦੀ ਵੱਡੀ ਸਰਮਾਏਦਾਰੀ ਆ, ਉਹ ਇਸ ਦੇਸ਼ ਤੇ ਪੂਰੀ ਦੀ ਪੂਰੀ ਮੰਡੀ ਤੇ ਕਬਜ਼ਾ ਰੱਖਣਾ ਚਾਹੁੰਦੀ ਸੀ, ਇਹਨੂੰ ਖਿੰਡਣ ਨਹੀਂ ਸੀ ਦੇਣਾ ਚਾਹੁੰਦੀ। ਉਹ ਭਾਰਤ ਦੀ ਵੰਡ ਦੇ ਵੀ ਖਿਲਾਫ ਸੀ ਕਿ ਪਾਕਿਸਤਾਨ ਬਣੇ, ਹੈ ਨਾ। ਪਰ ਉਹ ਮਜਬੂਰੀ ਸੀ ਉਹਦੀ, ਕਿਉਂਕਿ ਅੰਗਰੇਜ਼ਾਂ ਨੇ ਵੀ ਕਹਿ ਦਿੱਤਾ ਸੀ ਵੰਡ ਨੂੰ ਪ੍ਰਵਾਨ ਨਹੀਂ ਕਰਦੀ ਕਾਂਗਰਸ, ਅਸੀਂ ਇਹ ਆਜ਼ਾਦੀ ਹਲੇ ਹੋਰ ਲੰਮਕ ਜਾਣਾ ਸੀ ਮਾਮਲਾ। ਠੀਕ। ਉਹਦੇ ਹੋਰ ਵੀ ਕਈ ਕਾਰਨ ਸੀਗੇ, ਚਲੋ ਉਹਨਾਂ ਦੇ ਵਿਸਤਾਰ 'ਚ ਨਹੀਂ ਜਾਣਾ। ਹੁਣ 45 ਦੇ ਵਿੱਚ ਕਾਂਗਰਸ ਨੇ 47 ਵਿੱਚ ਜਦੋਂ ਮੁੱਕਰ ਗਈ ਇਹ ਸੂਬੇ ਬਣਾਉਣ ਤੋਂ ਭਾਸ਼ਾ ਆਧਾਰਿਤ, ਤਾਂ ਫਿਰ ਰੌਲਾ ਪੈਣਾ ਸ਼ੁਰੂ ਹੋ ਗਿਆ। ਜਿਹੜੀ ਦੇਖੋ ਨਾ 1849 ਵਿੱਚ ਭਾਰਤ ਗੁਲਾਮ ਬਣਿਆ ਪੂਰੀ ਤਰ੍ਹਾਂ। 1849 'ਚ ਪੰਜਾਬ ਗੁਲਾਮ ਬਣਿਆ, ਪੰਜਾਬ ਨਾਲ ਸਾਰਾ ਹਿੰਦੁਸਤਾਨ ਦਾ ਗੁਲਾਮ ਬਣ ਗਿਆ। 1849 ਤੋਂ ਲੈ ਕੇ 1947 ਤੱਕ ਇੱਕ ਦੇਸ਼ ਦੇ ਲੋਕਾਂ ਨੇ ਲੜਾਈ ਲੜੀ, ਜੇ ਸੀ ਸਾਡੀ ਭਾਰਤ ਮਾਤਾ ਹੈ, ਅਸੀਂ ਭਾਰਤੀ ਹਾਂ, ਇਹ ਵੀ ਸੰਕਲਪ ਆਇਆ ਨਾ। ਪਰ 47 ਤੋਂ ਬਾਅਦ ਭਾਰਤ ਮਾਤਾ ਵਾਲਾ ਸੰਕਲਪ ਹੌਲੀ ਹੌਲੀ ਕਮਜ਼ੋਰ ਪੈਣ ਲੱਗ ਗਿਆ। ਜਦੋਂ ਭਾਸ਼ਾਦਾਰ ਸੂਬੇ ਬਣਨੇ ਸ਼ੁਰੂ ਹੋਏ, ਪਹਿਲਾਂ ਸੀ ਵੀ ਇਹ ਮੁੱਕਰ ਗਈ ਸਰਕਾਰ, ਬਸ ਹੀ ਨਹੀਂ ਬਣਾਣੇ, ਤਾਂ ਤਮਿਲਨਾਡੂ ਤੋਂ ਅਲੱਗ ਹੋਣ ਦੇ ਲਈ ਤੇਲਗੂ ਲੋਕਾਂ ਨੇ ਸੰਘਰਸ਼ ਸ਼ੁਰੂ ਕੀਤਾ। ਜਦੋਂ ਉੱਥੇ ਮਤਲਬ ਵਿਦਰੋਹ ਵਾਲੀ ਸਥਿਤੀ ਬਣ ਗਈ, ਆਰਮੀ ਲੈਣੀ ਪਈ, ਤਾਂ ਫਿਰ ਇਹ ਸੂਬਾ ਬਣਿਆ। ਫਿਰ ਗੁਜਰਾਤ ਤੋਂ ਮੁੰਬਈ ਪ੍ਰੈਜ਼ੀਡੈਂਸੀ ਤੋਂ ਗੁਜਰਾਤ ਅਲੱਗ ਕੀਤਾ, ਹੌਲੀ ਹੌਲੀ ਕਈ ਸੂਬੇ ਬਣੇ ਇੰਡੀਆ ਦੇ ਵਿੱਚ। ਪੰਜਾਬ ਵਾਲਿਆਂ ਨੇ ਮੰਗ ਕੀਤੀ, ਹੈ ਨਾ। ਪੰਜਾਬ ਦਾ ਮਸਲਾ ਹੋਰ ਸੀਗਾ। ਦੇਖੋ ਆਵਾਸੀਆਂ ਲੱਗੇ, ਬੋਰ ਤਾਂ ਨਹੀਂ ਹੋ ਰਹੇ, ਥੋੜਾ ਬੋਲਣਾ ਮੈਂ। ਪੰਜਾਬ ਦੇ ਵਿੱਚ ਕੀ ਸੀਗਾ ਨਾ, ਪੰਜਾਬ ਦੇ ਵਿੱਚ ਕੀ ਹੋ ਗਿਆ, ਇਹ 3 ਜਿਹੜੇ ਧਰਮਾਂ ਆਧਾਰਿਤ ਵੰਡਿਆ ਗਿਆ।
ਅੰਗਰੇਜ਼ ਦੇਖੋ ਜਿਹੜਾ ਫਿਰਕਾ ਪ੍ਰਸਤੀ ਸੀ ਨਾ, ਇਹਨੂੰ ਅੰਗਰੇਜ਼ ਲੈ ਕੇ ਆਇਆ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਫਿਰਕਾ ਪ੍ਰਸਤੀ ਨਹੀਂ ਸੀਗੀ। ਇੱਕ ਤੌਹੀਦ ਅਹਿਮਦ ਚੱਠਾ ਆ ਲੈਂਦੇ ਪੰਜਾਬ ਦਾ, ਲਾਇਲਪੁਰ ਦਾ, ਉਹ ਇੰਟਰਵਿਊ ਜਿਹੀਆਂ ਕਰਦਾ ਨਾ ਲੋਕਾਂ ਦੀਆਂ। ਉਹਨੇ ਇੱਕ ਕੁਰੂਕਸ਼ੇਤਰ ਦੇ ਪ੍ਰੋਫੈਸਰ ਦੀ ਇੰਟਰਵਿਊ ਪਾਈ ਹੋਈ ਆ, ਤੁਸੀਂ ਸੁਣ ਲਿਓ, YouTube ਤੇ ਪਈ ਆ। ਉਹ ਪ੍ਰੋਫੈਸਰ ਦਾ ਨਾਂ ਹੈ ਕੁੰਦਨ ਲਾਲ ਟਟੇਜਾ। ਉਹਨੇ ਇਹਦੇ ਬਾਰੇ ਦੱਸਿਆ ਵੀ ਕਿਵੇਂ ਜਿਹੜੀਆਂ ਧਰਮ ਆਧਾਰਿਤ ਪਛਾਣਾਂ ਨੂੰ ਪੱਕੇ ਪੈਰੀ ਕੀਤਾ ਉਹਨਾਂ ਨੇ। ਫਿਰ ਜਿਹੜੀ ਭਾਸ਼ਾ ਸੀ ਇਹ, ਉਹਨੂੰ ਵੀ ਉਹਨੇ 3 ਧਰਮਾਂ ਨਾਲ ਜੋੜਤਾ ਵੀ ਮੁਸਲਮਾਨਾਂ ਦੀ ਭਾਸ਼ਾ ਉਰਦੂ ਆ, ਹਿੰਦੂਆਂ ਦੀ ਹਿੰਦੀ ਆ, ਸਿੱਖਾਂ ਦੀ ਪੰਜਾਬੀ ਆ। ਇਹ ਹਾਲੇ ਤੱਕ ਵੀ ਦੇਖੋ ਧਾਰਨਾ ਚੱਲੀ ਜਾਂਦੀ ਹੈ। ਬੇਸ਼ੱਕ ਸਾਰੇ ਹਿੰਦੂ ਮੁਸਲਮਾਨ ਸਿੱਖ ਪੰਜਾਬੀ ਬੋਲਦੇ ਆ, ਪਰ ਕਹਿਣਗੇ ਸਾਡੀ ਉਰਦੂ, ਹਿੰਦੂ ਕਹਿੰਦੇ ਸਾਡੀ ਹਿੰਦੀ ਆ, ਹੈ ਨਾ, ਬੋਲਦੇ ਸਾਰੇ ਪੰਜਾਬੀ ਨੇ। ਹੁਣ ਸਾਡੇ ਇੱਕ ਤਾਂ ਇਹ ਸਾਡੇ ਜਿਹੜੀਆਂ ਸੀਗੀਆਂ ਨਾ ਪੰਜਾਬ ਦੇ ਵਿੱਚ ਸੀਗੀ, ਇਹ ਜਿਹੜੀ ਵੰਡ ਪੂਰੇ ਭਾਰਤ ਦੀ ਵੰਡ, ਜਾਤ ਆਧਾਰਿਤ ਵੰਡ, ਧਰਮ ਆਧਾਰਿਤ ਵੰਡ ਤੇ ਕੌਮੀ ਆਧਾਰ ਤੇ ਵੰਡ। ਪੰਜਾਬ ਦੇ ਵਿੱਚ ਖਾਸ ਤੌਰ ਤੇ ਗੱਲ ਕਰਨੀ ਵੀ ਜਾਤ ਆਧਾਰਿਤ ਵੰਡ, ਧਰਮ ਆਧਾਰਿਤ ਵੰਡ ਤੇ ਕੌਮ ਆਧਾਰਿਤ ਵੰਡ ਤਾਂ ਨਹੀਂ ਸੀ, ਕੌਮ ਬਣ ਰਹੀ ਸੀ, ਇਹ ਬਣ ਨਹੀਂ ਪ੍ਰਕਿਰਿਆ ਵਿੱਚ ਸੀਗੀ ਨਾ। ਹੁਣ 50-47 ਤੋਂ ਬਾਅਦ ਜਿਹੜੇ ਅਤੀਤ ਦੀਆਂ ਵੰਡੀਆਂ ਸੀਗੀਆਂ, ਖਾਸ ਤੌਰ ਤੇ ਧਾਰਮਿਕ ਵੰਡ, ਇਹ ਬਹੁਤ ਪ੍ਰਭਾਵੀ ਸੀਗੀ। ਹੁਣ ਜਦੋਂ ਇਹ ਪੰਜਾਬੀ ਸੂਬੇ ਦੀ ਮੰਗ ਉੱਠੀ, ਉਹਦੇ ਵਿੱਚ ਇਹ ਵੀ ਸੀ ਸਿੱਖ ਹੋਮਲੈਂਡ ਬਣੂਗਾ, ਤੇ ਜਿਹੜਾ ਹਿੰਦੂ ਪੰਜਾਬ ਦਾ ਉਹ ਨਹੀਂ ਸੀ ਚਾਹੁੰਦਾ ਬਣੇ, ਉਹ ਇਹਦੇ ਉਲਟ ਸੀਗਾ। ਤੇ ਉੱਥੇ ਆਰੀਆ ਸਮਾਜੀਆਂ ਨੇ, RSS ਨੇ ਕੰਪੇਨ ਚਲਾਈ, ਤੁਸੀਂ ਆਪਣੀ ਭਾਸ਼ਾ ਹਿੰਦੀ ਲਿਖਾਓ। ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਭਾਸ਼ਾ ਹਿੰਦੀ ਲਿਖਵਾਤੀ। ਤਾਂ ਫਿਰ ਜਿਹੜਾ ਸੂਬਾ ਬਣਿਆ ਸ਼ਹਿਰ ਦੇ ਵਿੱਚ, ਉਹ ਕੱਟ ਵੱਢ ਕੇ ਬਣਿਆ, ਕਾਫੀ ਹਿੱਸਾ ਪਾਸੇ ਕਰਤਾ ਇਹਨਾਂ ਦਾ। ਠੀਕ, ਇਸ ਤਰ੍ਹਾਂ ਇਹ ਸੂਬੇ ਬਣੇ। ਹੁਣ ਇਹ ਸੂਬੇ ਜਦੋਂ ਬਣੇ ਤਾਂ ਇਹਦੀ ਇੱਕ ਵਿਵਸਥਾ ਕੀਤੀ, ਸੂਬਿਆਂ ਕੋਲੇ ਕੀ ਹੋਊਗਾ ਤੇ ਕੇਂਦਰ ਕੋਲੇ ਕੀ ਹੋਊਗਾ। ਅਧਿਕਾਰਾਂ ਦੀ ਵੰਡ ਕੀਤੀ ਗਈ। ਸੰਵਿਧਾਨ ਵਿੱਚ 3 ਸੂਚੀਆਂ ਬਣਾਈਆਂ ਗਈਆਂ ਹੈ। ਪਹਿਲੀ ਸੂਚੀ ਹੈ ਉਹਨੂੰ ਕਹਿੰਦੇ ਆਪਾਂ ਯੂਨੀਅਨ ਲਿਸਟ ਕਹਿੰਦੇ ਆ, ਹੈ। ਦੂਜੀ ਸੂਚੀ ਉਹਨੂੰ ਸਟੇਟ ਲਿਸਟ ਕਹਿੰਦੇ ਆ। ਤੀਜੀ ਸੂਚੀ ਨੂੰ ਸਮਵਰਤੀ ਸੂਚੀ ਕਹਿੰਦੇ ਆ। ਸਮਵਰਤੀ ਸੂਚੀ ਇੱਕ ਚਲਾਕੀ ਹੈ ਇਹ ਦਿੱਲੀ ਦੀ ਹਕੂਮਤ ਦੀ। ਉਹਨੇ ਕੀ ਕੀਤਾ ਵੀ ਕੁਝ ਤਾਂ ਸਾਂਝੇ ਆ, ਉਹ ਤੇ ਤੁਸੀਂ ਵੀ ਬਣਾ ਸਕਦੇ ਹੋ, ਸਟੇਟਾਂ ਵਾਲੇ ਬਣਾ ਸਕਦੇ, ਕਾਨੂੰਨ ਅਸੀਂ ਬਣਾਵਾਂਗੇ, ਪਰ ਚੱਲੂ ਸਾਡੀ ਜਾਣੀ ਕਹਿਣ ਵਾਲਾ ਕੇਂਦਰ ਦੀ ਸੂਚੀ ਹੋਈ ਹੈ। ਤੇ ਜਿਹੜੀ ਸਟੇਟ ਲਿਸਟ ਹੈ, ਸਟੇਟ ਲਿਸਟ ਦੇ ਵਿੱਚ ਨਹੀਂ ਕੀਤਾ, ਜਿੰਨੇ ਸੀਗੇ ਅਧਿਕਾਰ ਰਾਜਾਂ ਦੇ, ਹੌਲੀ ਹੌਲੀ ਨਾ ਇੱਕ ਕੱਢ ਕੇ ਸਟੇਟਾਂ ਦੇ ਅਧਿਕਾਰ ਜਿਹੜੇ ਉਹਨੂੰ ਖੋਖਲਾ ਬਣਾਤਾ ਵੀ ਕੋਈ ਅਧਿਕਾਰ ਹੀ ਨਹੀਂਗਾ। ਹੁਣ ਕਿਵੇਂ, ਜਿਵੇਂ ਹੁਣ ਸਿੱਖਿਆ ਦਾ ਪ੍ਰਬੰਧ ਸੀਗਾ, ਇਹ ਰਾਜਾਂ ਕੋਲੇ ਸੀਗਾ, ਤੇ 75 ਚ ਐਮਰਜੈਂਸੀ ਲੱਗੀ, ਚੱਕ ਕੇ ਉਸ ਸਮਵਰਤੀ ਸੂਚੀ 'ਚ ਪਾਤਾ। ਹੁਣ ਉੱਥੇ ਕੇਂਦਰ ਦੀ ਉਹ ਚੱਲਦੀ ਹੈ, ਰਾਜਾਂ ਦੀ ਚੱਲਦੀ ਨਹੀਂ ਗੀ। ਹੁਣ ਜਿਹੜਾ ਖੇਤੀ ਦਾ ਮਹਿਕਮਾ ਆ, ਨਹੀਂ ਹਾਂ ਹੁਣ ਟੈਕਸ ਸੀਗੇ, ਸਰਕਾਰਾਂ ਟੈਕਸ ਇਕੱਠੇ ਕਰਦੀਆਂ, ਉਹ ਵੀ ਖੋਲੇ ਇਹਨਾਂ ਤੋਂ। ਤੇ ਜਿਹੜੀ ਖੇਤੀ ਹੈ, ਖੇਤੀ ਕੀ ਹੈ ਨਾ, ਸੰਵਿਧਾਨ ਦੀ ਜਿਹੜੀ ਇਹ ਧਾਰਾ ਹੈ, ਜਿਹੜੀ ਇਹ ਸਟੇਟ ਲਿਸਟ ਹੈ, ਸੰਵਿਧਾਨ ਦਾ 70ਵੇਂ ਸ਼ਡਿਊਲ ਦੇ ਵਿੱਚ 3 ਲਿਸਟਾਂ ਨੇ। ਪਹਿਲੀ ਲਿਸਟ ਤੁਹਾਨੂੰ ਦੱਸੀ ਹੈ ਸੈਂਟਰਲ ਲਿਸਟ, ਦੂਜੀ ਸਟੇਟ ਲਿਸਟ ਹੈ, ਤੀਜੀ ਕਾਂਕਰੇਨ ਲਿਸਟ ਹੈ। ਜਿਹੜੀ ਦੂਜੀ ਲਿਸਟ ਹੈ ਨਾ, ਦੂਜੀ ਸੂਚੀ ਹੈ ਸਟੇਟ ਲਿਸਟ, ਉਹਦੀ ਐਂਟਰੀ 14ਵੀਂ ਐਂਟਰੀ ਦੇ ਮੁਤਾਬਕ ਕੀ ਹੈ, ਖੇਤੀ ਸਮੇਤ ਖੇਤੀਬਾੜੀ ਸਿੱਖਿਆ ਤੇ ਖੋਜ, ਬਿਮਾਰੀਆਂ ਤੇ ਨਦੀਨਾਂ ਤੋਂ ਬਚਾਅ। ਇਹ ਸਟੇਟ ਦਾ ਅਧਿਕਾਰ ਹੈ, ਇਹ ਸੂਬੇ ਦੇ ਅਧਿਕਾਰ ਖੇਤਰ 'ਚ ਹੈ, ਤੇ ਇਹ ਤੇ ਕੇਂਦਰ ਨਹੀਂ ਬਣਾ ਸਕਦਾ, ਕਾਨੂੰਨ ਨਹੀਂ ਬਣਾ ਸਕਦਾ। ਹੁਣ ਕਈ ਜਿਹੜੇ ਸੰਵਿਧਾਨ ਮਾਹਰ ਉਹ ਇਹਨੂੰ ਫੜਦੇ ਆ, ਜਿਹੜੇ ਕਹਿੰਦੇ ਇਹਨੂੰ ਕਾਨੂੰਨੀ ਢੰਗ ਨਾਲ ਚੁਣੌਤੀ ਦੇਵਾਂਗੇ, ਪਰ ਕਾਨੂੰਨ ਅੱਜ ਕੱਲ੍ਹ ਸੁਣਦਾ ਕੋਈ ਨਹੀਂਗਾ। ਕੋਟਾਂ ਕਾਟਾਂ ਸਾਰਾ ਉਹਨਾਂ ਦੇ ਹੱਕ। ਹੁਣ ਕਿਉਂਕਿ ਕਾਨੂੰਨ ਦੇ ਵਿੱਚ ਉਹਨਾਂ ਦੇ ਹੱਥ 'ਚ ਹੀ ਬਹੁਤ ਕੁਛ ਹੈ, ਉਹਨਾਂ ਨੇ ਪਹਿਲਾਂ ਹੀ ਇਹਦਾ ਪ੍ਰਬੰਧ ਕੀਤਾ ਹੋਇਆ। ਧਾਰਾ 248 ਸੰਵਿਧਾਨ ਦੀ ਭਾਗ 11 ਉਹਦੇ ਮੁਤਾਬਕ ਕੀ ਆ ਵੀ ਜਿਹੜੇ 3 ਸੂਚੀਆਂ ਨੇ, ਇਹਨਾਂ ਤੋਂ ਕੇਂਦਰ ਸਰਕਾਰ ਕੌਮੀ ਹਿੱਤ ਦੇ ਵਿੱਚ ਕਦੇ ਵੀ ਕੋਈ ਕਾਨੂੰਨ ਬਣਾ ਸਕਦੀ ਹੈ। ਦੇਖੋ ਪਹਿਲਾਂ ਉਹਨਾਂ ਨੇ ਇੰਤਜ਼ਾਮ ਵੀ ਕੀਤਾ ਹੋਇਆ ਵੀ ਤਾਂ ਕੌਮੀ ਹਿੱਤ ਦੇ ਵਿੱਚ ਆ। ਅੱਗੇ ਇੱਕ ਹੋਰ ਨੂੰ ਨਹੀਂ ਬਣਾਈ ਹੋਈ 249 ਧਾਰਾ 249 ਮੁਤਾਬਕ ਕੇਂਦਰ ਰਾਜ ਸੂਚੀ ਸ਼ਾਮਿਲ ਕਿਸੇ ਵੀ ਵਿਸ਼ੇ ਤੇ ਕੌਮੀ ਹਿੱਤ 'ਚ ਕਾਨੂੰਨ ਬਣਾ ਸਕਦਾ ਹੈ। ਧਾਰਾ 248 ਵਿੱਚ ਵੀ ਹੈ, 249 'ਚ ਵੀ ਆ। ਫਿਰ ਬਾਅਦ 'ਚ ਇਹਨੇ ਕੁਝ ਐਂਟਰੀਆਂ ਹੋਰ ਦਾਖਲ ਕੀਤੀਆਂ, 33 ਤੇ 34 ਐਂਟਰੀ, ਉੱਤੇ ਬਹੁਤ ਰੌਲਾ ਪੈਂਦਾ। ਉਹ ਕੀ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਲੋੜ ਪਈ ਤਾਂ। ਹੁਣ ਇਹਨਾਂ ਦਾ ਰਾਜ ਸਰਕਾਰਾਂ ਵਿਰੋਧ ਕਰਦੀਆਂ ਨੇ, ਅਲੱਗ-ਅਲੱਗ ਰਾਜ ਸਰਕਾਰਾਂ ਵਿਰੋਧ, ਜਿਵੇਂ ਜਿੰਨਾ ਕੇਂਦਰੀਕਰਨ ਹੋ ਰਿਹਾ, ਇਹ ਦੇਸ਼ ਦੇ ਵਿੱਚ ਰੌਲੇ ਪੈ ਰਹੇ ਨੇ ਇਹਦੇ ਲਈ। ਹੁਣ ਕਿਹੜੀ ਗੱਲ ਤੇ ਰੌਲਾ ਪੈ ਰਿਹਾ? ਨੰਬਰ 1 GST ਤੇ ਰੌਲਾ ਪੈ ਰਿਹਾ, ਕਿਉਂਕਿ ਸਰਕਾਰਾਂ ਦੇ ਖਜ਼ਾਨੇ ਖਾਲੀ ਨੇ ਥੱਲੇ। ਹੁਣ ਕੋਈ ਬੁਰਜੋਗੀ ਦੇ ਖਜ਼ਾਨੇ ਖੋਲੀ, ਆਪਾਂ ਕੋਈ ਲੈਣਾ, ਕੋਈ ਬੰਦਾ ਇਹ ਕਹੇ ਹੈ। ਹੁਣ ਮੰਨ ਲਓ ਕਿਸੇ ਪੰਚਾਇਤ ਕੋਲੇ ਆਪਾਂ ਕਹਿੰਦੇ ਉਹ ਗਲੀਆਂ ਨਾਲੀਆਂ ਬਣਾਵੇ, ਸਰਪੰਚ ਕੇ ਮੈਨੂੰ ਤਾਂ ਗ੍ਰਾਂਟ ਹੀ ਨਹੀਂ ਆਈ, ਸਰਪੰਚ ਹੋਵੇ ਕਿਸੇ ਹੋਰ ਪਾਰਟੀ ਦਾ, ਤੇ ਆਪਾਂ ਕੀ ਕਹਾਂਗੇ ਸਰਕਾਰ ਨੂੰ, ਹਾਂ ਗ੍ਰਾਂਟ ਦੇ। ਆਪਾਂ ਖੁਸ਼ ਹੋਗੇ ਤਾਂ ਗ੍ਰਾਂਟ ਨਹੀਂ ਤਾਂ ਚੰਗਾ, ਕਿ ਆਪਾਂ ਖੁਸ਼ ਹੋ ਜਾਵਾਂਗੇ। ਮਤਲਬ ਜਿਹੜੇ ਲੋਕ ਦਾਅ ਪੇਚਕ ਤੌਰ ਤੇ ਚੋਣਾਂ 'ਚ ਹਿੱਸਾ ਲੈਣ ਦੀ ਗੱਲ ਕਰਦੇ, ਜਿਵੇਂ ਆਪਾਂ ਕਹਿੰਦੇ ਹਾਂ ਹਿੱਸਾ ਲੈਣਾ ਚਾਹੀਦਾ ਚੋਣਾਂ 'ਚ ਦਾਅ ਪੇਚਕ ਤੌਰ ਤੇ, ਮਤਲਬ ਕੱਲ੍ਹ ਨੂੰ ਸਾਡੇ ਸਰਪੰਚ ਹੋ ਜਾਵੇ, ਹੈ ਨਾ। ਅੱਜ ਆਪਾਂ ਕਹੀਏ ਚੰਗਾ ਪੰਚਾਇਤਾਂ ਦੇ ਖਜ਼ਾਨੇ ਖਾਲੀ ਨੇ, ਸਾਰੇ ਲੈਂਡਲੋਰਡ ਨੇ, ਕੁਲਕ ਨੇ, ਹੈ ਨਾ। ਕੱਲ੍ਹ ਨੂੰ ਸਾਡਾ ਸਰਪੰਚ ਹੋਇਆ ਕਿ ਹਾਂ ਸਾਨੂੰ ਦਿਓ ਗ੍ਰਾਂਟ, ਇਹ ਬਹੁਤ ਆਪਾਂ ਵਿਰੋਧੀ ਗੱਲ ਹੋ ਜੂਗੀ ਨਾ।
ਜਣੀ ਹੁਣ ਜੇ ਸਰਪੰਚ ਕੋਲੇ ਪੈਸਾ ਹੈਗਾ ਤਾਂ ਆਪਾਂ ਲਵਾਈਏ ਪਿੰਡ 'ਚ। ਉਹ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ ਭਰਾਵਾ, ਮੈਂ ਕੀ ਕਰਾਂ, ਦੱਸੋ ਕੀ ਕਰਾਂ, ਮੈਂ ਆਹ ਦੇਖੋ ਮੇਰੇ ਕੋਲ ਕੁਛ ਨਹੀਂ ਗਾ, ਫਿਰ ਆਪਾਂ ਕੀ ਕਰਾਂਗੇ। ਹੁਣ ਇਵੇਂ ਪੰਜਾਬ ਸਰਕਾਰ ਹੈ, ਹੁਣ ਆਪਾਂ ਪੰਜਾਬ ਦੇ ਮੁਲਾਜ਼ਮ ਇਕੱਠੇ ਹੋ ਕੇ ਸਾਡੀਆਂ ਤਨਖਾਹਾਂ ਦੇਵੋ, ਉਹ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ ਪੈਸਾ, ਮੈਂ ਕਿੱਥੋਂ ਦੇਵਾਂ ਹੈ। ਉਹ ਤਾਂ ਦੇਖੋ 43,000 ਕਰੋੜ ਰੁਪਏ ਰੱਖੀ ਬੈਠੀ ਹੈ ਕੇਂਦਰ ਸਰਕਾਰ। ਕੀ ਆਪਾਂ ਫਿਰ ਹੱਕ 'ਚ ਹੋਵਾਂਗੇ ਇਹਦੇ ਵਿੱਚ ਜਿਹੜਾ ਕੇਂਦਰੀਕਰਨ ਹੋਇਆ, ਸਰਕਾਰਾਂ ਨੇ ਸਭ ਕੁਝ ਖੋਲ੍ਹਿਆ, ਚੰਗਾ ਕੰਮ ਹੋ ਰਿਹਾ? ਨਹੀਂ, ਚੰਗਾ ਨਹੀਂ ਹੋ ਰਿਹਾ ਹੈ। ਅਗਲੀ ਗੱਲ, ਰੌਲਾ ਕਿੱਥੇ ਪੈਣ ਜਾ ਰਿਹਾ, ਹੋਰ ਰੌਲਾ ਪੈਣ ਜਾ ਰਿਹਾ, ਜਿਹੜੇ ਭਾਰਤ ਦੇ ਵਿੱਚ ਪਾਰਲੀਮੈਂਟ ਦੀਆਂ ਸੀਟਾਂ ਨੇ ਇਹ ਕਿੱਦਾਂ ਤੈਅ ਹੁੰਦੀਆਂ ਨੇ ਵੀ ਪਾਰਲੀਮੈਂਟ 'ਚ ਕਿਹੜੇ ਸੂਬੇ ਦੇ ਕਿੰਨੇ ਨੁਮਾਇੰਦੇ ਹੋਣਗੇ। ਪੰਜਾਬ ਦੇ 9 ਨੇ। ਇਹ ਤੈਅ ਹੁੰਦੇ ਆ 1971 ਵਿੱਚ ਕਿਹੜੇ ਸੂਬੇ ਦੀ ਕਿੰਨੀ ਆਬਾਦੀ ਸੀਗੀ, ਇਹ ਤੋਂ ਤੈਅ ਹੁੰਦੇ ਆ। ਹੁਣ 71 ਤੋਂ ਬਾਅਦ ਕੀ ਕੀਤਾ, ਫੈਮਿਲੀ ਪਲੈਨਿੰਗ ਆਈ, ਕਈ ਰਾਜਾਂ ਨੇ ਲਾਗੂ ਕੀਤੀ, ਉਹਨੇ ਆਪਣੀ ਆਬਾਦੀ ਕੰਟਰੋਲ ਕਰ ਲਈ। ਦੱਖਣ ਭਾਰਤ ਵਿੱਚ ਸਾਰਿਆਂ ਨੇ ਕੰਟਰੋਲ ਕਰ ਲਈ, ਪੰਜਾਬ ਦੇ ਵਿੱਚ ਵੀ ਲਗਭਗ ਕੰਟਰੋਲ ਹੈ। ਤੇ ਆਬਾਦੀ ਵਧੀ ਯੂਪੀ ਬਿਹਾਰ ਹੈ, ਜਿਹੜੀ ਹਿੰਦੀ ਬੈਲਟ ਇਹਦੀ ਬਹੁਤ ਵੱਧ ਗਈ ਆਬਾਦੀ। ਹੁਣ ਹਿੰਦੀ ਬੈਲਟ ਇਹ ਰੌਲਾ ਪਾ ਰਹੀ ਹੈ ਕਿ ਸਾਡੀਆਂ ਸੀਟਾਂ ਵਧਾਓ ਪਾਰਲੀਮੈਂਟ 'ਚ। ਹੁਣ ਜੇ ਸੀਟਾਂ ਵਧਾਉਣਗੇ ਤਾਂ ਦੱਖਣ ਭਾਰਤ ਦੀਆਂ ਘੱਟ ਜਾਣਗੀਆਂ, ਪੰਜਾਬ ਦੀਆਂ ਵੀ ਘੱਟ ਜਾਣਗੀਆਂ ਸੀਟਾਂ। ਇਹ ਤੇ ਰੌਲਾ ਪਿਆ ਹੋਇਆ। ਇੱਕ ਹੈਗਾ ਫਾਈਨੈਂਸ ਕਮਿਸ਼ਨ, ਉਹ ਕੀ ਕਰਦਾ, ਅਲੱਗ-ਅਲੱਗ ਸਰਕਾਰਾਂ ਨੂੰ ਪੈਸਾ ਜਾਰੀ ਕਰਦਾ। ਕੇਂਦਰ ਸਰਕਾਰ ਪੈਸਾ ਦਿੰਦੀ ਹੈ, ਉਹ ਵੀ 71 ਦੀ ਆਬਾਦੀ ਦੇ ਆਧਾਰ 'ਤੇ ਦਿੰਦੀ ਆ। ਹੁਣ ਉਹੀ ਗੱਲ ਫਿਰ ਹੋਈ, 71 ਤੋਂ ਬਾਅਦ ਉਹਨਾਂ ਦੀ ਆਬਾਦੀ ਘਟ ਗਈ, ਪੰਜਾਬ ਦੀ ਕੰਟਰੋਲ ਹੋ ਗਈ, ਇਹਨਾਂ ਦੀ ਵੱਧ ਗਈ। ਹੁਣ ਜਿਨ੍ਹਾਂ ਦੀ ਵੱਧ ਆਬਾਦੀ ਹੈ ਕਹਿੰਦੇ ਸਾਨੂੰ ਜ਼ਿਆਦਾ ਦਿਓ, ਉਹ ਕਹਿੰਦੇ ਇਹਨਾਂ ਨੂੰ ਜ਼ਿਆਦਾ ਦਿਓਗੇ ਸਾਡਾ ਘਟ ਜਾਣਾ। ਫਿਰ ਇਦਾਂ ਦੇ ਰੌਲੇ ਪਏ ਹੋਏ ਆ ਇਹ ਸਾਰੇ ਦੇਸ਼ ਦੇ ਵਿੱਚ। ਹੁਣ ਕੀ ਜਿਹੜੀ ਮਜ਼ਦੂਰ ਜਮਾਤ ਦੀ ਪਾਰਟੀ ਆ ਉਹਨੂੰ ਕੀ ਸਟੈਂਡ ਲੈਣਾ ਚਾਹੀਦਾ ਇੱਥੇ ਵੀ ਜਦੋਂ ਸਾਡਾ ਕੋਈ ਮਸਲਾ ਹੀ ਨਹੀਂ, ਕੋਈ ਕਹੇ ਵੀ ਛੱਡੋ ਪਰ ਆਪਣਾ ਤਾਂ ਕੋਈ ਮਸਲਾ ਹੀ ਨਹੀਂ ਇਹ ਨਾ, ਤੁਸੀਂ ਇਹ ਤੋਂ ਕੰਨੀ ਕੱਟ ਕੇ ਲੰਘ ਨਹੀਂ ਸਕਦੇ, ਪਾਸਾ ਵੱਟ ਕੇ ਨਹੀਂ ਲੰਘ ਸਕਦੇ, ਕਿਉਂਕਿ ਇਹਨਾਂ ਤੇ ਲੋਕ ਲਹਿਰਾਂ ਬਣ ਰਹੀਆਂ ਨੇ, ਲੋਕਾਂ ਦੀ ਲਹਿਰਾਂ ਉੱਠ ਰਹੀਆਂ ਨੇ। ਹਿੰਦੀ ਦੇ ਖਿਲਾਫ ਕਰਨਾਟਕਾ ਵਿੱਚ ਇੱਕ ਲਹਿਰ, ਕੱਲ੍ਹ ਨੂੰ ਤਮਿਲਨਾਡੂ ਵਿੱਚ ਕਹਿੰਦੇ ਫਿਰ 65 ਵਰਗਾ ਮਾਹੌਲ ਬਣਦਾ ਜਾ ਰਿਹਾ। ਬੰਗਾਲ ਦੇ ਵਿੱਚ ਹਿੰਦੀ ਦੇ ਖਿਲਾਫ ਬਹੁਤ ਵੱਡਾ ਇੱਕ ਬਣਿਆ ਹੋਇਆ ਸੈਂਟੀਮੈਂਟ ਵੀ ਹਿੰਦੀ ਥੋਪੋ ਨਾ, ਹਿੰਦੀ ਦੇ ਖਿਲਾਫ ਨਹੀਂ, ਹਿੰਦੀ ਨਾਲ ਸਾਡਾ ਕੋਈ ਵੈਰ ਨਹੀਂ ਹੈ ਨਾ। ਮੈਂ ਤਾਂ ਆਪ ਹਿੰਦੀ ਬਹੁਤ ਪੜ੍ਹਦਾ, ਮੈਂ ਹਿੰਦੀ ਬੋਲ ਵੀ ਲੈਂਦਾ ਹੈ, ਹਿੰਦੀ ਪੜ੍ਹਨਾ ਚੰਗੀ ਲੱਗਦੀ ਹੈ। ਬਹੁਤ ਸਾਰਾ ਲਿਟਰੇਚਰ ਸਾਨੂੰ ਪੰਜਾਬੀ 'ਚ ਨਹੀਂ ਮਿਲਦਾ, ਹਿੰਦੀ 'ਚ ਪੜ੍ਹ ਲਈਦਾ। ਉਹਨਾਂ ਕੋਈ ਸਾਡਾ ਕੋਈ ਐਂ ਥੋੜ੍ਹੀ ਦੁਸ਼ਮਣੀ ਹੈ ਹਿੰਦੀ ਭਾਸ਼ਾ ਨਾਲ, ਥੋਪਣ ਨਾਲ ਦੁਸ਼ਮਣੀ ਹੈ, ਥੋਪੀ ਨਹੀਂ ਜਾਣੀ ਚਾਹੀਦੀ। ਹੁਣ ਥੋਪੋਗੇ ਇਹਨਾਂ ਨਾਲ ਹੋਊ ਕੀ, ਜਿਹੜੀ ਕੇਂਦਰ ਸਰਕਾਰ ਕੇਂਦਰੀਕਰਨ ਕਰ ਰਹੀ ਹੈ, ਭਾਸ਼ਾ ਥੋਪ ਰਹੀ ਆ, ਸੂਬਿਆਂ ਦੇ ਹੱਕ ਖੋ ਰਹੀ ਆ। ਇਹਨਾਂ ਜਿਹੜੀਆਂ ਲੋਕ ਲਹਿਰਾਂ ਪੈਦਾ ਹੋ ਰਹੀਆਂ ਇਹ ਮਜ਼ਦੂਰ ਜਮਾਤ ਦੀ ਏਕਤਾ ਲਈ ਵਧੀਆ ਨੇ ਕਿ ਇਹਨੇ ਟੁੱਟ ਰਿਹਾ, ਮਜ਼ਦੂਰਾਂ ਦੀ ਏਕਤਾ ਟੁੱਟ ਰਹੀ ਹੈ। ਜੇ ਸਾਰਾ ਕੁਝ ਪਹਿਲਾਂ ਚੱਲਦਾ ਸੀ, ਦੇਖੋ ਭਾਰਤ ਦੀ ਜਿਹੜੀ ਅਲੱਗ-ਅਲੱਗ ਕੌਮਾਂ ਦੀ ਸਰਮਾਏਦਾਰ ਜਮਾਤ, ਅਲੱਗ-ਅਲੱਗ ਕੌਮਾਂ ਨੇ ਟਿਕੀਆਂ ਹੋਈਆਂ ਸੀਗੀਆਂ ਵੀ ਸਾਨੂੰ ਰਾਜ ਮਿਲ ਗਏ, ਸਾਨੂੰ ਵਿਧਾਨ ਸਭਾਵਾਂ ਮਿਲ ਗਈਆਂ, ਥੋੜੇ ਹੱਕ ਮਿਲ ਗਏ, ਟਿਕਟਕਾ ਜਿਹਾ ਸੀਗਾ। ਤੇ ਮਜ਼ਦੂਰ ਜਮਾਤ ਦੇ ਲਈ ਬਿਹਤਰ ਸਥਿਤੀ ਸੀਗੀ। ਹੁਣ ਮਜ਼ਦੂਰ ਜਮਾਤ ਲਈ ਮਾੜੀ ਸਥਿਤੀ, ਇਸ ਗੱਲੋਂ ਮਾੜੀ ਸਥਿਤੀ ਪੈਦਾ ਹੋ ਰਹੀ ਹੈ ਕਿ ਇਹ ਰੌਲੇ ਜਿਹੜੇ ਆ ਨਾ ਦੇਸ਼ ਭਰ ਦੇ ਵਿੱਚ ਫਿਰ ਉੱਠਣੇ ਸ਼ੁਰੂ ਹੋ ਗਏ। ਹੁਣ ਜੇ ਰੌਲੇ ਉੱਠਣੇ ਸ਼ੁਰੂ ਹੋ ਗਏ ਤਾਂ ਤੁਹਾਡਾ ਕੀ ਸਟੈਂਡ ਹੋਣਾ ਚਾਹੀਦਾ, ਗੱਲ ਇਹ ਆ। ਤੁਸੀਂ ਕੇਂਦਰ ਸਰਕਾਰ ਦੇ ਹੱਕ 'ਚ ਖੜੋਗੇ, ਦੇਖੋ ਐਂ ਤਾਂ ਹੁੰਦਾ ਨਹੀਂ ਨਾ ਬਈ ਸਾਹੇ ਨਾਲ ਵੀ ਹੈ ਕੁੱਤੇ ਨਾਲ ਵੀ ਹੈ, ਐਂ ਤਾਂ ਨਹੀਂ ਹੁੰਦਾ ਅੰਦਰ। ਜਦ ਕੁੱਤੇ ਨਾਲ ਜੋ ਸਾਹੇ ਨਾਲ ਇੱਕ ਪਾਸੇ ਤੁਹਾਨੂੰ ਖੜਨਾ ਪਊਗਾ ਨਾ। ਇੱਕ ਪਾਸਾ ਜਾਂ ਤੁਸੀਂ ਕੇਂਦਰ ਸਰਕਾਰ ਨਾਲ ਖੜੋ ਜਾਂ ਤੁਸੀਂ ਸੂਬਿਆਂ ਵਾਲੇ ਪਾਸੇ ਖੜੋ। ਮਾਰਕਸਵਾਦ ਇਹ ਸਿਖਾਉਂਦਾ ਕਿ ਸਾਨੂੰ ਸੂਬਿਆਂ ਵਾਲੇ ਪਾਸੇ ਖੜਨਾ ਚਾਹੀਦਾ। ਮਾਰਕਸਵਾਦ ਕਿਵੇਂ ਸਿਖਾਉਂਦਾ, ਦੇਖੋ ਅਸੀਂ ਤਾਂ ਲਾਈਟ ਉੱਥੋਂ ਲੈਣੀ ਹੈ ਨਾ, ਮੈਂ ਇੱਕ ਮਾਰਕਸਵਾਦੀ ਹਾਂ, ਮੈਂ ਮਾਰਕਸਵਾਦੀ ਵਿਚਾਰਧਾਰਾ ਵਿੱਚ ਯਕੀਨ ਰੱਖਦਾ ਵੀ ਜੋ ਸਾਡੇ ਅਧਿਆਪਕਾਂ ਨੇ ਸਿਖਾਇਆ ਆਪਾਂ ਤਾਂ ਉਹਦੇ ਮੁਤਾਬਕ ਚੱਲਾਂਗੇ। ਹੁਣ ਮਾਰਕਸਵਾਦ ਦੀ ਸਿੱਖਿਆ ਕੀ ਹੈ ਇਹਦੇ ਤੇ, ਹੁਣ ਸਟਾਲਿਨ ਨੇ ਇਹ ਕਿਤਾਬ 'ਚ ਲਿਖਿਆ, ਇਹ ਕਿਤਾਬ ਮਤਲਬ ਮਾਰਕਸਵਾਦ ਦੀ ਇਹ ਸਭ ਤੋਂ ਬਿਹਤਰ ਕਿਤਾਬ ਮੰਨੀ ਜਾਂਦੀ ਹੈ ਇਹ, ਮਾਰਕਸਵਾਦ ਤੇ ਕੌਮੀ ਸਵਾਲ। ਇਹਦਾ ਅੰਤ ਵਾਲਾ ਚੈਪਟਰ ਆ ਕਿ ਰੂਸ ਵਿੱਚ ਕੌਮੀ ਸਵਾਲ। ਉਹ ਤਿੰਨ 4 ਪੇਜ ਹੀ ਨੇ, ਉਹ ਕੋਈ ਵੀ ਪੜ੍ਹ ਲਿਓ ਤੁਹਾਨੂੰ ਥੋੜਾ ਮਤਲਬ ਇਹ 'ਚ ਗੱਲ ਕਲੀਅਰ ਹੋ ਜਾਂਦੀ ਹੈ। ਉਹ ਕੀ ਆ, ਜਿਵੇਂ ਰੂਸ ਵੀ ਇੱਕ ਬਹੁ ਕੌਮੀ ਦੇਸ਼ ਸੀ ਭਾਰਤ ਵਾਂਗੂ, ਥੋੜਾ ਜਿਹਾ ਫਰਕ ਸੀਗਾ। ਉਹ ਫਰਕ ਇਹ ਸੀਗਾ ਕਿ ਉੱਥੇ ਇੱਕ ਕੌਮ ਦਾ, ਰੂਸੀ ਕੌਮ ਦਾ ਇਸ ਪਰ ਦਬਦਬਾ ਸੀਗਾ। ਸਾਡੇ ਇਹ ਨਹੀਂ ਹੈ ਕੋਈ ਇੱਕ ਕੌਮ ਦਬਾਉਂਦੀ ਹੈ ਕਿਸੇ ਨੂੰ, ਸਾਡੇ ਇੱਕ ਵੱਡੀ ਸਰਮਾਏਦਾਰ ਜਮਾਤ ਦੀ ਰਾਜਸੱਤਾ, ਕਿਉਂਕਿ ਭਾਰਤ ਨੇ ਕੌਮ ਬਣਾਉਣਾ ਚਾਹੁੰਦੀ ਆ, ਇਹਦੇ ਬਾਈ ਪ੍ਰੋਡਕਟ ਆ ਕੌਮੀ ਜ਼ਬਰ। ਇੱਥੇ ਸਾਰੀਆਂ ਕੌਮਾਂ ਉਸ ਜ਼ਬਰ 'ਚ ਪਿਸ ਰਹੀਆਂ ਨੇ। ਠੀਕ, ਹੁਣ ਉਹ ਕਹਿੰਦੇ ਜਿਹੜੇ ਕੌਮੀ ਜ਼ਬਰ ਹੈ ਤੇ ਇਹਦੇ ਵਿੱਚ ਜਿਹੜੀਆਂ ਇਹ ਕੌਮਾਂ ਟਿਕੀਆਂ ਹੋਈਆਂ ਨੇ ਰੂਸ ਦੇ ਵਿੱਚ, ਬਾਹਰੀ ਕਾਰਨਾਂ ਕਰਕੇ ਤੇ ਅੰਦਰੂਨੀ ਕਾਰਨਾਂ ਕਰਕੇ ਕੱਲ੍ਹ ਨੂੰ ਅਜਿਹੀ ਸਥਿਤੀ ਬਣ ਸਕਦੀ ਹੈ ਕਿ ਕੋਈ ਕੌਮ ਆਪਣੀ ਆਜ਼ਾਦੀ ਦਾ ਝੰਡਾ ਚੱਕ ਲਵੇ। ਸਟਾਲਿਨ ਕਹਿੰਦਾ ਅੱਜ ਨਹੀਂ ਚੱਕਿਆ ਹੋਇਆ, ਕੱਲ੍ਹ ਨੂੰ ਚੱਕ ਲਵੇ, ਫਿਰ ਅਸੀਂ ਕੀ ਕਰਾਂਗੇ। ਸਾਡਾ ਕਹਿੰਦਾ ਫਰਜ਼ ਆ ਕਿ ਆਪਾਂ ਕੌਮਾਂ ਦੇ ਆਪਾਂ ਨਿਰਣੇ ਦੇ ਹੱਕ ਦੀ ਹਮਾਇਤ ਕਰੀਏ। ਕੌਮਾਂ ਦੇ ਆਪਾਂ ਨਿਰਣੇ ਦੇ ਹੱਕ ਦੀ ਹਮਾਇਤ ਦਾ ਮਤਲਬ, ਕੌਮਾਂ ਦਾ ਆਪਾਂ ਨਿਰਣਾ ਮਤਲਬ ਕੀ ਆ, ਹਰ ਕੌਮ ਨੂੰ ਆਪਣਾ ਵੱਖਰਾ ਕੌਮੀ ਰਾਜ ਬਣਾਉਣ ਦਾ ਹੱਕ ਹੈ। ਇਹ ਆ ਆਪਾਂ ਨਿਰਣੇ ਦਾ ਹੱਕ ਦਾ ਮਤਲਬ ਕੀ ਆ, ਕੌਮ ਦਾ ਵੱਖਰਾ ਕੌਮੀ ਰਾਜ ਬਣਨਾ। ਲੈਨਨ ਨੇ ਕਿਹਾ ਇਦੋਂ ਕਹਿੰਦਾ ਬਿਨਾਂ ਇਹਦਾ ਕੋਈ ਵੀ ਅਰਥ ਲੈਣਾ ਉਹ ਗਲਤ ਹੋਊਗਾ। ਆਪਾਂ ਨਿਰਣੇ ਦਾ ਮਤਲਬ ਕੀ ਆ,
ਵੱਖਰਾ ਕੌਮੀ ਰਾਜ ਬਣਾਉਣਾ ਕਿ ਅਸੀਂ ਉਹਦੀ ਹਮਾਇਤ ਕਰਾਂਗੇ। ਪਰ ਜੇ ਕਹਿੰਦਾ ਫਿਰ ਉਹਨੇ ਲਿਖਿਆ ਇੱਕ ਜਾਂ ਦੂਸਰੇ ਕਾਰਨ ਕਰਕੇ, ਕਾਰਨ ਦੱਸਿਆ ਉਹਨੇ ਕੀ ਆ ਵੀ ਕੌਮਾਂ ਕਿਸੇ ਇੱਕ ਸਾਂਝੇ ਯੂਨੀਅਨ 'ਚ ਹੀ ਰਹਿਣਾ ਚਾਹੁੰਦੀਆਂ ਨੇ ਜੇ, ਫਿਰ ਆਪਾਂ ਕੀ ਕਰਾਂਗੇ, ਫਿਰ ਕਹਿੰਦਾ ਆਪਾਂ ਖੇਤਰੀ ਖੁਦਮੁਖਤਿਆਰੀ ਦੀ ਮੰਗ ਕਰਾਂਗੇ ਵੀ ਇੱਕ ਸਾਂਝੀ ਯੂਨੀਅਨ 'ਚ ਰਹਿੰਦੇ ਨੇ ਇੱਕ ਜਾਂ ਦੂਸਰੇ ਕਾਰਨ ਕਰਕੇ, ਜੇ ਉਹ ਇਕੱਠੀਆਂ ਰਹਿਣਾ ਚਾਹੁੰਦੀਆਂ ਨੇ। ਜੇ ਭਾਰਤ ਦੇ ਵਿੱਚ ਕੀ ਆ, ਦੇਖੋ ਕਸ਼ਮੀਰ ਵਿੱਚ ਉਹਨੇ ਝੰਡਾ ਚੱਕਿਆ ਵੀ ਸਾਨੂੰ ਤਾਂ ਆਜ਼ਾਦੀ ਚਾਹੀਦੀ ਹੈ, ਅਸੀਂ ਤਾਂ ਵੱਖਰਾ ਰਾਜ ਬਣਾਉਣਾ। ਉੱਤਰ ਪੂਰਬ ਦੇ ਵਿੱਚ ਕਈ ਕੌਮਾਂ ਨੇ ਝੰਡਾ ਚੱਕਿਆ ਹੋਇਆ ਵੀ ਅਸੀਂ ਵੱਖਰਾ ਰਾਜ ਬਣਾਉਣਾ। ਜਿਹਨੂੰ ਆਪਾਂ ਕਹਿੰਦੇ ਬਾਕੀ ਜਿਹੜਾ ਬਚਿਆ ਭਾਰਤ ਹੈ, ਹਿਮਾਚਲ ਤੋਂ ਥੱਲੇ ਨੂੰ ਇੱਧਰ ਰਾਜਸਥਾਨ ਤੋਂ ਲੈ ਕੇ ਬੰਗਾਲ ਤੱਕ ਕਿਹਾ ਜਾਵੇ, ਇੱਥੇ ਹਲੇ ਕਿਸੇ ਕੌਮ ਨੇ ਇਹ ਝੰਡਾ ਨਹੀਂ ਚੱਕਿਆ ਹੋਇਆ ਕਿ ਅਸੀਂ ਵੱਖਰਾ ਰਾਜ ਬਣਾਉਣਾ, ਅੱਜ ਨਹੀਂ ਚੱਕਿਆ ਹੋਇਆ ਹੈ। 10 ਸਾਲਾਂ ਬਾਅਦ ਕੀ ਬਣੂ ਆਪਾਂ ਕਹਿ ਨਹੀਂ ਸਕਦੇ। ਠੀਕ, ਤਾਂ ਅਜਿਹੇ 'ਚ ਕੀ ਹੋਣਾ ਚਾਹੀਦਾ ਹੈ, ਰੀਜਨਲ ਆਟੋਨਮੀ। ਨੰਬਰ 1, ਭਾਰਤ ਵਿੱਚ ਵਸੀਆਂ ਸਾਰੀਆਂ ਕੌਮਾਂ ਨੂੰ ਆਪਾਂ ਦੇਣ ਦਾ ਹੱਕ ਹੋਣਾ ਚਾਹੀਦਾ ਹੈ। ਹਰ ਕੌਮ ਨੂੰ ਜੋ ਵੱਖਰਾ ਰਾਜ ਬਣਾਉਣਾ ਚਾਹੁੰਦੀ ਆ ਤਾਂ ਉਹਨੂੰ ਇਹ ਹੱਕ ਹੋਣਾ ਚਾਹੀਦਾ। ਨੰਬਰ 2, ਜਦ ਤੱਕ ਟਿਕਟਕਾ ਹੈਗਾ ਤਾਂ ਰੀਜਨਲ ਆਟੋਨਮੀ ਹੋਣੀ ਚਾਹੀਦੀ ਹੈ, ਖੇਤਰੀ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ। ਹੁਣ ਕਈ ਲੋਕ ਇਹਦੀ ਗਲਤ ਵਿਆਖਿਆ ਕਰਦੇ ਨੇ। ਗਲਤ ਵਿਆਖਿਆ ਕੀ ਕਰਦੇ ਨੇ, ਜਿਨ੍ਹਾਂ ਨੂੰ ਕਹਿੰਦੇ ਆਪਾਂ ਦੇਣ ਦਾ ਹੱਕ ਮਿਲ ਗਿਆ ਹੋਵੇ ਉਹਨਾਂ ਲਈ ਰੀਜਨਲ ਆਟੋਨਮੀ ਹੁੰਦੀ ਆ। ਆਪਾਂ ਦੇਣ ਦਾ ਹੱਕ ਮਿਲ ਗਿਆ ਤਾਂ ਫਿਰ ਬਹੁਤ ਸਾਰੇ ਦੇਸ਼ ਹੁੰਦੇ ਇੱਥੇ, ਉਹਨਾਂ ਲਈ ਨਹੀਂ ਹੁੰਦੀ। ਲੈਨਨ ਨੇ, ਸਟਾਲਿਨ ਨੇ ਜੋ ਸ਼ਬਦ ਲਿਖਿਆ, ਮੈਂ ਪੜ੍ਹ ਕੇ ਵੀ ਸੁਣਾ ਦਿੰਦਾ ਕਿਸੇ ਨੂੰ ਹੋਏ, ਉਹਨੇ ਲਿਖਿਆ ਫਾਰ ਦਾ ਸੋਲੂਸ਼ਨ ਆਫ ਨੈਸ਼ਨਲ ਕੁਐਸਚਨ ਰੀਜਨਲ ਆਟੋਨਮੀ, ਕੌਮੀ ਮਸਲੇ ਦੇ ਹੱਲ ਲਈ ਖੇਤਰੀ ਖੁਦਮੁਖਤਿਆਰੀ ਇੱਕ ਅਹਿਮ ਕਦਮ ਹੈ। ਹੱਲ ਲਈ, ਮਸਲੇ ਦੇ ਹੱਲ ਲਈ। ਕੋਈ ਜਦੋਂ ਕੌਮਾਂ ਨੂੰ ਆਪਾਂ ਦੇਣ ਦਾ ਹੱਕ ਮਿਲ ਜਾਂਦਾ ਮਸਲਾ ਹੱਲ ਹੋ ਚੁੱਕਾ ਹੁੰਦਾ ਉਦੋਂ, ਇਸ ਲਈ ਹੁੰਦਾ। ਫਿਰ ਲੈਨਨ ਨੇ ਇਹਦੀ ਵਿਆਖਿਆ ਕਿਵੇਂ ਕੀਤੀ ਆ। ਹੁਣ ਜਿਹੜੇ ਲੈਨਨ ਦੇ ਕੁਝ ਵਿਰੋਧੀ ਸੀਗੇ, ਰੋਜ਼ਾ ਲਗਜ਼ਮਬਰਗ ਹੋਰੀ, ਉਹ ਕਹਿੰਦੇ ਸੀਗੇ ਵੀ ਇਹ ਜਿਹੜਾ ਪ੍ਰੋਗਰਾਮ ਆ ਇਹਨਾਂ ਦਾ, ਲੈਨਨ ਹੋਣ ਦਾ, ਕੌਮਾਂ ਦੇ ਆਪਾਂ ਦੇਣੇ ਦਾ, ਇਹ ਸੁਧਾਰਵਾਦੀ ਪ੍ਰੋਗਰਾਮ ਆ। ਕੌਮਾਂ ਦੇ ਆਪਾਂ ਦੇਣੇ ਦਾ ਮਤਲਬ ਇੱਕ ਸਾਂਝੀ ਯੂਨੀਅਨ ਟੁੱਟ ਜਾਣਾ, ਅਲੱਗ-ਅਲੱਗ ਦੇਸ਼ ਬਣ ਜਾਣੇ, ਤੇ ਉਹਦੀ ਜਗ੍ਹਾ ਕਹਿੰਦੇ ਇੱਕ ਖੇਤਰੀ ਖੁਦਮੁਖਤਿਆਰੀ ਹੋਣੀ ਚਾਹੀਦੀ। ਉਹ ਕਹਿੰਦੇ ਸੀਗੇ, ਲੈਨਨ ਕਹਿੰਦੇ ਨਹੀਂ ਸਾਡਾ ਪ੍ਰੋਗਰਾਮ ਨਹੀਂ ਸੁਧਾਰਵਾਦੀ, ਤੁਹਾਡਾ ਸੁਧਾਰਵਾਦੀ ਹੈ। ਹੁਣ ਜੇ ਖੇਤਰੀ ਖੁਦਮੁਖਤਿਆਰੀ ਆ, ਉਹ 'ਚ ਸਾਰੀਆਂ ਕੌਮਾਂ ਬਰਾਬਰ ਨਹੀਂ ਹੁੰਦੀਆਂ, ਉਹ 'ਚ ਕਿਸੇ ਦਾ ਹੱਥ ਉੱਪਰ ਹੁੰਦਾ। ਖੇਤਰੀ ਖੁਦਮੁਖਤਿਆਰੀ ਪੂਰੇ ਦੇ ਪੂਰੇ ਢਾਂਚੇ ਦਾ ਭੋਗ ਨਹੀਂ ਪਾਉਂਦੀ, ਇਸ ਲਈ ਤੁਹਾਡਾ ਸੁਧਾਰਵਾਦੀ ਹੈ, ਸਾਡਾ ਇਨਕਲਾਬੀ ਹੈ। ਪਰ ਲੈਨਨ ਕਹਿੰਦਾ ਜਿਹੜਾ ਹਰ ਸੁਧਾਰ ਹੁੰਦਾ ਇਨਕਲਾਬ ਵੱਲ ਵੱਧਦਾ ਇੱਕ ਕਦਮ ਹੁੰਦਾ। ਵੀ ਜਦੋਂ ਖੇਤਰੀ ਖੁਦਮੁਖਤਿਆਰੀ ਮਿਲਦੀ ਆ, ਉਹ ਫਿਰ ਕੌਮਾਂ ਜਥੇਬੰਦ ਹੁੰਦੀਆਂ ਉਹਦੇ ਵਿੱਚ, ਤਾਂ ਕਿ ਫਿਰ ਕੱਲ੍ਹ ਨੂੰ ਕਿਸੇ ਵੀ ਸੰਕਟ ਦੀ ਘੜੀ ਉਹ ਐਲਾਨ ਕਰਦੀ ਸੀ ਤੁਹਾਡੇ ਨਾਲ ਨਹੀਂ ਹੈਗੇ। ਹੁਣ ਇਹ ਜਿਹੜਾ ਸਵਾਲ ਸਾਡੇ ਇੰਡੀਆ 'ਚ ਕੀ ਹੈ, ਹੁਣ ਇਹ ਸੰਵਿਧਾਨ ਵਿੱਚ ਜੋ ਰਾਜਾਂ ਅਤੇ ਕੇਂਦਰ ਵਿੱਚ ਵੰਡ ਕੀਤੀ ਹੋਈ ਇਹਨੂੰ ਕਹਿੰਦੇ ਸੰਘੀ ਢਾਂਚਾ। ਇਹਦੀ ਵਿਆਖਿਆ ਕਰਦੇ ਲੋਕ ਸੰਘੀ ਢਾਂਚੇ ਦੇ ਤੌਰ ਤੇ। ਹੁਣ ਅਸਲ 'ਚ ਸੰਘੀ ਢਾਂਚਾ ਹੈ ਨੀਗਾ। ਸੰਘੀ ਢਾਂਚੇ ਵਿੱਚ ਲੈਨਨ ਨੇ ਇੱਕ ਥਾਂ ਲਿਖਿਆ ਵੀ ਉਹ ਬਰਾਬਰ ਵਾਲਿਆਂ ਦੀ ਯੂਨੀਅਨ ਹੁੰਦੀ ਹੈ। ਇਹ ਬਰਾਬਰ ਵਾਲਿਆਂ ਦੀ ਯੂਨੀਅਨ ਤਾਂ ਹੈ ਨਹੀਂ ਗੀ। ਇੱਥੇ ਕੀ ਹੈ ਕਿ ਕੇਂਦਰੀਕ੍ਰਿਤ ਰਾਜ ਪ੍ਰਬੰਧ ਤਹਿਤ ਅਲੱਗ-ਅਲੱਗ ਕੌਮਾਂ ਨੂੰ ਕੁਛ ਹੱਕ ਨੇ, ਉਹਨਾਂ ਦੀਆਂ ਜਿਹੜੀਆਂ ਲੋਕਲ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਹੱਕ ਨੇ। ਕੀ ਹੱਕ ਨੇ? ਵੀ ਕੁਝ ਕਾਨੂੰਨ ਵਗੈਰਾ ਬਣਾ ਸਕਦੀਆਂ ਨੇ। ਖੇਤਰੀ ਖੁਦਮੁਖਤਿਆਰੀ ਆ। ਹੁਣ ਜਿਹੜੀ ਖੇਤਰੀ ਖੁਦਮੁਖਤਿਆਰੀ ਤੇ ਇੱਕ ਹਮਲਾ, ਤੇ ਬਹੁਤ ਵੱਡਾ ਹਮਲਾ, ਬੀਜੇਪੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਆ। ਉਹ ਇਹ ਹਿੰਦੂ ਰਾਸ਼ਟਰ ਵੱਲ ਨੂੰ ਵਧਦੇ ਹੋਏ ਕਦਮ ਨੇ। ਠੀਕ, ਤੇ ਪੰਜਾਬ ਦੇ ਵਿੱਚ ਜਿਹੜਾ ਉੱਠਿਆ ਸੰਘਰਸ਼ ਆ, ਇਹ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜੇ ਪ੍ਰੋਜੈਕਟ ਦੇ ਰਾਹ ਦਾ ਇੱਕ ਰੋੜਾ ਬਣ ਗਿਆ। ਇਸ ਗੱਲੋਂ ਵੀ ਆਪਾਂ ਨੂੰ ਇਹਦੀ ਹਮਾਇਤ ਕਰਨੀ ਚਾਹੀਦੀ ਹੈ। ਠੀਕ ਹੈ, ਖੇਤਰੀ ਖੁਦਮੁਖਤਿਆਰੀ ਤੇ ਹਮਲਾ ਹੁੰਦਾ, ਆਪਾਂ ਉਹ ਤੇ ਕੱਛਾ ਨਹੀਂ ਵਜਾ ਸਕਦੇ ਵੀ ਹਾਂ ਬਹੁਤ ਵਧੀਆ ਹੋ ਗਿਆ, ਬਹੁਤ ਵਧੀਆ ਹੋ ਗਿਆ ਨਾ। ਕਿਉਂਕਿ ਜੇ ਬਹੁ ਕੌਮੀ ਦੇਸ਼ ਦੇ ਵਿੱਚ ਤੁਸੀਂ ਇਹਦੀ ਹਮਾਇਤ ਕਰਦੇ ਹੋ, ਤੁਸੀਂ ਕੌਮੀ ਜ਼ਬਰ ਦੀ ਹਮਾਇਤ ਕਰਦੇ ਹੋ। ਜਿਹੜਾ ਇੱਕ ਕੌਮੀ ਦੇਸ਼ ਹੁੰਦਾ ਉੱਥੇ ਮਸਲਾ ਹੀ ਨਹੀਂ ਹੁੰਦਾ, ਮਤਲਬ ਇਹ ਮਸਲਾ ਨਹੀਂ ਹੁੰਦਾ। ਹੁਣ ਜਿਹੜਾ ਇਹ ਪੂਰੀ ਦੀ ਪੂਰੀ ਆਪਾਂ ਗੱਲ ਕੀਤੀ ਮੈਂ ਤੁਹਾਡੇ ਨਾਲ, ਇਹ ਤੇ ਥੋੜੀ ਜ਼ਿਆਦਾ ਗੱਲ ਕਰਨੀ ਹੈ ਇਸ ਮਸਲੇ ਤੇ, ਕਿਉਂਕਿ ਬਾਕੀ ਤਾਂ ਸੌਖੀਆਂ ਗੱਲਾਂ ਨੇ, ਉਹ ਸਮਝ ਆ ਜਾਂਦੀਆਂ। ਇਹ ਮਸਲਾ ਜਿਹਾ ਜਿਹੜੀ ਭਾਰਤ ਦੀ ਕਾਮਰਸ ਲਹਿਰ ਵਿੱਚ ਬਹੁਤ ਪਹਿਲਾਂ ਵੀ ਵਿਵਾਦ ਵਾਲਾ ਮਸਲਾ ਰਿਹਾ। ਆ ਜਿਹੜੇ ਪੁਰਾਣੇ ਸਾਥੀ ਬੈਠੇ ਹੁੰਦੇ ਆ, ਇਹਨਾਂ ਨੂੰ ਪਹਿਲਾਂ ਗੱਲਾਂ ਯਾਦ ਆ ਗਈਆਂ ਹੋਣੀਆਂ 80 ਵਾਲੀਆਂ, ਅਜਮੇਰ ਹੋਣ ਵਾਲੀਆਂ ਹੈ ਵੀ ਕਈ ਲੋਕਾਂ ਨੇ ਗੱਲਾਂ ਕੀਤੀਆਂ ਸੀ, ਉਹ ਕਈ ਗਲਤ ਗੱਲਾਂ ਕੀਤੀਆਂ ਸੀ ਲੋਕਾਂ ਨੇ। ਵੀ ਜਿਹੜਾ ਭਾਰਤ ਦੇ ਵਿੱਚ ਇੱਕ ਬਹੁ ਕੌਮੀ ਇਹਦਾ ਕਰੈਕਟਰ ਆ, ਇੱਥੇ ਜਿਹੜੇ ਕੌਮਾਂ ਦੇ ਮਸਲੇ ਨੇ ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੱਕ ਤਰ੍ਹਾਂ ਦਾ ਇੱਕ ਜਮਾਤੀ ਘਟਾਓਵਾਦੀ ਜਿਹੜਾ ਭਟਕਾ ਰਿਹਾ ਵੀ ਬਸ ਇਹੀ ਇੱਕ ਹੀ ਚੀਜ਼, ਇੱਕ ਸੂਤਰੀ ਪ੍ਰੋਗਰਾਮ ਹੀ ਇਹ ਰਿਹਾ। ਉਹਦੇ ਵਿੱਚ ਕੀ ਹੈ ਮਤਲਬ, ਹੁਣ ਜਿਹੜੀ ਭਾਰਤ ਦੀ ਸਰਮਾਏਦਾਰ ਜਮਾਤ ਆ ਉਹ ਕਹਿੰਦੀ ਏਕਤਾ ਤੇ ਅਖੰਡਤਾ। ਭਾਰਤ ਜੇ ਤੁਸੀਂ ਭਾਰਤ ਨੂੰ ਬਹੁ ਕੌਮੀ ਕਹਿੰਦੇ ਹੋ, ਤੁਸੀਂ ਭਾਰਤ ਦੇ ਸੰਵਿਧਾਨ ਮੁਤਾਬਕ ਦੇਸ਼ ਧਰੋਹੀ ਹੋ। ਤੁਸੀਂ ਬਹੁ ਕੌਮੀ ਨਹੀਂ ਕਹਿ ਸਕਦੇ। ਕੋਈ ਪਾਰਟੀ ਜਿਹੜੀ ਚੋਣਾਂ ਲੜਦੀ ਹੈ ਜੋ ਕਹੇ ਅਸੀਂ ਭਾਰਤ ਦੀ ਏਕਤਾ ਤੇ ਅਖੰਡਤਾ 'ਚ ਯਕੀਨ ਨਹੀਂ ਰੱਖਦੇ,
ਇੱਥੇ ਕਾਮਨ ਆਪਾਂ ਦੇਣੇ ਦਾ ਹੱਕ ਹੋਣਾ ਚਾਹੀਦਾ, ਤੁਸੀਂ ਚੋਣਾਂ ਨਹੀਂ ਲੜ ਸਕਦੇ। 1972 ਤੱਕ ਤਮਿਲਨਾਡੂ ਦੀ ਇੱਕ ਪਾਰਟੀ DMK, ਉਹਨੇ ਇਹ ਝੰਡਾ ਚੱਕਿਆ ਸੀ ਤਮਿਲਨਾਡੂ ਇੱਕ ਆਜ਼ਾਦ ਦੇਸ਼ ਬਣਨਾ ਚਾਹੀਦਾ, ਤੇ ਜੋ ਕਿ ਕੇਂਦਰ ਸਰਕਾਰ ਨੇ ਘੁਰਕੀ ਮਾਰੀ ਕਿ ਜਿਹੜੀ ਵੀ ਤਮਿਲਨਾਡੂ ਦੀ ਪਾਰਟੀ ਆਜ਼ਾਦ ਤਮਿਲਨਾਡੂ ਦੀ ਗੱਲ ਕਰੂਗੀ ਉਹਨੂੰ ਚੋਣਾਂ ਨਹੀਂ ਲੜਨ ਦੇਣੀਆਂ, ਤੇ ਉਹਨੇ ਝੰਡਾ ਰੱਖਤਾ ਆਪਦਾ, ਹੈ ਨਾ। ਇਹ ਹੈ ਇਹਨਾਂ ਦਾ ਏਕਤਾ ਤੇ ਅਖੰਡਤਾ ਵਾਲਾ, ਕਿ ਭਾਰਤ ਨੂੰ ਇੱਕ ਕੌਮ ਬਣਾਉਣਾ, ਏਕਤਾ ਤੇ ਅਖੰਡਤਾ। ਹੁਣ ਜਿਹੜੀਆਂ ਸੋਧਵਾਦੀ ਪਾਰਟੀਆਂ ਨੇ ਦੇਖਦੀਆਂ, ਜਿਵੇਂ CPI CPM ਦਾ ਕੀ ਪ੍ਰੋਗਰਾਮ ਆ। CPI ਕਿਸੇ ਵੇਲੇ ਕੌਮਾਂ ਦੇ ਆਪਾਂ ਦੇਣੇ ਦੀ ਮਤਲਬ ਕੀ ਗੱਲ ਕਰਦੀ ਸੀ ਕਿ ਮੁਸਲਮਾਨ ਵੀ ਕੌਮ ਨੇ, ਸਿੱਖ ਵੀ ਕੌਮ ਨੇ। ਹਰਕਿਸ਼ਨ ਸਿੰਘ ਸਰਜੀਤ ਨੇ ਲਿਖਿਆ ਹੋਇਆ ਸਿੱਖਾਂ ਨੂੰ ਹੋਮਲੈਂਡ ਮਿਲੂਗੀ, ਸਿੱਖ ਕੌਮ, ਮੁਸਲਮਾਨ ਕੌਮ, ਇੱਥੋਂ ਤੱਕ ਭਟਕੀ ਹੋਈ ਪਾਰਟੀ ਹੌਲੀ ਹੌਲੀ ਥੋੜੀ ਲਾਈਨ ਤੇ ਆਈ, ਕੌਮਾਂ ਦੇ ਆਪਾਂ ਦੇਣੇ ਦੀ ਗੱਲ ਕਰਨ ਲੱਗੀ। 51 ਚ ਸੋਧਵਾਦੀ ਪਟੜੀ ਜਿਹੜੀ ਕੌਮਾਂ ਦਾ ਆਪਾਂ ਦੇਣੇ ਦਾ ਇਹਨੇ ਖੂਹ ਖਾਤੇ ਪਾਤੀ ਗੱਲ। CPM ਵੀ ਇਹੀ ਗੱਲ ਕਹਿੰਦੀ ਹੈ ਕਿ ਫੈਡਰਲ ਸਟਰਕਚਰ ਤਾਂ ਹੋਣਾ ਚਾਹੀਦਾ, ਰੀਜਨਲ ਅਟੋਨਮੀ ਹੋਣੀ ਚਾਹੀਦੀ, ਪਰ ਕੌਮਾਂ ਨੂੰ ਆਪਾਂ ਦੇਣੇ ਦਾ ਹੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਕੌਮਾਂ ਹੀ ਨਹੀਂ ਗਈਆਂ, ਕਹਿੰਦੇ ਇੱਥੇ ਕੌਮੀਅਤਾਂ ਨੇ, ਕੌਮਾਂ ਨਹੀਂ ਗਈਆਂ। ਫਿਰ ਉਹਨਾਂ ਦੇ ਸਿਧਾਂਤਕਾਰ ਨੇ ਇਹ ਜਿਹੜਾ ਇਹ ਸਿਧਾਂਤ, ਜਿਵੇਂ ਆਪਾਂ ਇਹ ਕਹਿੰਦੇ ਹਾਂ ਵੀ ਜਿਹੜੀ ਭਾਰਤ ਦੀ ਵੱਡੀ ਸਰਮਾਏਦਾਰੀ ਆ ਤੇ ਅਲੱਗ-ਅਲੱਗ ਕੌਮਾਂ ਦੀ ਸਰਮਾਏਦਾਰੀ ਆ, ਕੀ ਇਹਨਾਂ 'ਚ ਕੋਈ ਵਿਰੋਧਤਾ ਹੈ ਕਿ ਨਹੀਂ ਹੈ? ਕੀ ਇਹ ਵਿਰੋਧਤਾ ਹੱਲ ਹੋ ਚੁੱਕੀ ਆ? ਜੇ ਹੱਲ ਹੋ ਚੁੱਕੀ ਹੈ ਤਾਂ ਇੱਥੇ ਕੋਈ ਕੌਮੀ ਮਸਲਾ ਨਹੀਂਗਾ। ਜੇ ਹੱਲ ਨਹੀਂ ਹੋਈ ਤਾਂ ਕੌਮੀ ਮਸਲਾ ਹੈ ਕੀ ਆ? ਹੁਣ ਜਿਹੜੇ ਸੋਧਵਾਦੀ ਇਤਿਹਾਸਕਾਰ ਨੇ CPI CPM ਨਾਲ ਜੁੜੇ ਹੋਏ, ਉਹਦੇ ਪ੍ਰਭਾਵ 'ਚ ਨੇ, ਉਹ ਫਿਰ ਇੱਦਾਂ ਦਾ ਸਿਧਾਂਤ ਲੈ ਕੇ ਆਉਂਦੇ ਵੀ ਇੱਥੇ ਮਸਲਾ ਹੱਲ ਹੋ ਚੁੱਕਾ। ਉਹ ਤਾਂ ਕਹਿੰਦੇ ਪੂਰੇ ਦੇਸ਼ 'ਚ ਹੀ ਹੱਲ ਹੋ ਚੁੱਕਾ, ਕਸ਼ਮੀਰ, ਉੱਤਰ ਪੂਰਬ ਸਾਰਾ ਹੱਲ ਹੋ ਚੁੱਕਾ ਮਸਲਾ, ਤੇ ਬਾਕੀ ਤਾਂ ਹੈ ਹੀ ਨਹੀਂਗਾ। ਉਹ ਕਹਿੰਦੇ 47 ਤੋਂ ਬਾਅਦ ਕੀ ਹੋਇਆ ਨਾ, ਭਾਰਤ ਦੇ ਵਿੱਚ ਇੱਕ ਅਜਿਹੀ ਸਰਮਾਏਦਾਰ ਜਮਾਤ ਬਣੀ, ਅਲੱਗ-ਅਲੱਗ ਕੌਮਾਂ ਦੀ ਸਰਮਾਏਦਾਰੀ ਘੁਲ ਮਿਲ ਗਈ। ਹੁਣ ਉਹਨਾਂ 'ਚ ਕੋਈ ਟਕਰਾਅ ਰਹਿ ਨਹੀਂ ਗਿਆ। ਇੱਕ ਬੰਦਾ ਅਮਲੇਂਦੂ ਗੁਹਾ, ਉਹ ਪ੍ਰਤੀਨਿਧ ਹੈ, ਮਤਲਬ ਇਹ ਜਿਹੜੀ ਸੋਚ ਹੈ ਉਹਦਾ ਪ੍ਰਤੀਨਿਧ ਉਦਾਹਰਨ ਅਮਲੇਂਦੂ ਗੁਹਾ 1982 ਦੇ ਵਿੱਚ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ 'ਚ ਇੱਕ ਲੇਖ ਲਿਖਿਆ ਸੀਗਾ, ਨੈਸ਼ਨਲ ਕੁਐਸਚਨ ਇਨ ਇੰਡੀਆ, ਇੱਕ ਕਨਸੈਪਚੁਅਲ ਫਰੇਮ, ਭਾਰਤ ਵਿੱਚ ਕੌਮੀ ਸਵਾਲ ਇੱਕ ਸੰਕਲਪਿਕ ਚੌਕਠਾ, ਪੰਜਾਬੀ 'ਚ ਇਹਦਾ ਇਹ ਅਨੁਵਾਦ ਹੋਊਗਾ। ਉਹਦੇ 'ਚ ਇੱਕ ਤਾਂ ਉਹ ਕਹਿੰਦਾ ਕਿ ਜਿਹੜੀ ਸਟਾਲਨ ਦੀ ਪਰਿਭਾਸ਼ਾ ਹੈ ਕੌਮ ਦੀ, ਉਹ ਸਭ ਤੋਂ ਵਧੀਆ ਪਰਿਭਾਸ਼ਾ ਆ। ਦੇਖੋ ਕਿਵੇਂ ਮਾਰਕਸਵਾਦ ਨੂੰ ਸੋਧਦੇ ਨੇ। ਹੁਣ ਕਹਿਣਾ ਗੱਲ ਤਾਂ ਖੇਤੀ ਕਾਨੂੰਨ ਕਿੱਦਾਂ ਤੁਰ ਪਈ, ਗੱਲ ਨਹੀਂ, ਖੇਤੀ ਕਾਨੂੰਨਾਂ ਤੇ ਗੱਲ ਕਰਨੀ ਆਪਾਂ। ਉਹ ਕਹਿੰਦਾ ਸਟਾਲਨ ਦੀ ਪਰਿਭਾਸ਼ਾ ਬੈਸਟ ਹੈ ਪਰ ਅਧੂਰੀ ਹੈ, ਤਸੱਲੀ ਬਖਸ਼ ਨਹੀਂ ਗਈ, ਹੈ ਨਾ। ਫਿਰ ਤੂੰ ਦੇ ਆਪਦੀ, ਹੈ ਨਾ। ਇੱਕ ਬੁੱਧੀਜੀਵੀ ਹੁੰਦਾ, ਇਹਨਾਂ ਨੂੰ ਪਹਿਲੀ ਗੱਲ ਤਾਂ ਮਾਰਕਸਵਾਦ ਸਮਝ ਨਹੀਂ ਆਉਂਦਾ। ਜਦੋਂ ਸਮਝ ਆ ਜਾਂਦਾ ਥੋੜਾ ਜਿਹਾ, ਕਹਿੰਦੇ ਮਾਰਕਸ ਕੀ ਸੀ, ਲੈਨਨ ਕੀ ਸੀ, ਮਾਓ ਕੀ ਸੀਗਾ, ਕਿ ਨਹੀਂ, ਹੁਣ ਆਪਾਂ ਸਾਰਿਆਂ ਨੂੰ ਅੱਗੇ ਲੱਗ ਜਾਣਾ ਹੈ। ਇਹ ਕਾਹਲੀ 'ਚ ਨੇ ਇੱਦਾਂ ਦੇ। ਫਿਰ ਕਹਿੰਦਾ ਸਵਿਸਿਕ ਨੇਸ਼ਨ ਆ, ਸਵਿਟਜ਼ਰਲੈਂਡ, ਚਲੋ ਛੱਡੋ ਵੀ ਇਸ 'ਚ ਨਹੀਂ ਜਾਂਦੇ, ਆਪਾਂ ਮੂਰਖਤਾਪੂਰਨ ਗੱਲ ਆ। ਸਵਿਟਜ਼ਰਲੈਂਡ ਨੂੰ ਕੋਈ ਨੇਸ਼ਨ ਕਹਿੰਦਾ ਤਾਂ ਮੂਰਖਤਾਪੂਰਨ ਗੱਲ ਕਰਦਾ। ਸਵਿਟਜ਼ਰਲੈਂਡ ਇੱਕ ਬਹੁਤ ਕੌਮੀ ਦੇਸ਼ ਹੈ, 3 ਕੌਮਾਂ ਵਸਦੀਆਂ ਨੇ ਮੁੱਖ ਤੌਰ ਤੇ ਉੱਥੇ। ਜਿਹਨੇ ਦਾ ਮੂਲ ਤਰਕ ਇਹ ਹੈ ਨਾ, ਮੂਲ ਤਰਕ ਇਹ ਹੈ ਕਿ ਮਾਰਕਸਵਾਦ ਨੇ ਜੋ ਕੌਮੀ ਸਵਾਲ ਤੇ ਕੀਤਾ ਉਹ ਹੁਣ ਅਪ੍ਰਸੰਗਿਕ ਹੋ ਗਿਆ। ਇਹ ਲਿਖਦਾ ਰੋਜ਼ਾ ਲਗਜ਼ਮਬਰਗ ਸੀ, ਕਿ ਪੋਲੈਂਡ ਦੀ ਕੌਮਿਸਟ ਸੀਗੀ ਰੋਜ਼ਾ ਲਗਜ਼ਮਬਰਗ, ਉਹਦੀ ਲੈਨਨ ਨਾਲ ਬਹਿਸ ਚੱਲੀ। ਰੋਜ਼ਾ ਲਗਜ਼ਮਬਰਗ ਕੌਮਾਂ ਦੇ ਆਪਾਂ ਦੇਣੇ ਦੇ ਹੱਕ ਦੇ ਖਿਲਾਫ ਸੀਗੀ, ਵੀ ਇਹ ਨਹੀਂ ਤੁਹਾਨੂੰ ਗੱਲ ਕਹਿਣੀ ਚਾਹੀਦੀ, ਵੀ ਇਹ ਗਲਤ ਗੱਲ ਹੈ, ਵੀ ਜਿਹੜੀ ਸੈਂਟਰਲਾਈਜ਼ ਸਟੇਟ ਹੁੰਦੀ ਹੈ ਉੱਥੇ ਇਹ ਮਜ਼ਦੂਰਾਂ ਨੂੰ ਖਿੰਡਾਉਣ ਵਾਲੀ ਗੱਲ ਆ। ਲੈਨਨ ਕਹਿੰਦਾ ਨਹੀਂ, ਇਹ ਮਜ਼ਦੂਰਾਂ ਨੂੰ ਜੋੜਨ ਵਾਲੀ ਗੱਲ ਆ, ਇਹ ਤੋਂ ਬਿਨਾਂ ਮਜ਼ਦੂਰ ਨਹੀਂ ਜੁੜ ਸਕਦੇ, ਹੈ ਨਾ। ਇਹ ਅਮਲੇਂਦੂ ਗੁਹਾ ਕੀ ਕਹਿੰਦਾ ਬਈ 1914-16 'ਚ 1913 ਤੇ 16 ਵਿੱਚ ਲੈਨਨ ਤੇ ਰੋਜ਼ਾ ਦੀ ਜੋ ਬਹਿਸ ਚੱਲੀ, ਉਹਦੇ ਵਿੱਚ ਲੈਨਨ ਨੇ ਠੀਕ ਸਟੈਂਡ ਲਿਆ ਔਨ ਵੈਲਿਡ ਗਰਾਊਂਡਸ, ਹੈ, ਠੀਕ ਜ਼ਮੀਨ ਤੇ ਖੜ ਕੇ ਉਹਦਾ ਵਿਰੋਧ ਕੀਤਾ ਰੋਜ਼ਾ ਨੇ। ਪਰ ਹੁਣ ਕਹਿੰਦਾ ਹਾਲਾਤ ਬਦਲ ਚੁੱਕੇ ਆ। ਹੁਣ ਕਹਿੰਦਾ ਬਦਲੇ ਹੋਈਆਂ ਹਾਲਤਾਂ 'ਚ ਲੱਗਦਾ ਕਿ ਰੋਜ਼ਾ ਸਹੀ ਹੋ ਗਈ। ਇਹ ਅਮਲੇਂਦੂ ਗੁਹਾ ਦਾ ਸਟੈਂਡ, ਲੈਨਨ ਗਲਤ ਹੋ ਗਿਆ, ਰੋਜ਼ਾ ਸਹੀ ਹੋ ਗਈ। ਜਾਣੀ ਆਪਾਂ ਨੂੰ ਕੌਮਾਂ ਦੇ ਆਪਾਂ ਨਿਰਣ ਦੇ ਹੱਕ ਤੇ ਵਿਰੋਧ ਹੋਣਾ ਚਾਹੀਦਾ। ਕਹਿੰਦਾ ਕੰਮਾਂ ਦਾ ਕੋਈ ਮਤਲਬ ਨਹੀਂ ਬਣਦਾ। ਇੱਕ AR ਕਾਮਤ ਹੈ ਕੋਈ, ਉਹਦਾ ਹਵਾਲਾ ਦਿੰਦਾ, ਕਹਿੰਦਾ ਸਟਾਲਨ ਨੇ ਜਿਹੜੀ ਪਰਿਭਾਸ਼ਾ ਤੇ ਕੌਮੀਅਤ ਦੀ ਪਰਿਭਾਸ਼ਾ ਕੌਮ ਦੀ ਨਹੀਂ ਗਈ। ਉਹ ਜਿਹੜੇ 4 ਫੀਚਰ ਮੈਂ ਦੱਸਿਆ ਨਾ, ਵੀ ਕੌਮੀਅਤ ਤਾਂ ਮਿਲ ਕੇ ਕੌਮ ਬਣ ਜਾਂਦੀ ਹੁੰਦੀ ਹੈ ਨਾ, ਵੀ ਇਹ ਨਹੀਂ ਹੁੰਦਾ। ਸਰਮਾਏਦਾਰੀ ਜਗੀਰਦਾਰੀ ਦੇ ਗਰਭ 'ਚ ਜਦੋਂ ਉੱਭਰਦੀ ਆ, ਉਹ ਕੌਮਾਂ ਬਣਾਉਂਦੀ, ਇੱਕ ਭਾਸ਼ਾ ਦੇ ਲੋਕਾਂ ਨੂੰ ਇਕੱਠੇ ਕਰਦੀ ਆ, ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਨਹੀਂ ਇਕੱਠੇ ਕਰਦੀ ਤੇ ਨਾ ਇਕੱਠੇ ਕਰ ਸਕਦੀ ਆ। ਐ ਹੁੰਦਾ ਤਾਂ ਫਿਰ ਦੁਨੀਆ 'ਚ ਸ਼ਾਇਦ ਇੱਕ ਹੀ ਕੌਮ ਬਣ ਜਾਂਦੀ। ਮਤਲਬ ਇੱਕ ਭਾਸ਼ਾ ਦੇ ਲੋਕ, ਉਹਦੀਆਂ ਜਿਹੜੀਆਂ ਉਪ ਭਾਸ਼ਾਵਾਂ ਹੁੰਦੀਆਂ ਨੇ, ਜੇ ਪੰਜਾਬੀ ਦੀਆਂ ਕਿੰਨੀਆਂ ਉਪ ਭਾਸ਼ਾਵਾਂ ਨੇ, 27-28 ਨੇ, ਉਹ ਮੈਂ ਭੁੱਲ ਜਾਂਦਾ ਥੋੜਾ ਜਿਹਾ, ਅੱਗੇ ਪਿੱਛੇ ਹੁੰਦਾ, 27-28 ਨੇ। ਫਿਰ ਕਮੈਂਟ ਕਰਨਾ, ਕਹਿੰਦਾ ਲਿਖਿਆ 27 ਬੋਲ 28 ਦਿੱਤਾ, 27-28 ਨੇ ਪੰਜਾਬੀ ਦੀਆਂ ਉਪ ਭਾਸ਼ਾਵਾਂ। ਹੁਣ ਜਿਹੜੀਆਂ ਉਪ ਭਾਸ਼ਾਵਾਂ ਹੁੰਦੀਆਂ, ਇਹ ਨਾ ਲੋਕਾਂ ਨੂੰ ਕੌਮ 'ਚ ਇਕੱਠੇ ਕਰਦੀ ਆ। ਜੇ ਮਲਵਈ, ਮਾਝੀ, ਦੁਆਬੀ, ਹੈ ਨਾ, ਮਤਲਬ ਇਹ ਇਕੱਠੇ ਹੁੰਦੇ ਆ। ਐ ਨਹੀਂ ਕਿ ਪੰਜਾਬੀ ਤੇ ਤਮਿਲ ਨੂੰ ਇਕੱਠੇ ਕਰ ਦੋਗੀ ਵਰਜਾਜੀ, ਇਹ ਕੌਮੀ ਤਾਂ ਮਿਲ ਕੇ ਕੌਮ ਬਣ ਜਾਣਗੀਆਂ ਨਾ। ਇਹ ਬਹੁਤ ਵਾਹਿਆ ਪ੍ਰਚਾਰ ਹੈ ਇਸ ਚੀਜ਼ ਦੇ ਖਿਲਾਫ। ਭਾਰਤ ਦੇ ਵਿੱਚ
ਕੁੱਲ ਭਾਰਤ ਦੇ ਵਿੱਚ ਜਿਹੜਾ ਕੌਮਾਂ ਦਾ ਘੁਲਣ, ਕੌਮਾਂ ਅਸਿਮੀਲੇਟ ਨਹੀਂ ਹੁੰਦੀਆਂ, ਕੌਮਾਂ ਅਸਿਮੀਲੇਟ ਮਤਲਬ ਜਜ਼ਬ ਹੋ ਜਾਣਾ। ਜਜ਼ਬ ਕੌਣ ਹੁੰਦਾ ਮਤਲਬ ਜਿਹੜਾ ਪੰਜਾਬ ਤੋਂ ਬੰਦਾ ਕੈਨੇਡਾ ਚਲਾ ਗਿਆ, ਉਹਨੂੰ ਥੋੜੇ ਦਿਨ ਤਾਂ ਨਾ ਯਾਦ ਪੰਜਾਬ ਫੰਡ ਵੀ ਭੇਜੂਗਾ ਇੱਥੇ ਕਾਮਰੇਡਾਂ ਨੂੰ, ਖਾਲਸਾ ਨਹੀਂ ਉਹਨੂੰ ਭੇਜੂਗਾ ਜਿੰਨਾ ਵੀ ਉਹਦਾ ਹੈਗਾ ਚੱਕਰ। ਉਹਦੀ ਜਿਹੜੀ ਅਗਲੀ ਪੀੜ੍ਹੀ ਨੇ ਉੱਥੋਂ ਨਹੀਂ ਹੋ ਜਾਣਾ, ਉਹ ਨਹੀਂ ਪੰਜਾਬ ਨਾਲ ਕਰਨਾ, ਉਹ ਜਾਣੀ ਆਪਾਂ ਕਹਾਂਗੇ ਉਹ ਅਸਿਮੀਲੇਟ ਹੋ ਗਏ, ਉਹ ਜਜ਼ਬ ਹੋ ਗਈ। ਇਸ ਕੌਮ ਦੇ ਜਿਹੜੇ ਘੱਟ ਗਿਣਤੀ ਲੋਕ ਹੁੰਦੇ, ਬਹੁਤ ਕੌਮੀ ਉਹ 'ਚ ਰਹਿੰਦੇ ਆ, ਉਹ ਜਜ਼ਬ ਹੋ ਜਾਂਦੇ ਆ। ਜਿਵੇਂ ਯੂਪੀ ਬਿਹਾਰ ਦੇ ਕਾਫੀ ਲੋਕ ਆ ਗਏ ਇੱਥੇ ਪੰਜਾਬੀ ਬਣ ਗਏ, ਪੰਜਾਬ ਦੇ ਬਹੁਤ ਸਾਰੇ ਲੋਕ ਬਿਹਾਰ ਜਾ ਕੇ ਉੱਥੋਂ ਨਹੀਂ ਬਣ ਗਏ, ਭੋਜਪੁਰੀ ਬੋਲਦੇ ਆ, ਉਹ ਸਰਦਾਰ ਪੱਗਾ ਮੰਨਦੇ, ਉਹ ਵਧੀਆ ਭੋਜਪੁਰੀ ਬੋਲੇ, ਪੰਜਾਬੀ ਭੁੱਲ ਜਾਂਦੇ ਲੋਕ। ਇੱਕ ਲੰਬੇ ਸਮੇਂ ਬਾਅਦ ਉਹਨਾਂ ਦੀ ਨਵੀਆਂ ਪੀੜ੍ਹੀਆਂ ਆਪਣੀ ਭਾਸ਼ਾ ਆਪਣਾ ਮੂਲ ਗਵਾ ਦਿੰਦੀਆਂ ਨੇ, ਇਹਨੂੰ ਜਜ਼ਬ ਹੋਣਾ ਕਹਿੰਦਾ। ਇਹ ਨਹੀਂ ਹੁੰਦਾ ਕਿ ਪੰਜਾਬੀ ਤੇ ਮਤਲਬ ਪੰਜਾਬ ਦੇ ਨੇੜੇ ਹੋਰ ਕਿਹੜਾ ਆ ਉਹ ਜਜ਼ਬ ਹੋ ਗਏ, ਪੰਜਾਬ ਦੇ ਨੇੜੇ ਪੰਜਾਬ ਹੀ ਹੈ, ਵੰਡਿਆ ਹੋਇਆ ਪੰਜਾਬ ਹੈ ਨਾ, ਜਾਂ ਪੰਜਾਬੀ ਤੇ ਕਸ਼ਮੀਰੀ ਇੱਕ ਹੋ ਗਏ, ਇਹ ਨਹੀਂ ਹੋਣਾ। ਇਹ ਹੋਣੇ ਕਦੋਂ ਹੈ? ਜਦੋਂ ਦੁਨੀਆ ਵਿੱਚੋਂ ਜਮਾਤਾਂ ਖਤਮ ਹੋ ਜਾਣੀਆਂ, ਕੌਮਾਂ ਵੀ ਖਤਮ ਹੋ ਜਾਣੀਆਂ, ਇਹ ਉਦੋਂ ਹੋਣਾ ਕੰਮ। ਕਈ ਲੋਕ ਅੱਜ ਹੀ ਕਰਨ ਨੂੰ ਫਿਰਦੇ ਆ, ਮਲਿੰਦੂ ਕਹਿੰਦਾ ਹੋ ਗਿਆ, ਥੋੜਾ ਇਮੈਚਿਓਰ ਆ ਹਲੇ ਬੱਚੇ, ਥੋੜਾ ਪੱਕਿਆ ਨਹੀਂ ਹਲੇ, ਪਹਿਲਾਂ ਹੋ ਗਿਆ ਹੈ, ਮੂਲ ਤੌਰ ਤੇ ਹੋ ਗਿਆ ਕੰਮ। ਤੇ ਭਾਰਤ ਵਿੱਚ ਕੋਈ ਕੌਮੀ ਸਵਾਲ ਰਹਿ ਨਹੀਂ ਗਿਆ। ਹੁਣ ਜੇ ਮਲਿੰਦੂ ਗੁਹਾ ਮੁਤਾਬਕ ਚੱਲੀਏ, ਭਾਰਤ ਵਿੱਚ ਕੋਈ ਕੌਮੀ ਸਵਾਲ ਨਹੀਂ ਹੈਗਾ, ਤਾਂ ਕਸ਼ਮੀਰੀਆਂ ਦਾ ਦਿਮਾਗ ਹਿੱਲੇਗਾ, ਉਹ ਬੰਦੂਕਾਂ ਚੱਕੀ ਫਿਰਦੇ ਨੇ। ਮੋਦੀ ਦਾ ਦਿਮਾਗ ਖਰਾਬ ਹੋਇਆ, ਧਾਰਾ 370 35 ਹਟਾਈ ਆ। ਨਾਰਥ ਈਸਟ ਦੇ ਵਿੱਚ ਬੱਚਾ ਉਹ ਮੰਨਦੇ ਨਹੀਂ, ਉਹ ਕਹਿੰਦੇ ਇੰਡੀਆ ਗਏ ਤਾਂ ਸਾਡੇ ਲਈ ਲਿਆਈ ਚੀਜ਼, ਉਹ ਇੰਡੀਆ ਨੂੰ ਇੱਕ ਵੱਖਰਾ ਦੇਸ਼ ਮੰਨਦੇ ਆ। ਤੇ ਬਾਕੀ ਭਾਰਤ ਦੇ ਵਿੱਚ ਜੇ ਮਸਲਾ ਹੱਲ ਹੋ ਗਿਆ ਹੁੰਦਾ ਤਾਂ ਦੋ ਚੀਜ਼ਾਂ ਹੋਣੀਆਂ ਸੀਆਂ। ਜੇ ਬਾਕੀ ਭਾਰਤ ਦੇ ਵਿੱਚ ਵੱਡੀ ਭਾਰਤ ਦੀ ਇਜਾਰੇਦਾਰ ਬੁਰਜੁਆਜੀ ਤੇ ਅਲੱਗ-ਅਲੱਗ ਕੌਮਾਂ ਦਾ ਜਿਹੜਾ ਟਕਰਾਅ ਉਹ ਖਤਮ ਹੋ ਗਿਆ ਹੁੰਦਾ ਤਾਂ ਦੋ ਚੀਜ਼ਾਂ ਹੋਣੀਆਂ ਸੀ। ਨੰਬਰ 1, ਵਿਧਾਨ ਸਭਾਵਾਂ ਦੀ ਲੋੜ ਨਹੀਂ ਸੀ ਰਹਿ ਜਾਣੀ। ਨੰਬਰ 2, ਖੇਤਰੀ ਪਾਰਟੀਆਂ ਖਤਮ ਹੋ ਜਾਣੀਆਂ ਸੀ, ਕਿਉਂਕਿ ਹਰ ਪਾਰਟੀ ਕਿਸੇ ਨਾ ਕਿਸੇ ਜਿਹੜੀ ਬੁਰਜੁਆ ਸਮਾਜ ਦੇ ਵਿੱਚ ਹਰ ਪਾਰਟੀ ਕਿਸੇ ਨਾ ਕਿਸੇ ਜਮਾਤ ਦੀ ਪਾਰਟੀ ਹੁੰਦੀ ਹੈ, ਕਿਉਂਕਿ ਸਰਮਾਏਦਾਰ ਜਮਾਤ ਦੇ ਬਹੁਤ ਸਾਰੇ ਧੜੇ ਹੁੰਦੇ ਨੇ, ਇਸ ਲਈ ਉਹਦੇ ਅਲੱਗ-ਅਲੱਗ ਧੜੇ ਦੀਆਂ ਅਲੱਗ-ਅਲੱਗ ਪਾਰਟੀਆਂ ਹੁੰਦੀਆਂ ਨੇ। ਮਜ਼ਦੂਰ ਜਮਾਤ ਦੇ ਬਹੁਤ ਸਾਰੇ ਧੜੇ ਨਹੀਂ ਹੁੰਦੇ, ਇਸ ਲਈ ਮਜ਼ਦੂਰ ਜਮਾਤ ਦੀ ਇੱਕ ਹੀ ਪਾਰਟੀ ਹੁੰਦੀ ਆ। ਹੁਣ ਕਿ ਤੁਸੀਂ ਤਾਂ 3600 ਬਣਾ ਰੱਖੀਆਂ, ਨਹੀਂ, ਇਹ ਪਾਰਟੀਆਂ ਨਹੀਂ, ਗਰੁੱਪ ਨੇ, ਪਾਰਟੀ ਇੱਕ ਹੀ ਬਣੂਗੀ ਜਦੋਂ ਬਣੂਗੀ ਅੱਗੇ ਚੱਲ ਕੇ। ਇਸ ਲਈ ਮੈਂ ਫਿਰ ਇਹੀ ਕਰਨਾ ਜਿਹੜਾ ਮਤਲਬ ਨਿਚੋੜ ਦੇ ਤੌਰ ਤੇ ਸਾਰੀ ਗੱਲ ਨੂੰ, ਨੰਬਰ 1 ਜਿਹੜਾ ਇਹ ਵਰਤਮਾਨ ਸੰਘਰਸ਼ ਹੈ, ਇਹ ਮੋਦੀ ਦੇ ਹਿੰਦੁਸਤਾਨ ਦੇ ਪੂਰੇ ਪ੍ਰੋਜੈਕਟ ਦੇ ਖਿਲਾਫ ਆ, ਇਹਦਾ ਜਮਹੂਰੀ ਖਾਸਾ, ਇਹਦਾ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ। ਨੰਬਰ 2, ਇਹ ਮਜ਼ਦੂਰ ਵਿਰੋਧੀ ਹੈ, ਸਭ ਤੋਂ ਵੱਧ ਮਜ਼ਦੂਰ ਵਿਰੋਧੀ। ਮਜ਼ਦੂਰਾਂ ਨੂੰ ਗੱਲ ਸਮਝ ਨਹੀਂ ਆ ਰਹੀ ਹਲੇ। ਸੰਤੀ ਮਜ਼ਦੂਰਾਂ 'ਚ ਕੀ ਆ, ਕਰੋਨਾ ਆਇਆ ਘਰਾਂ ਨੂੰ ਚਲੇ ਗਏ, ਜਾਣਾ ਹੀ ਸੀਗਾ, ਡਰਾ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਲੱਗਦਾ ਮਰ ਜਾਗੇ ਤੇ ਰੁਜ਼ਗਾਰ ਹੈ ਨਹੀਂਗਾ, ਕਮਰੇ ਦਾ ਕਿਰਾਇਆ ਨਹੀਂ ਦੇ ਸਕਦੇ, ਮਜ਼ਦੂਰ ਕੀ ਕਰੂਗਾ, ਜਥੇਬੰਦ ਹੈ ਨਹੀਂ ਉਹਨਾਂ, ਉਹ ਘਰਾਂ ਨੂੰ ਤੁਰ ਪਿਆ। ਲੋਕਾਂ ਨੂੰ ਲੱਗਿਆ ਮਜ਼ਦੂਰ ਤਾਂ ਭੱਜ ਗਿਆ ਕਿ ਕ੍ਰਾਂਤੀ ਕਰੂਗਾ, ਮਜ਼ਦੂਰ ਮੁੜਾਇਆ ਹੈ। ਹੁਣ ਲੋਕੀ ਕੀ ਕਰਦੇ, ਜਲਦੀ ਕਰਦੇ, ਸਿਧਾਂਤ ਦੇਣ ਨੂੰ ਬਹੁਤ ਕਾਹਲੀ ਕਰਦੇ ਆ। ਹੁਣ ਸਮਾਜਵਾਦੀ ਇਨਕਲਾਬ ਦਾ ਕੀ ਬਣੂ, ਮਜ਼ਦੂਰ ਤਾਂ ਭੱਜ ਗਿਆ, ਹੁਣ ਤਾਂ ਨਬਜ਼ ਪੂਰੀ ਹੋਊਗਾ, ਕਹਿੰਦੇ ਨਹੀਂ ਮਜ਼ਦੂਰ ਵਾਪਸ ਆ ਗਿਆ, ਵਿਹੜਿਆਂ 'ਚ ਰੌਣਕਾਂ ਨੇ, ਬਹਾਰਾਂ ਨੇ, ਟ੍ਰੇਨਾਂ ਵੀ ਨਹੀਂ ਚੱਲੀਆਂ ਤਾਂ ਵੀ ਆ ਗਿਆ, ਜਿੱਦਾਂ ਗਿਆ ਸੀ ਉੱਦਾਂ ਹੀ ਆ ਗਿਆ ਉਹ ਹੈ। ਬੱਸਾਂ ਬੁੱਸਾਂ ਨਾਲ 2-2000 1500 ਰੁਪਏ ਤੱਕ ਪਹੁੰਚ ਗਿਆ ਉਹ ਹੈ, ਉਹ ਆ ਗਿਆ ਮਜ਼ਦੂਰ। ਹੁਣ ਆ ਕੇ ਕੀ ਕਰਦਾ, ਹਲੇ ਉਹਨੇ ਆਪਣਾ ਸੈੱਟ ਸੁੱਟ ਕਰਨਾ ਕੰਮ ਜਿਹਾ, ਹਲੇ ਉਹਨੂੰ ਲੱਗਦਾ ਨੌਕਰੀ ਮਿਲ ਜਾਵੇ, ਥੋੜਾ ਪੁਰਾਣੇ ਕਰਜ਼ੇ ਕੁਰਜ਼ੇ ਲੈ ਜਾਣ, ਥੋੜਾ ਜਿਹਾ ਸੈੱਟ ਹੋ ਕੇ ਉਹਨੇ ਵੀ, ਜਿਵੇਂ ਇਹ ਬੈਠੇ ਨਾ ਮਜ਼ਦੂਰਾਂ ਦੇ ਵਿੱਚ ਵੀ, ਇਹ ਪੂਰੇ ਦੇਸ਼ ਦੇ ਵਿੱਚ ਵੱਡਾ ਗੁੱਬਗਵਾਟ ਉੱਠੂਗਾ। ਗੁੱਬਗਵਾਟ ਨਹੀਂ ਮਾੜਾ ਸ਼ਬਦ ਨਾ, ਇੱਕ ਉਭਾਰ ਉੱਠੂਗਾ ਮਜ਼ਦੂਰਾਂ ਦਾ, ਨਿਸ਼ਚੇ ਹੀ ਉੱਠੂਗਾ। ਲੋ ਨੋਟ ਕਰ ਲਓ, ਸੁਖਵਿੰਦਰ ਭਿੱਖਾਣੀਆਂ ਬਹੁਤ ਕਰਦਾ ਹੁੰਦਾ ਹੈ, ਸੱਚੀ ਉੱਠਣਾ ਮਜ਼ਦੂਰਾਂ ਦਾ। ਦੇਖੋ ਜਦ ਤੱਕ ਮਜ਼ਦੂਰਾਂ ਦਾ ਨਹੀਂ ਉੱਠਦਾ ਨਾ, ਇਹ ਸੰਘਰਸ਼ਾਂ ਦਾ ਵੀ ਨਹੀਂ ਕੁਝ ਬਣਨਾ। ਮਜ਼ਦੂਰ ਉਹ ਸ਼ਕਤੀ ਆ ਜਿਹੜੀ ਇਸ ਸਿਸਟਮ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀ ਹੈ। ਮਜ਼ਦੂਰ ਇਸ ਸਿਸਟਮ ਨੂੰ ਸਭ ਤੋਂ ਜਾਮ ਕਰ ਸਕਦਾ ਹੈ ਨਾ। ਉਹ ਅੱਜ ਉਹ ਡਰਾ ਕੇ ਘਰਾਂ ਚੱਲ ਗਿਆ, ਮੁੜਿਆ, ਹੁਣ ਸੈਟਿੰਗ ਸ਼ੂਟਿੰਗ ਜੇ ਕਰਨੀ। ਪਿੰਡ ਦੇ ਮਜ਼ਦੂਰ ਨੇ, ਇਹ ਹਲੇ ਨਰਮਾ ਚੁਗਣ ਗਏ ਹੋਏ ਆ, ਕੋਈ ਹੋਰ ਕੰਮਾਂ 'ਚ ਲੱਗੇ ਹੋਏ ਨੇ ਨਾ। ਮਜ਼ਦੂਰਾਂ ਨੂੰ ਇਹ ਵੀ ਲੱਗਦਾ ਇਹ ਤਾਂ ਕਿਸਾਨਾਂ ਦਾ ਮਸਲਾ ਹੈ ਨਾ। ਜਿਹੜੀਆਂ ਮਜ਼ਦੂਰ ਜਥੇਬੰਦੀਆਂ ਕਮਜ਼ੋਰ ਹੋਣ ਕਰਕੇ, ਸੰਤੀ ਮਜ਼ਦੂਰਾਂ ਦੀ ਜਥੇਬੰਦੀਆਂ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਜਚਾ ਨਹੀਂ ਸਕੀਆਂ ਗੱਲ ਹਲੇ ਵੀ, ਇਹ ਤੁਹਾਡਾ ਤਾਂ ਸਭ ਤੋਂ ਵੱਡਾ ਮਸਲਾ ਤਾਂ ਤੁਹਾਡਾ, ਕਿਸਾਨਾਂ ਨਾਲੋਂ ਵੀ ਵੱਡਾ ਮਸਲਾ ਤੁਹਾਡਾ। ਇਸ ਲਈ ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਆਖਰੀ ਗੱਲ ਜਿਹੜੀ ਆ, ਹਾਂ ਬੇਰੁਜ਼ਗਾਰੀ ਵਾਲੀ ਹੋ ਗਈ ਗੱਲ। ਆਖਰੀ ਗੱਲ ਇਹ ਆ ਕਿ ਇਹ ਰਾਜਾਂ ਦੀ ਖੁਦਮੁਖਤਿਆਰੀ ਤੇ ਬਹੁਤ ਵੱਡਾ ਹਮਲਾ। ਇਹ ਹਿੰਦੁਸਤਾਨ ਇੱਕ ਰਾਸ਼ਟਰ ਬਣਾਉਣ ਦਾ, ਭਾਰਤ ਨੇ ਕੌਮ ਬਣਾਉਣ ਦਾ, ਭਾਰਤੀ ਬੁਰਜੁਆਜੀ ਦਾ ਜਿਹੜਾ 47 ਤੋਂ ਚੱਲਿਆ ਆ ਰਿਹਾ ਕੰਮ ਸੀਗਾ, ਉਹਨੂੰ ਅਗਲੇ ਮੁਕਾਮ ਤੇ ਪਹੁੰਚਾਤਾ ਬੀਜੇਪੀ ਨੇ। ਉਹ ਹਮਲਾ ਬਹੁਤ ਤਿੱਖਾ ਹੋ ਗਿਆ ਤੇ ਇਹਦੇ ਤੇ ਰੌਲੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਬਣ ਰਹੇ ਆ। ਜਿਹੜੇ ਲੋਕ ਥੋੜੇ ਸੋਸ਼ਲ ਮੀਡੀਆ, ਫੇਸਬੁੱਕ ਜਾਂ ਹੋਰ ਦੇਖਦੇ ਆ, ਉਹਨਾਂ ਨੂੰ ਬੰਗਾਲ 'ਚ ਕੀ ਹੋ ਰਿਹਾ ਦੇਖਣਾ ਚਾਹੀਦਾ, ਉਹਨਾਂ ਨੂੰ ਤਮਿਲਨਾਡੂ 'ਚ ਕੀ ਹੋ ਰਿਹਾ ਦੇਖਣਾ ਚਾਹੀਦਾ, ਉਹ ਕਰਨਾਟਕਾ 'ਚ ਕੀ ਚੱਲ ਰਿਹਾ ਇਹ ਦੇਖਣਾ ਚਾਹੀਦਾ। ਇਹ ਲਾਵਾ ਫੁੱਟ ਸਕਦਾ ਕਿਸੇ ਵੇਲੇ ਵੀ,
ਹਨਾ, ਉਹ 'ਚ ਤੁਹਾਨੂੰ ਪੱਖ ਚੁਣਨਾ ਪੈਣਾ ਕਿ ਇੱਕ ਬਹੁਕੌਮੀ ਦੇਸ਼ ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹਿੰਦੂ ਜਿਹੜਾ ਰਾਸ਼ਟਰ ਬਣਾਉਣ ਦੇ ਪ੍ਰੋਜੈਕਟ ਦੇ ਹੱਕ 'ਚੋਂ ਤੁਸੀਂ ਉਹਨੂੰ ਵਧਾਈਆਂ ਭੇਜਣੀਆਂ ਮੋਦੀ ਨੂੰ ਕਿ ਬਹੁਤ ਵਧੀਆ ਕੀਤਾ, ਕੇਂਦਰੀਕਰਨ ਸਰਵਹਾਰਾ ਵਰਕੇ ਹਿੱਤ ਮੇਂ ਹੈ ਤੇ ਹੁਣ ਮਤਲਬ ਸਮਾਜਵਾਦੀ ਕ੍ਰਾਂਤੀ ਲਈ ਬਹੁਤ ਵਧੀਆ ਹਾਲਤਾਂ ਬਣਾਤੇ, ਤਾਂ ਧੰਨਵਾਦ ਚਿੱਠੀ ਲਿਖੋ ਉਹਨੂੰ ਨਾ, ਜਾਂ ਇਹਦੇ ਵਿਰੋਧ 'ਚ ਖੜਨਾ, ਸਿਸਟਮ ਦੀਆਂ ਸਮੱਸਿਆਵਾਂ ਵਧਾਉਣੀਆਂ ਕਿ ਸਿਸਟਮ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਹੈ। ਮਤਲਬ ਜਿਹੜਾ ਕੋਈ ਅੰਦੋਲਨ ਮਤਲਬ ਹੁਣ ਜਿਵੇਂ ਖਾਲਿਸਤਾਨੀ ਲਹਿਰ ਵੀ ਖਰਾਬ ਸੀਗੀ ਸਰਕਾਰ ਦੇ, ਆਪਾਂ ਖਾਲਿਸਤਾਨੀ ਲਹਿਰ ਦੇ ਹੱਕ 'ਚ ਸੀਗੇ। ਕੋਈ ਧਾਰਮਿਕ ਲਹਿਰ ਚੱਲਦੀ ਹੈ, ਸਰਸੇ ਵਾਲਾ ਕਹਿੰਦਾ ਕਿ ਮੈਨੂੰ ਫੜ ਕੇ ਅੰਦਰ ਕਰਤਾ, ਆਪਾਂ ਸਰਸੇ ਵਾਲੇ ਹੱਕ 'ਚ ਮਿਹਰੇ ਕੀਤੇ ਆ ਵੀ ਕਾਹਤੋਂ ਅੰਦਰ ਕਰਤਾ ਸਾਧ ਨੂੰ, ਇੰਨੀ ਜਨਤਾ ਉਹਦੇ ਮਗਰ। ਕਈ ਲੋਕ ਹੈ ਜੀ ਮੂਰਤਾਪੂਰਨ ਗੱਲ ਕਰਦੇ ਵੀ ਜਨਤਾ ਦੇਖ ਕੇ ਖੁਸ਼ ਹੋ ਜਾਂਦੇ ਆ, ਜਨਤਾ ਤਾਂ ਖਾਲਿਸਤਾਨੀ ਨਾਲ ਬਹੁਤ ਸੀ, ਜਨਤਾ ਤਾਂ ਸਰਸੇ ਵਾਲਿਆਂ ਨਾਲ ਬਹੁਤ ਸੀ, ਅਸੀਂ ਕਿਉਂ ਵਿਰੋਧ ਕੀਤਾ ਉਹਦਾ। ਜਨਤਾ ਕਿਹੜੀ ਮੰਗ ਤੇ ਸੜਕਾਂ ਤੇ ਇਹ ਤੋਂ ਤੈਅ ਹੁੰਦਾ। ਉਹ ਜਿਹੜਾ ਅੰਦੋਲਨ ਆ ਉਹਦਾ ਕੁੱਲ ਮਿਲਾ ਕੇ ਖਾਸਾ ਅਗਾਂਹ ਵਧੂਗਾ ਕਿ ਪਿਛਾਂ ਖਿੱਚੂਗਾ, ਇਹ ਤੋਂ ਤੈਅ ਹੁੰਦਾ ਸਾਡਾ। ਉਸ ਨੂੰ ਆਪਾਂ ਉਹਦੇ ਹੱਕ 'ਚ ਖੜਨਾ, ਉਹਦੇ ਵਿਰੋਧ 'ਚ ਖੜਨਾ, ਜਾਂ ਨਿਊਟਰਲ ਰਹਿਣਾ। ਕਈ ਵਾਰ ਨਿਊਟਰਲ ਵੀ ਤੁਹਾਨੂੰ ਰਹਿਣਾ ਪੈਂਦਾ ਭਾਈ, ਐ ਨਹੀਂ ਹੁੰਦਾ ਕਿ ਹੱਕ 'ਚ, ਕਈ ਵਾਰ ਨਿਊਟਰਲ ਤੁਸੀਂ ਚੁੱਪ ਹੋ ਜਾਂਦੇ ਹੋ, ਕੁਛ ਹੋਰ ਆਪਣਾ ਕੰਮ ਕਰਦੇ, ਕਈ ਸਥਿਤੀਆਂ 'ਚ ਅਜਿਹੀ ਸਥਿਤੀ ਬਣ ਜਾਂਦੀ ਹੈ ਨਾ। ਇਸ ਲਈ ਇਹ ਜਿਹੜਾ ਸੰਘਰਸ਼ ਹੈ ਇਹਦਾ ਇਹ ਜਾਣੀ ਆਪਣਾ ਕੁੱਲ ਮਿਲਾ ਕੇ ਪੈਂਤੜਾ ਇਹ ਹੋਣਾ ਚਾਹੀਦਾ ਕਿ ਆਪਣਾ ਕੋਈ ਵੀ ਹੋਵੇ, ਆਪਣੇ ਵਿਚਾਰ ਦੇ ਲੱਖ ਵੱਖਰੇਵੇਂ ਹੋਣ, ਇਸ ਘੋਲ ਨੂੰ ਕਿਵੇਂ ਆਪਾਂ ਤਕੜਾਈ ਬਖਸ਼ਣੀ ਆ, ਇਸ ਘੋਲ ਨੂੰ ਕਿਵੇਂ ਅੱਗੇ ਵਧਾਉਣਾ, ਇਸ ਘੋਲ ਨੂੰ ਕਿਵੇਂ ਆਪਾਂ ਕੰਨਾ ਲਾਣਾ ਵੀ ਇਹ ਅੱਗੇ ਵਧੇ, ਮਤਲਬ ਇਹ ਆਪਣਾ ਸਰੋਕਾਰ, ਇਹ ਆਪਣੀ ਚਿੰਤਾ ਹੋਣੀ ਚਾਹੀਦੀ ਹੈ। ਮਤਲਬ ਵਿਚਾਰ ਅਲੱਗ-ਅਲੱਗ ਨੇ, ਪੈਂਤੜੇ ਅਲੱਗ-ਅਲੱਗ ਨੇ। ਖਾਲਿਸਤਾਨੀ ਦਾ ਪੈਂਤੜਾ ਪਿਛਾਂ ਖਿੱਚੂਗਾ, ਘੋਲ ਨੂੰ ਢਾਹ ਲਾਉਣ ਵਾਲਾ, ਇਹਦਾ ਵਿਰੋਧ ਕਰਨਾ ਚਾਹੀਦਾ ਜਿੱਥੇ ਵੀ ਹੋ ਸਕੇ। ਉਦੋਂ ਬਿਨਾਂ ਜਿੰਨੇ ਵੀ ਪੈਂਤੜੇ ਨੇ, ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ 'ਚ ਸਹਾਈ ਹੁੰਦੀਆਂ ਨੇ, ਹੋ ਸਕਦੀਆਂ ਨੇ, ਉਹਨਾਂ ਦਾ ਸਵਾਗਤ ਕਰਨਾ ਚਾਹੀਦਾ। ਮੈਂ ਕਿਹਾ ਇੰਨੀ ਗੱਲ ਕਾਫੀ ਹੈ, ਬਾਕੀ ਤੁਹਾਡੇ ਸਵਾਲ ਆਉਣਗੇ ਤਾਂ ਫਿਰ ਹੋਰ ਗੱਲ ਕਰ ਲਾਂਗੇ।